ਕਹੇ ਬਾਣ ਦਤੰ ਅਨਾਦਤ ਮਾਰਿਓ ਭਜੀ ਸਰਬ ਸੈਨੰ ਨ ਨੈਨੰ ਨਿਹਾਰਿਓ। ਹੁਣ ਇੱਕ ਪਾਸੇ ਦੱਤ ਹੈ, ਇੱਕ ਪਾਸੇ ਅਨਾਦਤ ਹੈ। ਦੱਤ ਤੋਂ ਵਿਰੋਧੀ ਜਿਹੜਾ ਕਹਿੰਦਾ ਵੀ ਦੱਤ ਦਾ ਜਿਹੜਾ ਹੈਗਾ ਵਿਚਾਰਧਾਰਾ ਦੱਤ ਵਾਲੀ, ਉਹ ਮੈਂ ਖਤਮ ਕਰਕੇ ਆਪਣੀ ਵਿਚਾਰਧਾਰਾ ਚਲਾਉਣੀ ਹੈ। ਉਹਦਾ ਨਾਂ ਜਿਹੜੀ ਲੋਕ ਜਿਹੜੇ ਦੱਤ ਦਾ ਨਾਂ ਚੱਲਦਾ ਸੀ ਜਿਵੇਂ ਬਈ ਉਹਦਾ ਨਹੀਂ ਚੱਲਣਾ ਚਾਹੀਦਾ, ਇੱਦਾਂ ਹੁੰਦਾ ਹੀ ਰਹਿੰਦਾ। ਜਿਵੇਂ ਗੁਰੂ ਨਾਨਕ ਦੇ ਨਾਂ 'ਤੇ ਜਾਂ ਭਗਤਾਂ ਦੇ ਨਾਂ 'ਤੇ ਕਬੀਰ ਦੇ ਨਾਂ 'ਤੇ ਜਿਹਨੂੰ ਜੈਲਸੀ ਹੈ, ਗੁਰੂ ਨਾਨਕ ਨੂੰ ਤਾਂ ਜੇ ਹੁੰਦੀ ਜੈਲਸੀ ਤਾਂ ਉਹ ਗ੍ਰੰਥ ਦੇ ਵਿੱਚ ਉਹਨਾਂ ਦੀ ਬਾਣੀ ਕਿਉਂ ਲੈਂਦੇ ਸਾਰਿਆਂ ਦੀ। ਇਹਨਾਂ ਨੂੰ ਤਾਂ ਕਿਸੇ ਨੂੰ ਜੈਲਸੀ ਹੈ ਹੀ ਨਹੀਂ, ਇਹ ਤਾਂ ਸਾਰਿਆਂ ਦੀ, ਚਾਹੇ ਇੱਕ ਸ਼ਬਦ ਦੇ ਵਿੱਚ ਲੈ ਲਿਆ ਵੀ ਭਾਈ ਬਰਾਬਰ ਨੇ, ਬਰਾਬਰ ਕਹਿਤਾ ਸਾਰੇ ਵੀ ਬਾਣੀ ਪਰਮੇਸ਼ਰ ਦੀ ਹੈ, ਜਿਹਨੂੰ ਵੀ ਆਈ ਆਏ ਬੈਠੇ ਨੇ ਸਾਰੇ। ਨਾਂ ਕਿਸੇ ਦਾ ਨਹੀਂ, ਭਗਤਾਂ ਦੇ ਨਾਂ 'ਤੇ ਜਿਹਨਾਂ ਨੂੰ ਜੈਲਸੀ ਸੀ ਅਸਲ ਦੇ ਵਿੱਚ, ਉਹਨਾਂ ਨੇ ਆਪਣੇ ਆਪਣੇ ਡੇਰੇ ਬਣਾਏ ਨੇ। ਰਾਧਾ ਸਵਾਮੀ ਵੀ ਉਹਨਾਂ 'ਚੋਂ ਹੀ ਨੇ। ਨਾਂ ਲੈ ਕੇ ਬਾਣੀ ਚੱਲਦੇ ਨੇ, ਕੰਮ ਬਾਣੀ ਤੋਂ ਉਲਟ ਕਰਦੇ ਨੇ। ਅਸਲ ਜੈਲਸੀ ਹੈ ਵੀ ਅਸੀਂ ਵੀ ਆਪਣਾ ਨਾਂ ਪ੍ਰਚਾਰ ਦਾਂਗੇ ਜਿਵੇਂ ਉਹਨਾਂ ਦਾ। ਝੂਠ ਦਾ ਨਾਂ ਕਿਵੇਂ ਪ੍ਰਚਾਰਿਆ ਜਾਊਗਾ? ਝੂਠ ਤਾਂ ਕਿਤੇ ਨਾ ਕਿਤੇ ਜਾ ਕੇ ਦਮ, ਝੂਠ ਨੇ ਤਾਂ ਦਮ ਤੋੜਿਆ ਜਾਣਾ ਕਿਤੇ ਨਾ ਕਿਤੇ ਜਾ ਕੇ। ਜਿੰਨਾ ਚਿਰ ਤੁਸੀਂ ਕਮਲੇ ਲੋਕਾਂ ਨੂੰ, ਘੱਟ ਅਕਲ ਵਾਲਿਆਂ ਨੂੰ ਮਗਰ ਲਾ ਰੱਖੋਗੇ, ਆਖਿਰ ਉਹ ਵੀ ਟੋੜਦੇ ਤੁਹਾਨੂੰ ਲੱਭਦੇ ਇੱਕ ਦਿਨ ਸੈਟਿਸਫਾਈ ਨਹੀਂ ਜਦ ਹੋਣਗੇ, ਉਹਨਾਂ ਦੇ ਪੂਰੇ ਸ਼ੰਕਾਵਾਂ ਨਹੀਂ ਨਿਵਰਤ ਹੋਣਗੀਆਂ, ਉਹ ਵੀ ਕਹਿ ਦੇਣਗੇ ਵੀ ਇੱਥੇ ਤਾਂ ਕੁਛ ਕਮੀ ਹੈ। ਬਰਗਲਾ ਕੇ ਮਗਰ ਲੋਕਾਂ ਨੂੰ ਲਾ ਕੇ ਰੱਖਿਆ ਜਾ ਸਕਦਾ, ਪਰ ਇਹੋ ਜਿਹੀਆਂ ਮੱਤਾਂ ਬਹੁਤ ਛੇਤੀ ਦਮ ਤੋੜ ਦਿੰਦੀਆਂ ਹੁੰਦੀਆਂ। ਫਿਰ ਨਾਲੇ ਮੱਤਾਂ ਕਾਹਦੀਆਂ ਨੇ, ਸਿਆਸੀ ਹੈ ਤਾਂ ਸਾਰਾ, ਵੋਟਾਂ ਨੇ ਮਗਰ ਲਾਈਆਂ ਹੋਈਆਂ, ਹੋਰ ਕੋਈ ਧਰਮ ਵਾਲੀ ਕੋਈ ਗੱਲ ਨਹੀਂ। ਹਾਂ, ਇਵੇਂ ਹੀ ਉਹ ਚਾਹੁੰਦੇ ਸੀ। ਗਹੇ ਬਾਣ ਦਤੰ ਅਨਾਦਤ ਮਾਰਿਓ। ਹਾਂ, ਦੱਤ ਨੇ ਫਿਰ ਦੱਤ ਦਾ ਜਿਹੜੇ ਵਿਚਾਰਧਾਰਾ ਨੂੰ, ਦੱਤ ਵਾਲੀ ਵਿਚਾਰਧਾਰਾ ਨੂੰ ਕੁਛ ਜਾਣਨ ਵਾਲੇ ਵੀ ਸੀ, ਉਹਨਾਂ ਦੀ ਆਵਾਜ਼ ਨਹੀਂ ਸੀ ਦਬੀ ਹੋਈ ਸੀ। ਅੱਜ ਗੁਰਮਤਿ ਨੂੰ ਜਾਣਨ ਵਾਲੇ ਬਹੁਤ ਥੋੜ੍ਹੇ ਆਦਮੀ ਨੇ। ਜੇ ਉਹ ਗੁਰਮਤਿ ਦੀ ਗੱਲ ਕਰਦੇ ਨੇ ਤਾਂ ਅਕਾਲ ਤਖਤ ਰੌਲਾ ਪਾਉਂਦੇ ਸੀ ਪਹਿਲਾਂ ਤਾਂ, ਕਿ ਉਹ ਵਿਰੋਧ, ਇਹ ਸੈਂਟਰ ਜੋ ਵਿਰੋਧ ਪਹਿਲਾਂ ਤੇ ਵਿਰੋਧ 'ਚ ਹੈ, ਸੈਂਟਰ ਅੰਮ੍ਰਿਤਸਰ ਵਾਲਾ ਸੈਂਟਰ ਪਹਿਲਾਂ ਤੇ ਵਿਰੋਧ 'ਚ ਹੈ ਇਹ ਗੁਰਬਾਣੀ ਦੇ। ਇੱਥੇ ਤਾਂ ਹੀ ਜੈਕਾਰਾ ਨਹੀਂ ਵਜਾਉਂਦੇ। ਜੈਕਾਰਾ ਅਨੰਦਪੁਰ ਸਾਹਿਬ ਦਾ ਇੱਕ ਮਿੰਟ ਗਜਾ ਦੇਣਗੇ ਅੰਦਰ, ਹੁਣ ਦੇ ਨਹੀਂ ਜੈਕਾਰਾ ਗਾਇਦਾ ਉੱਥੇ, ਬੜੇ ਸੋਹਣੇ ਬੋਲਦੇ ਨਹੀਂ। ਇਹ ਅਨੰਦਪੁਰ ਸਾਹਿਬ ਦਾ, ਉਹ ਨਹੀਂ ਗਜਾ ਸਕਦੇ ਉੱਥੇ, ਹੁਣ ਸੇ ਨਹੀਂ ਗਜਾਉਣ ਦਿੰਦੇ। ਆਏ ਸੀਗੇ ਜਿਹੜੇ ਆਪਣੇ ਮੀਣੇ ਨੇ, ਇਹਨਾਂ ਦਾ ਕਬਜ਼ਾ ਸੀ ਹੁਣ ਤੇ। ਬਾਹਰ ਹੋਰ ਅਕਾਲੀ ਫੂਲਾ ਸਿੰਘ ਦਾ ਬੁਰਜ ਹੈ, ਉਹ ਹੈ ਸੈਂਟਰ ਖਾਲਸੇ ਦਾ ਅਕਾਲੀ ਫੂਲਾ, ਉੱਥੇ ਗਏ ਨੇ ਜਗ੍ਹਾ, ਅੰਦਰ ਨਹੀਂ ਗਜਾਉਣ ਦਿੰਦੇ। ਪਹਿਲਾਂ ਦੇ ਵਿਰੋਧ 'ਚ ਜਵਾਬ ਨਹੀਂ ਹੈਗਾ ਇਹਨਾਂ ਦਾ ਵੀ ਕੀ। ਅੱਛਾ, ਕਥਾ ਨਹੀਂ ਹੋ ਸਕਦੀ ਅੰਦਰ ਗੁਰਬਾਣੀ ਦੀ, ਕਥਾ ਤਾਂ ਹੁਣ ਨਹੀਂ ਹੁੰਦੀ। ਇਹ ਕਹਿੰਦੇ ਨੇ ਉੱਥੇ ਪ੍ਰਕਾਸ਼ ਹੁੰਦਾ ਸੀ, ਉਹ ਕਥਾ ਤਾਂ ਹੁਣ ਨਹੀਂ ਹੁੰਦੀ ਅੰਦਰ, ਕਥਾ ਨਹੀਂ ਇੱਥੇ। ਉਹਨਾਂ ਨੇ ਕਥਾ ਕਰਕੇ ਮਰਨਾ ਸੀ, ਉਹਨਾਂ ਨੇ ਕਥਾ ਤਾਂ ਗੁਰਬਾਣੀ ਦੀ ਕਰਨੀ ਪੈਂਦੀ। ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਉਸ ਸੀ, ਬਸ ਮੂਰਤੀ ਵਾਂਗੂ ਮੱਥਾ ਟੇਕਣ ਨੂੰ ਚੜਾਵੇ ਵਾਂਗੂ ਰੱਖਿਆ ਸੀ ਉਹਨਾਂ ਨੇ, ਵੀ ਮੱਥਾ ਟੇਕ ਦੋ, ਚੜਾਵਾ ਚੜਾ ਜਾਓ। ਹੁਣ ਤਾਂ ਮੁੱਖ ਵਾਕ ਲੈਂਦੇ ਨੇ ਉੱਥੇ, ਹੋਰ ਕੀ ਕਰਦੇ ਨੇ? ਜਾਂ ਅਖੰਡ ਪਾਠ ਕਰਦੇ ਨੇ ਚੁੱਪ ਕਰਕੇ ਆਪਣੇ ਮੂੰਹ 'ਚ, ਵਿਆਖਿਆ ਤਾਂ ਹੁਣ ਵੀ ਨਹੀਂ ਕਰਦੇ। ਕੀਰਤਨ ਨਹੀਂ ਸੀ ਹੁੰਦਾ ਅੰਦਰ, ਪਹਿਲਾਂ ਅੰਦਰ ਨਹੀਂ ਸੀ ਕੁਛ ਵੀ ਹੁੰਦਾ। ਨਾਲੇ ਪੰਜਵੇਂ ਪਾਤਸ਼ਾਹ ਥੋੜ੍ਹਾ ਚਿਰ ਰਹੇ ਨੇ, ਬਾਕੀ ਤਾਂ ਫਿਰ ਦੂਏ ਵਿਰੋਧੀ ਹੋ ਰਹੇ ਨੇ ਉੱਥੇ। ਹੁਣ ਉਹ ਜਿਹੜੇ ਗੁਰਮਤਿ ਨੂੰ ਜਾਣਨ ਵਾਲੇ ਨੇ ਕਿਉਂ ਨਹੀਂ ਸੀ ਬੋਲਦੇ? ਕਹਿੰਦੇ ਸੀ ਇਤਿਹਾਸ ਠੀਕ ਕਰੋ, ਇਹ ਕੇਸ ਵੱਟ ਜਾਂਦੇ ਸੀ। ਉਹਨਾਂ ਨੂੰ ਪਤਾ ਜੀ ਇਹ ਇਤਿਹਾਸ ਠੀਕ ਕਰਨ ਲੱਗਿਆ ਸਭ ਕੁਝ ਨਿਕਲਿਆ ਹੋਊਗਾ ਜਿਹੜਾ ਮੈਂ ਬੋਲਦਾ। ਕਿਉਂ ਨਹੀਂ ਜਗਾਰਾ ਗਜਾਉਂਦੇ? ਇੱਥੇ ਇਤਿਹਾਸਕ ਗੱਲ ਹੈ ਵੀ ਸਾਰਾ ਕੁਝ ਨਿਕਲਿਆ ਹੋਊਗਾ। ਇਹ ਤਾਂ ਪਹਿਲਾਂ ਦੇ ਵਿਰੋਧ 'ਚ ਵੀ ਸਾਰਾ ਹੀ ਬੇੜਾ ਗਰਕ ਹੋ ਜਾਊਗਾ ਤੁਹਾਡਾ। ਜਿਹੜੇ ਜਾਣਦੇ ਸੀ ਉਹ ਨਹੀਂ ਸੀ, ਇਹ ਤਲਵਾੜੇ ਵਰਗੇ ਇਹ ਰਾਹ ਨਹੀਂ ਸੀ ਪੈਣ ਦਿੰਦੇ। ਜਿਹੜੇ ਜਾਣਦੇ ਸੀ ਵਾਹਿਗੁਰੂ ਵਾਲੇ, ਜਿਹਨਾਂ ਦਾ ਕਬਜ਼ਾ ਹੈ, ਉਹ ਕਹਿੰਦੇ ਇਹ ਰਾਹ ਨਹੀਂ ਪੈਣਾ। ਉਹ ਨੰਗੇ ਜੋ ਹੁੰਦੇ ਸੀ, ਆਪਾਂ ਤਾਂ ਬਾਗੀ ਹੋ ਗਏ ਹੁਣ। ਅਸੀਂ ਤਾਂ ਬਗਾਵਤ ਕੀਤੀ ਹੋਈ ਹੈ,
ਵੀ ਗੁਰੂ ਦੀ ਗੱਲ ਕਰਨ ਨਾਲ ਸਾਡੀ ਡਿਊਟੀ ਹੈ। ਖਾਲਸਾ ਮੇਰੋ ਸਤਿਗੁਰ ਪੂਰਾ, ਸਾਡੇ ਕੋਲ ਡਿਊਟੀ ਹੈ। ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਗੁਰਦੁਆਰਾ ਦਾ ਪ੍ਰਬੰਧ ਕਰਨਾ, ਧਰਮ ਪ੍ਰਚਾਰ ਦਾ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਉਹਨਾਂ ਨੂੰ ਰਾਈਟ ਹੀ ਨਹੀਂ ਦਿੰਦਾ ਹੈ ਗੁਰਦੁਆਰਾ ਐਕਟ। ਇਹ ਗੁਰਦੁਆਰਾ ਐਕਟ ਨਹੀਂ ਰਾਈਟ ਦਿੰਦਾ ਹੈ ਪ੍ਰਚਾਰ ਕਰਨ ਦਾ, ਉਹਨੂੰ ਸੰਸ਼ੋਧਨ ਕੁਛ ਨਹੀਂ ਕਰ ਸਕਦੇ ਉਹ। ਹਾਂ, ਉਹ ਜਿਹੜੇ ਜਾਣਦੇ ਸੀ ਦੱਤ ਦੇ ਬਾਰੇ ਕੁਛ, ਉਹਨਾਂ ਵੀ ਨਹੀਂ ਸੀ ਜਾਣਦਾ। ਇਹ ਤਾਂ ਪਾਰਸਨਾਥ ਤਾਂ ਜਿਹੜੀ ਬੇਸਿਕ ਗੱਲ ਜਾਣਦੇ ਸੀ, ਸਮਝਦੇ ਸੀ, ਜਦ ਉਹ ਬੋਲਣ ਲੱਗੇ ਤਾਂ ਜਿਹੜਾ ਅਨਾਦੱਤ ਦੱਤ ਦਾ ਵਿਰੋਧੀ ਸੀ ਪਾਰਸਨਾਥ, ਜਿਹੜਾ ਕਹਿੰਦਾ ਦੱਤ ਦਾ ਨਾਂ ਨਹੀਂ ਚੱਲਣਾ ਚਾਹੀਦਾ, ਉਹਦੀ ਬੋਲਤੀ ਬੰਦ ਕਰਤੀ। ਅਨਾਦੱਤ ਮਾਰਿਓ, ਅਨਾਦੱਤ ਨੂੰ ਢਾ ਲਿਆ ਉਹਨਾਂ ਨੇ, ਲਾਜਵਾਬ ਕਰਤਾ। ਮਾਰਿਓ ਤਾਂ ਲਾਜਵਾਬ ਕਰਨਾ ਹੀ ਹੁੰਦਾ। ਭਜੀ ਸਰਬ ਸੈਨੰ ਨ ਨੈਨੰ ਨਿਹਾਰਿਓ, ਜਿਹੜੇ ਹੁਣ ਦੱਤ ਦੇ ਨਾਲ ਜਿਹੜੇ ਪਾਰਸਨਾਥ ਨਾਲ ਜਿਹੜੇ ਸਹਿਮਤ ਸੀ, ਅਸਲ ਦੱਤ ਦੇ ਵਿਰੋਧੀ ਸੀ ਉਹ ਜ਼ਿਆਦਾ। ਜਾਂ ਦੱਤ ਤੋਂ ਜਿਹੜੇ ਠੀਕ ਦਾ ਦੱਤ ਨੂੰ ਮੰਨਦੇ, ਠੀਕ ਦਾ ਸਿੱਖੇ, ਪਰ ਸਿੱਖੀ ਤੋਂ ਵਿਰੋਧ 'ਚ ਸੀ। ਹੁਣ ਵੀ ਹੈਗੇ ਨੇ, ਆਖਣ ਨੂੰ ਸਿੱਖ ਨੇ, ਸਿੱਖੀ ਪ੍ਰਚਾਰ ਤੋਂ ਵਿਰੋਧ 'ਚ ਨੇ, ਸੁਣਨਾ ਨਹੀਂ ਚਾਹੁੰਦੇ ਸਿੱਖੀ ਦਾ ਪ੍ਰਚਾਰ। ਸਹੀ ਗੁਰਦੁਆਰੇ 'ਚ ਨਹੀਂ ਕਰਨ ਦਿੰਦੇ, ਉਹਨਾਂ ਨੂੰ ਸਿੱਖ ਕਿਵੇਂ ਕਹਿ ਦੋਗੇ ਤੁਸੀਂ? ਨਾਂ ਦੇ ਹੀ ਸਿੱਖ ਨੇ। ਇਵੇਂ ਹੀ ਦੱਤਦੇ ਸੀ, ਅਸਲ 'ਚ ਵਿਰੋਧੀ ਸੀ, ਕਹਿਣ ਨੂੰ ਦੱਤਦੇ ਚੇਲੇ ਸੀ। ਉਹ ਵੀ ਲਾਜਵਾਬ ਹੋ ਗਏ, ਕਿਉਂਕਿ ਸਮਾਧੀ ਲਾਉਂਦੇ ਦਾ ਪ੍ਰਚਾਰ ਕਰਦੇ ਸੀ ਜਿਹੜੇ ਲੋਕ। ਦੱਤ ਨੂੰ ਤਾਂ ਸਮਾਧੀ ਹਟਾਈ ਸੀ, ਦਾਦੀ ਤਾਂ ਸਮਾਧੀ ਤਾਂ ਦੱਤ ਵੀ ਲਾਉਂਦਾ ਹੀ ਸੀ, ਧਿਆਨ ਤਾਂ ਦੱਤ ਵੀ ਲਾਉਂਦਾ ਸੀ। ਜਦ ਉਹਨੂੰ ਆਕਾਸ਼ਬਾਣੀ ਹੋਈ ਹੈ ਦੱਤ ਨੂੰ ਵੀ ਭਾਈ ਏਦਾਂ ਨਹੀਂ ਮਸਲਾ ਹੱਲ ਹੋਣਾ, ਮੁਕਤੀ ਮਿਲਣੀ, ਸਮਾਧੀ ਲਾਏ ਤੇ ਧਿਆਨ ਲਾਏ ਤੇ ਧਿਆਨ ਯੋਗ ਨਾਲ ਨਹੀਂ। ਹੁਣ ਸਾਡੇ ਵਿਦਵਾਨ ਕਹੀ ਜਾਂਦੇ ਨੇ ਜੀ ਇੱਕ ਧਿਆਨ ਯੋਗ ਹੈ, ਭਗਤੀ 4 ਪ੍ਰਕਾਰ ਦੀ, 3 ਪ੍ਰਕਾਰ ਦੀ, ਐਵੇਂ ਮਰੀ ਜਾਂਦੇ ਨੇ ਕਮਲੀਆਂ। ਪਤਾ ਨਹੀਂ ਕਿਹਦੀਆਂ ਲਿਖੀਆਂ ਹੋਈਆਂ ਕਿਤਾਬਾਂ ਪੜ੍ਹ ਲੈਂਦੇ ਨੇ, ਗੁਰਬਾਣੀ ਨੂੰ ਪੜ੍ਹਦੇ ਨਹੀਂ। ਉਹ ਗਿਆਨ ਬਿਨਾਂ ਮੁਕਤੀ ਨਹੀਂ ਹੋਣੀ। ਜਦ ਸਾਫ਼ ਲਿਖਿਆ ਹੈ ਗਿਆਨ ਬਿਨਾਂ ਮੁਕਤੀ ਨਹੀਂ ਹੋ, ਗੁਰਬਿਨ ਮੁਕਤ ਨਾ ਹੋਏ। ਗਿਆਨ ਕਾ ਬੱਧਾ ਮੰਨ ਰਿਹਾ, ਗੁਰਬਿਨ ਗਿਆਨ ਨਾ ਹੋਏ। ਗਿਆਨ ਤੋਂ ਬਿਨਾਂ ਮੰਨੇ ਕਾਬੂ ਨਹੀਂ ਹੋਣਾ, ਸਤਿਗੁਰ ਤੋਂ ਬਿਨਾਂ ਗਿਆਨ ਨਹੀਂ ਹੋਣਾ। ਵੀ ਮੁਕਤੀ ਨਹੀਂ ਹੋਣੀ ਗਿਆਨ ਤੇ ਬਿਨਾਂ। ਗਿਆਨ ਤੇ ਬਿਨਾਂ ਮੁਕਤੀ ਹੁਣ ਫਿਰ ਭਾਲਦੇ ਨੇ। ਵਾਹਿਗੁਰੂ ਵਾਹਿਗੁਰੂ ਵਾਲੇ ਕੀ ਕਰਦੇ ਨੇ? ਗਿਆਨ ਤੇ ਬਿਨਾਂ ਹੀ ਮੁਕਤੀ ਭਾਲਦੇ ਨੇ। ਗਿਆਨ ਕਿੱਥੇ ਉਹਨਾਂ ਕੋਲ? ਗੁਰਬਾਣੀ ਦੀ ਵਿਆਖਿਆ 'ਚ ਸੀ ਗਿਆਨ, ਗੁਰਬਾਣੀ 'ਚ ਹੈ ਗਿਆਨ, ਗੁਰਬਾਣੀ ਦਾ ਨਾਮ ਸਮਾਇਆ। ਉਹ ਅਨਾਦੱਤ ਸੀ, ਉਹ ਵੀ ਅਨਾਦੱਤੇ ਸੀ। ਜਿਹੜੇ ਦੱਤ ਦੇ ਵਿਰੋਧੀ ਸੀ ਉਹ ਅਨਾਦੱਤੇ ਸੀ। ਉਹ ਵੀ ਅੱਜ ਜਿਹੜੇ ਸਿੱਖ ਨੇ ਕਹਾਉਂਦੇ, ਜਿਹੜੇ ਗੁਰਬਾਣੀ ਦੀ ਵਿਆਖਿਆ ਸਹੀ ਸੁਣਨੀ ਨਹੀਂ ਚਾਹੁੰਦੇ, ਉਹ ਅਸਿੱਖ ਨੇ। ਸਿੱਖ ਨਹੀਂ ਹਨ। ਸਿੱਖ ਅਵਾਰ, ਅਸਿੱਖ ਸੰਘਰੋ। ਸਿੱਖ ਅਵਾਰ, ਸਿੱਖ ਸੰਘਰੋ। ਚੌਪੇ 'ਚ ਕੀ ਹੈ? ਸਿੱਖਾਂ ਨੂੰ ਵਾਰਨ ਵਾਸਤੇ ਕਿਹਾ, ਅਸਿੱਖਾਂ ਦਾ ਸੰਘਾਰ ਕਰਨ ਨੂੰ ਕਿਹਾ ਹੋਇਆ। ਰੋਜ਼ ਤਾਂ ਪੜ੍ਹਦੇ ਨੇ। ਦਸਮ ਪਾਤਸ਼ਾਹ ਨੂੰ ਪਤਾ ਨਹੀਂ ਸੀ ਵੀ ਪਿੱਛੋਂ ਸਿੱਖ ਜ਼ਿਆਦਾ ਆ ਜਾਣੇ ਨੇ, ਆਏ ਨਹੀਂ ਹੋਏ। ਪਿੱਛੇ ਹਿਸਟਰੀ ਹੈ ਸਾਡੇ ਕੋਲ, ਹਰੇਕ ਥਾਂ ਇੱਦਾਂ ਹੀ ਹੁੰਦਾ। ਦੱਤ ਦੀ ਇਤਿਹਾਸ ਦਾ ਪਤਾ ਨਹੀਂ ਸੀ ਉਹਨਾਂ ਨੂੰ। ਜਿਹਨੂੰ ਦੱਤ ਦੇ ਇਤਿਹਾਸ ਦਾ ਪਤਾ ਸੀ ਉਹਨੂੰ ਆਪਣਾ, ਨਾਲੇ ਉਹਨਾਂ ਦੇ ਤਾਂ ਹੁੰਦਾ ਹੀ ਸਿੱਖ ਜ਼ਿਆਦਾ ਸੀ। ਧੀਰ ਮਲੀਏ, ਰਾਮ ਰਹੀਏ, ਮੀਣੇ ਮਸਾਂਦੇ ਕੌਣ ਤੇ ਸਿੱਖੇ ਤੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਇਹ ਹਾਵੀ ਹੋ ਜਾਣਗੇ, ਇਹ ਪਤਾ ਨਹੀਂ ਸੀ। ਸਿੱਖ ਤਾਂ ਉਦੋਂ ਵੀ ਜ਼ਿਆਦਾ ਸੀ, ਗੁਰੂ ਨਾਨਕ ਵੇਲੇ ਵੀ ਸਿੱਖ ਜ਼ਿਆਦਾ ਸੀ। ਸ੍ਰੀ ਚੰਦ ਦੇ ਨਾਲ ਜ਼ਿਆਦਾ ਸੀ ਲੋਕ ਜੁੜੇ ਹੋਏ। ਕਿੰਨੇ ਡੇਰੇ ਨੇ ਯੂਪੀ ਸਾਰੇ ਸ੍ਰੀ ਚੰਦ ਨੂੰ ਉਹਨਾਂ ਨੇ ਬਣਾਤਾ ਸਿੱਧਾ ਲਿਜਾ ਕੇ ਗੁਰੂ ਮੂਹਰੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਤੇ ਸਿੱਖਿਆ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਉਲਟ। ਇੱਦਾਂ ਹੀ ਕਰਦੇ ਹੁੰਦੇ ਨੇ। ਉਸੇ ਚੀਜ਼ ਦਾ ਮੂਹਰੇ ਡਰਾਮਾ ਕਰਕੇ ਉਹਦਾ ਹੀ ਵਿਰੋਧ ਕਰੀਦਾ ਹੁੰਦਾ। ਮੂਹਰੇ ਗੁਰੂ ਬਾਣੀ ਰੱਖ ਲਈ, ਪ੍ਰੈਕਟੀਕਲੀ ਬਾਣੀ ਦਾ ਵਿਰੋਧ ਕਰ ਰਹੇ। ਲੋ ਜੀ ਅਸੀਂ ਵੀ ਗੁਰਬਾਣੀ ਨਾਲ ਜੋੜ ਰਹੇ ਹਾਂ। ਉੱਤੋਂ ਕੀ ਕਰਦੇ ਨੇ ਸੰਤ? ਆ ਗੁਰਬਾਣੀ ਨਾਲ ਜੋੜ ਰਹੇ ਹਾਂ, ਗੁਰੂ ਨਾਲ ਜੋੜ ਰਹੇ ਹਾਂ।
ਜੋੜ ਰਹੇ ਨੇ ਆਪਣੇ ਨਾਲ। ਇਹ ਕੌਣ ਵਾਲੇ? ਟਕਸਾਲ ਵਾਲੇ। ਇਹ ਕੌਣ ਨੇ? ਰਾੜੇ ਵਾਲੇ। ਤੁਸੀਂ ਗੁਰੂ ਨਾਲ ਜੋੜ ਰਹੇ ਹੋ, ਆਪਣੇ ਨਾਲ ਜੋੜ ਰਹੇ ਹੋ? ਤੁਹਾਡੇ ਨਾਂ ਕਿਵੇਂ ਪੈ ਗਏ? ਇਹ ਕੌਣ ਨੇ? ਬੰਦਈ ਖਾਲਸਾ। ਕਿਉਂ ਬੰਦਈ ਕਿਵੇਂ ਆ ਗਿਆ? ਨਾਂ ਕਿੱਥੋਂ ਆ ਗਿਆ? ਬਾਬਾ ਬਨੋਸੋ ਦਾ ਨਾਂ ਆਇਆ ਜੀ। ਬਨੋਸੋ ਦਾ ਖਾਲਸਾ ਆਇਆ ਕਿਤੇ? ਫਿਰ ਉਹ ਕਦੇ ਨਹੀਂ ਆਇਆ। ਅਕਾਲੀ ਫੂਲਾ ਸਿੰਘ ਦਾ ਖਾਲਸਾ। ਅਕਾਲੀ ਫੂਲਾ ਸਿੰਘ ਦਾ ਖਾਲਸਾ ਨਹੀਂ ਆਇਆ। ਮਣੀ ਸਿੰਘ ਦਾ ਖਾਲਸਾ ਨਹੀਂ ਆਇਆ। ਉਹਦਾ ਹੀ ਕਿਉਂ ਆ ਗਿਆ? ਇਹ ਗੱਲਾਂ ਸੀਆਂ ਇਤਿਹਾਸ ਦੀਆਂ, ਤਾਂ ਨਹੀਂ ਖੋਜ ਕਰਦੇ ਵੀ ਰਹਿਣਾ ਹੀ ਕੱਖ ਨਹੀਂ। ਵਿਰੋਧੀਆਂ ਦਾ ਕਬਜ਼ਾ ਹੈ। ਉਹਨੇ ਕਹਿ ਦਿੱਤਾ ਵੀ ਜਿਹੜਾ ਮਾਫੀਆ ਨੇ ਗੋਲਕਾਂ ਦੇ ਕਬਜ਼ਾ ਕਰ ਲਿਆ। ਗੋਲਕ ਮਾਫੀਆ ਹੈ ਸਾਰਾ। ਸਰਕਾਰ ਨੂੰ ਵੀ ਪਤਾ ਗੋਲਕ ਮਾਫੀਆ। ਸਰਕਾਰ ਨੂੰ ਤਾਂ ਬਹੁਤ ਦੇਰ ਦਾ ਪਤਾ ਹੈ ਗੋਲਕ ਮਾਫੀਆ। ਤਾਂ ਹੀ ਪ੍ਰਤਾਪ ਸਿੰਘ ਕੈਰੋਂ ਨੂੰ ਕਿਹਾ ਸੀ ਉਹਨੇ, ਜਵਾਹਰ ਲਾਲ ਨੇ, ਵੀ ਇਹਨਾਂ ਤੇ ਨਿਹੰਗਾਂ ਸਿੰਘਾਂ ਨੂੰ ਕਹੋ ਗੋਲਕ ਖੋਲ੍ਹੋ ਇਹਨਾਂ ਤੇ, ਵੀ ਫਿਰ ਦੇਖਾਂਗੇ ਅਕਾਲੀ ਕੀ ਕਰਨਗੇ। ਉਹਦਾ ਅਸੀਂ ਨਹੀਂ ਲਈ ਗੋਲਕ। ਅਸੀਂ ਕਿਹਾ ਵੀ ਲੋਕਾਂ ਨੂੰ ਪਤਾ ਨਹੀਂ, ਸੰਗਤ ਨੂੰ, ਸਿੱਖਾਂ ਨੂੰ ਪਤਾ। ਨਾਲੇ ਅਸੀਂ ਕੀ ਕਰਨੀ ਸੀ? ਆਹ ਲੜਕੇ ਮਰ ਜਾਂਦੇ ਅਜੇ ਮੈਂ ਹੁਣ ਮਰਦੇ ਨੇ ਗੋਲਕ ਨਾਲ। ਗੋਲਕ ਰਾਣੀ ਸਿਖਾਲੀ ਹੈ ਰੱਖਣੀ ਸੰਖੀਆ। ਜਦ ਹੁਣ ਨੂੰ ਖਤਮ ਹੋ ਜਾਂਦੇ ਸਾਰੇ ਮਰ ਜਾਂਦੇ ਲੜਕੇ ਆਪਸ ਵਿੱਚ ਨੇ। ਜੇ ਗੋਲਕ ਲੈ ਲੈਂਦੇ। ਜਾਤੇ ਗੋਲਕ ਲੈ ਨੂੰ ਪਿਆ ਸੰਤਾਂ ਸੋ ਜਾਤੇ ਬੇੜਾ ਗਰਕ ਕਰਤਾ। ਅਸੀਂ ਗੋਲਕ ਤੋਂ ਦੂਰ ਜਾਣ ਕੇ ਰਹਿੰਦੇ ਸੀਗੇ। ਪਤਾ ਸੀ ਜਦੋਂ ਗੋਲਕ ਦੇ ਜ਼ਿਆਦਾ ਗੋਲਕ ਦੇ ਆ ਗਏ ਨਾ ਨੇੜੇ ਨੂੰ, ਜੋ ਕੋ ਕੋਲ ਹੈ ਵੀ ਚਲਾ ਜਾਊਗਾ। ਇਹ ਨਹੀਂ ਛੱਡਦੀ ਹੁੰਦੀ, ਚਲਾ ਜਾਂਦਾ ਹੁੰਦਾ। ਮਾਇਆ ਛੱਡਦੀ ਹੈ। ਕਹੇ ਬਾਣ ਦੱਤੰ ਅਨਾਦਤ ਮਾਰਿਓ। ਜਦ ਦੱਤ ਨੇ ਬਾਣ ਗਹੇ ਫੜੇ ਚਲਾਏ ਤਾਂ ਅਨਾਦਤ ਜਿਹੜੇ ਦੱਤ ਵਿਰੋਧੀ ਦੇ ਸਾਰੇ ਹੁਣ ਵੀ ਉਹੀ ਲੜਾਈ ਚੱਲਦੀ ਹੈ। ਗੁਰਮਤ ਦੱਤ ਨਾ ਦੱਤ ਗੁਰਮਤ ਸੀ। ਉਹਦੇ ਕੋਲ ਦੱਤ ਕੋਲ ਗਿਆਨ ਨਾਲ ਮੁਕਤੀ ਆ। ਗੁਰਮਤ ਹੋਰ ਕੀ ਹੈ? ਇਹ ਕਿਉਂ ਲਿਖਿਆ ਆਖਰ ਦਸਮ ਪਾਤਸ਼ਾਹ ਨੇ? ਸਾਡੇ ਨਾਲ ਮੇਲ ਖਾਂਦੀ ਆ ਗੱਲ ਇਹ। ਦੱਤ ਗੁਰਮਤ ਦਾ ਧਾਰਨੀ ਹੈ। ਪਾਰਸਨਾਥ ਨਹੀਂ ਹੈਗਾ ਉਦੋਂ ਗੁਰਮਤ ਦਾ ਧਾਰਨੀ। ਪਾਰਸਨਾਥ ਇੱਕ ਹੰਕਾਰੀ ਰਾਜਾ ਹੈ। ਉਹਦਾ ਰਾਜਾ ਧਰਮ ਚਲਾਉਣਾ ਚਾਹੁੰਦਾ। ਕਹਿੰਦੇ ਰਾਜ ਬਣਾ ਨਹੀਂ ਧਰਮ ਚੱਲਿਆ, ਰਾਜਾ ਹੀ ਧਰਮ ਚਲਾਉਣਾ ਚਾਹੁੰਦਾ। ਦੇਖ ਕੀ ਹਾਲ ਹੋਊ ਰਾਜੇ ਦਾ ਹੁਣ ਗਾਹ ਜਾ ਕੇ। ਰਾਜਾ ਚਾਹੁੰਦਾ ਧਰਮ ਚਲਾਉਣਾ, ਆਪਣੇ ਨਾਂ ਦਾ ਨਹੀਂ ਚੱਲਿਆ। ਉਹ ਤੇ ਸਾਰੇ 5 ਲੱਖ ਰਾਜਾ ਕੈਦ ਕੀਤਾ ਹੋਇਆ। ਦੁਨੀਆ ਦਾ ਕੋਈ ਰਾਜਾ ਨਹੀਂ ਜਿਹੜਾ ਰਿਹਾ ਜਿਹੜਾ ਉਹ ਕਹਿੰਦਾ ਮੈਨੂੰ ਦੱਸੋ ਮੈਂ ਕਿਹੜਾ ਨਹੀਂ ਜਿੱਤਿਆ, ਤਾਂ ਵੀ ਧਰਮ ਨਹੀਂ ਚੱਲਿਆ। ਉਹ ਤੇ ਇਹ ਚਲਾ ਲੈਣਗੇ ਧਰਮ, ਰਾਜ ਲੈ ਕੇ। ਜਿਹੜਾ ਕੋ ਹੈਗਾ ਉਹ ਵੀ ਨਾਸ ਕਰ ਦੇਣਗੇ। ਕਰਤਾ ਨਾਸ ਦਾ ਨਾਸ ਕਰਨ ਨੂੰ ਪਹਿਲਾਂ ਥਾਈ ਕੀ ਹੈ ਹੀ ਨਹੀਂ ਸੀ। ਪਹਿਲੀ ਗੱਲ ਤਾਂ ਜੇਬ ਤਾਂ ਕੱਟੀ ਹੋਈ ਹੈ, ਜੇਬ ਤਾਂ ਖਾਲੀ ਸੀ। ਕੱਟਣਾ ਕੀ ਸੀ? ਜੇ ਕੱਟ ਵੀ ਲਈ ਕਿਸੇ ਨਾਲ ਬੇਵਕੂਫੀ ਨਾਲ ਤੇ ਬਟੂਆ ਤਾਂ ਖਾਲੀ ਸੀ। ਬਟੂਆ ਜ਼ਰੂਰ ਸੀ ਜੇਬ 'ਚ, ਪਰ ਖਾਲੀ ਹੋ ਸੀ ਬਿਲਕੁਲ। ਉਹ ਬਟੂਆ ਦਾ ਬਾਣਾ ਹੀ ਹੈ। ਬਟੂਆ ਦਾ ਬਾਣਾ ਹੀ ਹੈ ਬਾਹਰਲਾ, ਵਿੱਚ ਤਾਂ ਕੁਛ ਨਹੀਂ ਹੈ ਨਾ। ਕੈਸ਼ ਤਾਂ ਵਿੱਚ ਹੈ ਨਹੀਂ ਨਾ। ਨਾਮ ਤਾਂ ਹੈ ਨਹੀਂ ਵਿੱਚ। ਖਾਲੀ ਬਟੂਆ ਲੈ ਕੇ ਜੇਬ 'ਚ ਪਿਆ ਰਿਹਾ, ਨਾ ਪਿਆ ਰਿਹਾ, ਬਟੂਆ ਤੇ ਲੈਣਾ ਕੀ ਸੀ? ਹਾਂਜੀ। ਭਜੀ ਸਰਬ ਸੈਨੰ ਨਾ ਲੈਨੰ ਨਿਹਾਰਿਓ। ਭਜੀ ਸਰਬ ਸੈਨਿਕ ਜਿਹੜੇ ਨਾਲ ਦੇ ਸੀ ਨਾ ਅਨਾਦਤ ਦੇ, ਦੱਤ ਸਾਰੇ ਹੀ ਭੱਜ ਗਏ। ਸਾਰੇ ਹੀ ਭੱਜ ਗਏ। ਹੁਣ ਅਸੰਤ ਬੋਲਦਾ ਕੋਈ? ਸਾਰੇ ਇਹਨਾਂ ਦੇ ਨਾਲੇ ਨੇ। ਇਹ ਸੈਨਾ ਸਾਰੀ ਉਹ ਭੱਜ ਜਾਂਦੀ ਹੁੰਦੀ ਹੈ। ਉਹੀ ਕਹਾਣੀ ਹੈ। ਆਹੋ, ਜਾਂ ਸੱਚ ਬੋਲਣ ਲੱਗਿਆ ਤਾਂ ਜਦੋਂ ਮਛਿੰਦਰ ਨਾਥ ਨੇ ਖਰੀਆਂ ਸੁਣਾਈਆਂ। ਮਛਿੰਦਰ ਨਾਥ ਨੇ ਜਾਂ ਖਰੀਆਂ ਸੁਣਾਈਆਂ ਨਾ, ਰਾਜਾ ਚੁੱਪ ਕਰਕੇ ਬਹਿ ਗਿਆ, ਸੁਣਨ ਲੱਗ ਗਿਆ। ਫਿਰ ਉਹ ਬੋਲੇ। ਫਿਰ ਉਹਨਾਂ ਨੇ ਕਿਹਾ, ਫਿਰ ਉਹ ਬੋਲਣ ਲੱਗੇ। ਫਿਰ ਉਹ ਮਛਿੰਦਰ ਨਾਥ ਵੱਲ ਖੜੇ ਹੋ ਗਏ ਨਾ, ਉਹਦੀ ਹਾਂ ਛਾਂ ਮਿਲਾਉਣ ਲੱਗੇ। ਜਿਨਿਓ ਵੀਰ ਏਕੈ ਅਨੇਕੰ ਪਰਾਨੋ। ਜੇ ਹੁਣ ਉਹਦੀ ਗੱਲ ਨੂੰ ਮੰਨਦਾ ਉਹ, ਜੇ ਪਾਰਸਨਾਥ ਦੱਤ ਦੀ ਉਹ ਵਿਚਾਰਧਾਰਾ ਨੂੰ ਸਹੀ ਮੰਨ ਲੈਂਦਾ, ਜਿਹੜੀ ਉਹਨਾਂ ਨੇ ਸਹੀ ਸਾਬਤ ਕਰਤੀ ਮਛਿੰਦਰ ਨਾਥ ਨੇ, ਮਛਿੰਦਰ ਨਾਥ ਦੇ ਨਾਲ ਦੇ ਨੇ ਜਿਹੜੇ ਬੋਲੇ,
ਤਾਂ ਫਿਰ ਉਹਦੇ ਨਾਂ ਦਾ ਧਰਮ ਫਿਰ ਵੀ ਨਹੀਂ ਚੱਲਦਾ। ਜਿਹੜੀ ਗੱਲ ਕਰਨੀ ਚਾਹੁੰਦਾ, ਦੱਤ ਦਾ ਨਾਂ ਤਾਂ ਸਮਾਂ ਗੱਡ ਗਿਆ, ਹੋਰ ਮਜ਼ਬੂਤ ਹੋ ਗਿਆ, ਖਤਮ ਤਾਂ ਹੋਇਆ ਹੀ ਨਾ। ਗੁਰੂ ਘਰ ਨੇ ਧਰੂ ਪ੍ਰਹਲਾਦ ਦਾ ਨਾਂ ਜਿਉਂਦਾ ਰੱਖਿਆ ਨਾਲ। ਦਸਮ ਪਾਤਸ਼ਾਹ ਨੇ ਕਿਹਾ ਇੱਕੋ ਛਾੜ ਅਨੇਕ ਭਜਨ, ਸੁਖਦੇਵ ਪਰਾਸਰ ਬਿਆਸ ਝੂਠਾਨਿਓ। ਸੁਖਦੇਵ ਪਰਾਸਰ ਔਰ ਬਿਆਸ ਇਹੀ ਗੱਲ ਕਹਿੰਦੇ ਨੇ, ਉਹ ਝੂਠੇ ਨੇ ਫਿਰ ਕੀ? ਉਹਨਾਂ ਦੀ ਮਿਸਾਲ ਦਿੱਤੀ ਹੈ ਵੀ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜਿਹੜੀ ਅਸੀਂ ਕਹਿੰਦੇ। ਇਹ ਥੋੜ੍ਹੀ ਕਿਹਾ ਵੀ ਸਾਡੀ ਇਹ ਧਰਮ ਨਵਾਂ ਕੋਈ ਨਹੀਂ ਹੈ, ਇਹ ਚੱਲਦਾ ਆਇਆ ਪਿੱਛੋਂ, ਤੇ ਵੇਦਵਾਣੀ ਹੈ ਪਿੱਛੋਂ ਚੱਲਦਾ ਹੀ ਆਇਆ ਹੈ। ਹਾਂ ਕੁਝ ਦੇਰ ਗੁਪਤ ਹੋ ਜਾਂਦਾ, ਗੁਪਤ ਕਰ ਦਿੰਦੇ ਨੇ। ਰੇਲਵੇ ਲਾਈਨ ਕਦੇ ਰਾਜਸਥਾਨ 'ਚ ਪੂਰਾ ਜ਼ਿਆਦਾ ਤੇਜ਼ ਚੱਲ ਗਈ ਹਵਾ, ਰੇਤਾ ਆ ਗਿਆ, ਕੋਈ ਹੋਰ ਜਾਂ ਰੇਲ ਆਈ ਤਾਂ ਰੇਤਾ ਪਰੇ ਹਟਾਤਾ, ਰੇਲ ਲੰਘੀ। ਫਿਰ ਰੇਲ ਜ਼ਿਆਦਾ ਆਊਗੀ, ਯਾਤਰੀ ਹੋਣਗੇ, ਆਪੇ ਰੇਤਾ ਹਟਾ ਲੈਣਗੇ। ਜਿਨ੍ਹਾਂ ਦੇ ਕੋਲ ਰੇਲ ਨਹੀਂ ਆਉਂਦੀ ਉਹ ਰੇਤਾ ਪਿਆ ਦੱਬੀ ਰਹੇ। ਲੋੜ ਪੈਣ ਤੇ ਰੇਤਾ ਹਟ ਜਾਂਦਾ ਹੁੰਦਾ ਜਾਂ ਲੋੜ ਪੈਂਦੀ। ਹਾਂਜੀ, ਜਿਨਿਓ ਵੀਰ ਏਕਾ ਅਨੇਕੰ ਪਰਾਨੋ। ਬਸ ਜਿਹੜਾ ਆਗੂ ਸੀ ਉਹਨਾਂ ਦਾ ਉਹ ਜਿੱਤ ਲਿਆ। ਪਾਰਸਨਾਥ ਜਿੱਤ ਲਿਆ। ਪਾਰਸਨਾਥ ਦੇ ਬਾਕੀ ਦੇ ਜਿੱਤੇ ਹੋਏ ਸੀ ਸਾਰੇ ਹੀ। ਪਾਰਸਨਾਥ ਦੇ ਸਾਹਮਣੇ ਤਾਂ ਕੋਈ ਬੋਲਦਾ ਹੀ ਨਹੀਂ ਸੀ। ਪਾਰਸਨਾਥ ਦੇ ਜਦ ਜਿੱਤਿਆ ਗਿਆ, ਬਾਕੀ ਦੇ ਸਾਰੇ ਹਥਿਆਰ ਸਿੱਟੇ ਹੋਏ ਸੀ। ਬਾਕੀ ਦੇ ਪਾਰਸਨਾਥ ਮੂਹਰੇ ਹਥਿਆਰ ਸਿੱਟੇ ਹੋਏ ਸੀ। ਜਿਹੜਾ ਵੀਰ ਇੱਕ ਪਾਰਸਨਾਥ ਚੁੱਪ ਕਰਾਤਾ, ਅਨਾਦਤ ਪਾਰਸਨਾਥ ਸੀ ਨਾ। ਅਨੇਕੰ ਪਰਾਨੋ। ਬਾਕੀ ਸਾਰੇ ਭੱਜ ਗਏ ਮੈਦਾਨ ਛੱਡ ਕੇ। ਬਾਕੀ ਨੇ ਕੀ ਪੁਰਾਣੇ ਪਲਾਸੀ ਹਣੇ ਪਾਉਣ ਮਨ। ਐ ਸਮਝ ਲਓ ਵੀ ਜਿਵੇਂ ਢੱਕ ਪਲਾਹ ਦੇ ਪੱਤੇ ਹੁੰਦੇ ਨੇ ਨਾ, ਪੁਰਾਣੇ ਸੁੱਕੇ ਹੋਏ ਥੱਲੇ ਗਿਰੇ ਹੋਏ, ਹਵਾ ਆਉਂਦੀ ਹੈ ਤੇਜ਼ ਉਡਾ ਕੇ ਲੈ ਜਾਂਦੀਆਂ, ਉੱਡ ਗਏ ਸਾਰੇ। ਉਹ ਪੱਤੇ ਸੁੱਕੇ ਪੱਤੇ ਉੜੇ ਜਾਂਦੇ ਨੇ ਤੇਜ਼ ਹਵਾ ਦੇ ਬੁੱਲੇ ਨਾਲ। ਹਵਾ ਦਾ ਬੁੱਲਾ ਜਦ ਤੇਜ਼ ਆਉਂਦਾ, ਉਹ ਪੱਤੇ ਜਿਹੜੇ ਹੁੰਦੇ ਨੇ ਉਹ ਤਾਂ ਉੜੇ ਜਾਣੇ ਹੁੰਦੇ, ਪੱਤਿਆਂ ਵਾਂਗੂ ਉੱਡ ਗਏ ਉਹ। ਹਾਂ, ਰਣੰ ਰੋਸ ਕੇ ਲੋਭ ਬਾਜੀ ਮਟਕਿਓ। ਫਿਰ ਜਿਹੜਾ ਲੋਭ ਸੀ, ਲੋਭੀ ਸੀ ਜਿਹੜੇ ਕਹਿੰਦੇ ਨੇ ਬਈ ਜਿਹੜਾ ਗੁਰਦੁਆਰੇ ਤਾਂ ਜੀ ਜੇ ਗੋਲ ਕਰਨਾ ਹੋਵੇ ਗੁਰਦੁਆਰੇ ਚੱਲਣਾ ਹੀ ਨਹੀਂ, ਉਹ ਲੋਭੀ ਨੇ ਅਸਲ 'ਚ। ਜੇ ਗੋਲ ਕਰਨਾ ਹੋਵੇ ਤਾਂ ਉੱਥੇ ਤਾਂ ਚੱਲਣਾ ਹੀ, ਕੰਮ ਨਹੀਂ ਚੱਲਣਾ। ਉਹ ਫਿਰ ਆਏ ਸਾਹਮਣੇ, ਇਹੋ ਜਿਹੀ ਦਲੀਲ ਦਿੱਤੀ। ਲੋਭ ਦੀ ਦਲੀਲ ਰਹਿ ਗਈ ਉਹਨਾਂ ਕੋਲ ਵੀ ਲੰਗਰ ਵੀ ਚਾਹੀਦਾ ਉੱਥੇ, ਮਤਲਬ ਆਪਾਂ ਲਾਈਟਾਂ ਨੇ, ਇਹਨਾਂ ਦਾ ਬਿੱਲ ਵੀ ਦੇਣਾ। ਸਮਝਿਆ ਨਹੀਂ? ਬਿਲਡਿੰਗ ਆ, ਉਹਦੀ ਮੇਨਟੇਨੈਂਸ ਵੀ ਆ, ਖਰਚੇ ਤਾਂ ਹੁੰਦੇ ਹੀ ਨੇ। ਹਾਂ, ਭਜਿਓ ਵੀਰ ਬਾਛਿਓ ਅਰਿਓ ਸੋ ਝਟਕਿਓ। ਭਜਿਓ ਰਣੰ ਰੋਸ ਕੇ ਲੋਭ ਬਾਜੀ ਮਟਕਿਓ। ਹਾਂ, ਜਦ ਲੋਭ ਆਇਆ ਨੇ ਗੱਲ ਕੀਤੀ, ਲੋਭ ਦੀ ਗੱਲ ਚੱਲੀ, ਮਾਇਆ ਦੀ ਗੱਲ ਚੱਲੀ। ਮਾਇਆ ਬਿਨਾਂ ਸਰਦਾ ਨਹੀਂ ਨਾ। ਮਾਇਆ ਦਾ ਵਿਰੋਧ ਕਰਦੀ ਹੈ ਟੋਟਲੀ ਗੁਰਬਾਣੀ, ਟੋਟਲੀ ਵਿਰੋਧ ਕਰਦੀ ਹੈ ਮਾਇਆ ਦਾ, ਵੀ ਮਾਇਆ ਤੋਂ ਦੂਰ ਰਹੋ। ਉਹ ਕਹਿੰਦੇ ਮਾਇਆ ਬਿਨਾਂ ਸਰਦਾ ਨਹੀਂ, ਸਰੀਰ ਹੈ ਇਹਨੂੰ ਵੀ ਚਾਹੀਦੀ ਹੈ। ਇਹ ਤਾਂ ਦਲੀਲ ਦਿੱਤੀ ਹੋ ਜਾ ਸਕਦੀ ਹੈ, ਆਮ ਤੌਰ ਤੇ ਦਲੀਲ ਦਿੰਦੇ ਨੇ ਇਹਦੇ ਬਿਨਾਂ ਸਰਦਾ ਨਹੀਂ। ਭਜਿਓ ਵੀਰ ਬਾਚਿਓ ਅਰਿਓ ਸੋ ਝਟਕਿਓ। ਜਿਹੜਾ ਮਾੜਾ ਜਿਹਾ ਅੜਿਆ ਲੋਭ ਨੂੰ, ਉਹ ਮਾਰਿਆ ਝਟਕ। ਉਹ ਕਹਿੰਦਾ ਵੀ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਜੇ ਰੋਟੀ ਖਾਣੀ ਹੈ ਉਹਦੇ ਨਾਲ ਤਾਂ ਕੁਛ ਨਹੀਂ ਮੁੱਕਦਾ, ਉਹਦਾ ਲੋੜ ਹੈ। ਜਿਹੜਾ ਆਦਮੀ ਕਹਿੰਦਾ ਵੀ ਦੁਨੀਆ ਭਰ ਦਾ ਮੈਂ ਜਿਹੜਾ ਰਾਸ਼ਨ ਹੈ ਸਾਰਾ ਆਪਣੇ ਕਬਜ਼ੇ 'ਚ ਕਰ ਲਾਂ, ਫਿਰ ਮਹਿੰਗਾ ਵੇਚਾਂ, ਗੱਲ ਤਾਂ ਉੱਥੇ ਖਰਾਬ ਹੁੰਦੀ ਹੈ। ਆ ਕੀੜੇ ਨੇ ਬਾਹਰ, ਘਾਹ ਫੂਸ ਦੇ ਫੁੱਲ, ਇਹਨਾਂ ਨੂੰ ਵੀ ਦਾਣੇ ਪੈਦਾ ਹੁੰਦੇ ਨੇ। ਕਈ ਘਾਹ ਫੂਸ ਦੇ ਵਿੱਚ ਦਾਣੇ ਪੈਦਾ ਹੁੰਦੇ ਨੇ ਨਾ। ਸਾਰਿਆਂ ਦਾ ਗੁਜ਼ਾਰਾ ਹੋਈ ਜਾਂਦਾ, ਕਿਤੇ ਨਹੀਂ ਕੋਈ ਬਿਜ਼ਨਸ ਚੱਲਦਾ ਉਹਨਾਂ ਦਾ। ਜਿੱਥੇ ਕਿਸੇ ਨੂੰ ਮਿਲਦਾ ਹੈ ਆਪਣਾ ਲੈ ਆਈ ਜਾਂਦੇ ਨੇ। ਕੋਈ ਉਹ ਸਟਾਕ ਨਹੀਂ ਕਰਦਾ, ਆਪਣੇ ਜੋਗਾ ਕਰਦਾ ਜਿਹਨੇ ਕਰਨਾ। ਜੇ ਹੁਣ ਕਰਦੇ ਵੀ ਨੇ, ਇੰਨਾ ਕੁ ਸਟਾਕ ਕਰਦੇ ਨੇ ਜਿੰਨਾ ਕੁ ਉਸ ਵੇਲੇ ਜਦੋਂ ਬਾਹਰ ਨਹੀਂ ਨਿਕਲ ਸਕਦੇ, ਫਿਰ ਉਹਨਾਂ ਨੂੰ ਚਾਹੀਦਾ। ਬਿਜ਼ਨਸ ਤਾਂ ਨਹੀਂ ਕਰਦੇ ਵੀ ਅਸੀਂ ਰੱਖ ਕੇ ਦੂਏ ਨੂੰ ਵੇਚਣਾ। ਸਿੱਕਾ ਹੀ ਨਹੀਂ, ਹੋਰ ਕੋਈ ਆਦਮੀ ਦੇ ਬਿਨਾਂ ਕੋਈ ਸਿੱਕਾ ਹੀ ਨਹੀਂ ਬਣਿਆ ਕਿਸੇ ਦਾ। ਉਹ ਤਾਂ ਜੇ ਸਿੱਕਾ ਬਣੂਗਾ ਤਾਂ ਹੀ ਉਹ ਬਦਲਣਗੇ ਕੀ। ਹਾਂਜੀ,
ਫਿਰਿਓ ਦੇਖ ਬੀਰੰਗ ਅਨਾਲੋਭ ਧਾਇਓ। ਉਹ ਜਦ ਦੇਖਿਆ ਨਾ ਲੋਭ ਬੋਲਿਆ, ਅਨਾਲੋਭ ਫਿਰ ਆਇਆ। ਲੋਭ ਜਿਹੜਾ ਹੈਗਾ, ਲੋਭ ਦਾ ਵਿਰੋਧ ਅਨਾਲੋਭ ਕਰਦਾ, ਜਿੱਥੇ ਲੋਭ ਹੈ ਨਹੀਂ। ਅਨਾਲੋਭ ਨੇ ਉਹਦੇ ਤੇ ਹਮਲਾ ਕੀਤਾ। ਛੁਟੇ ਬਾਣ ਐਸੇ ਸਭੇ ਵਿਉਮ ਛਾਇਓ। ਬਈ ਸੱਚ ਜਿਹੜਾ ਹੈਗਾ ਮਾਇਆ ਝੂਠ ਹੈ। ਅਨਾਲੋਭ ਨੇ ਕਹਾ ਮਾਇਆ ਝੂਠੀ ਹੈ, ਸੱਚੀ ਉਹ ਕਹਿੰਦਾ ਝੂਠੀ ਹੈ। ਝੂਠੀ ਤਾਂ ਕਹਿਣਾ ਹੀ ਪਊ। ਸੱਚ ਦੋ ਨਹੀਂ ਹੋ ਸਕਦੇ, ਸੱਚ ਇੱਕ ਹੋਊਗਾ। ਦੋ ਚੀਜ਼ਾਂ ਨੇ ਇੱਥੇ, ਸੱਚ ਔਰ ਝੂਠ। ਸੰਸਾਰ ਚੱਲਦਾ ਸੱਚ ਔਰ ਝੂਠ ਦੇ ਆਸਰੇ। ਝੂਠੀ ਮਾਇਆ ਹੈ, ਇਹ ਤਾਂ ਪਹਿਲਾਂ ਤੇ ਮੰਨਦੇ ਨੇ ਝੂਠੀ ਮਾਇਆ ਸਾਰੇ। ਸਰੀਰ ਮਾਇਆ ਦਾ ਝੂਠਾ, ਇਹਨੇ ਮਤਲਬ ਹਮੇਸ਼ਾ ਨਹੀਂ ਰਹਿਣਾ। ਆਤਮਾ ਸੱਚ ਹੈ, ਸਤ ਸਰੂਪ ਹੈ। ਬਈ ਸਰੀਰ ਸੱਚ ਦੇ ਆਸਰੇ ਖੜਾ ਹੈ ਕਿ ਸੱਚ ਸਰੀਰ ਦੇ ਆਸਰੇ ਖੜਾ ਹੈ? ਚਾਹੇ ਜਵਾਨ ਹੋਵੇ, ਕਿੰਨਾ ਹੀ ਤਕੜਾ ਹੋਵੇ, ਜੇ ਆਤਮਾ ਨਿਕਲੇ ਦਾੜ ਡੇ ਪੈਂਦਾ ਉੱਥੇ ਹੀ। ਸਰੀਰ ਤਾਂ ਉਹਦਾ ਮਜ਼ਬੂਤ ਹੈ। ਸਰੀਰ ਕਾਹਤੇ ਨਹੀਂ ਖੜਾ? ਸੱਚ ਦੇ ਆਸਰੇ ਸਰੀਰ ਖੜਾ ਸੀ। ਸੱਚ ਨਿਕਲ ਗਿਆ, ਉਹ ਹੋਰ ਸਰੀਰ ਖੜਾ ਕਰ ਲੂਗਾ ਸੱਚ ਜਿੱਥੇ ਜਾਊਗਾ। ਆਤਮਾ ਨੇ ਤਾਂ ਹੋਰ ਸਰੀਰ ਖੜਾ ਕਰ ਲੈਣਾ ਮਾਇਆ ਦਾ। ਇਹ ਕਰਕੇ ਦਿਖਾਵੇ ਕੀ ਕਰੂਗਾ। ਜਿਹੜਾ ਝੂਠ ਹੈ, ਝੂਠ ਹਮੇਸ਼ਾ ਸੱਚ ਦੇ ਆਸਰੇ ਖੜਦਾ। ਸੱਚ ਨੂੰ ਝੂਠ ਦਾ ਆਸਰੇ ਦੀ ਨਹੀਂ ਲੋੜ ਹੈ, ਗਲਤੀ ਹੈ ਸਾਡੀ। ਜੇ ਝੂਠ ਨੂੰ ਸੱਚ ਨੂੰ ਝੂਠ ਦੀ ਲੋੜ ਨਹੀਂ, ਫਿਰ ਮਾਇਆ ਦੀ ਲੋੜ ਕਿਵੇਂ? ਸੱਚ ਦੇ ਪ੍ਰਚਾਰ ਨੂੰ ਆ ਇੱਥੇ ਲਿਆ ਕੇ ਮਾਰਿਆ ਉਹਨੇ ਅਨਾਲੋਭ ਨੇ। ਸਭੇ ਵਿਉਮ ਛਾਇਓ। ਹਾਂ ਬਈ ਪ੍ਰਚਾਰ ਕਰਨਾ ਸੱਚ ਦਾ, ਝੂਠ ਦੇ ਆਸਰੇ ਨਾਲ ਸੱਚ ਦਾ ਪ੍ਰਚਾਰ ਕਿਵੇਂ ਹੋ ਜਾਊਗਾ? ਝੂਠ ਦਾ ਹੀ ਪ੍ਰਚਾਰ ਹੋਊਗਾ ਆਸਰੇ ਝੂਠ ਦੇ। ਝੂਠ ਦੇ ਆਸਰੇ ਝੂਠ ਦਾ ਪ੍ਰਚਾਰ ਹੋਊਗਾ। ਜਿੱਦਣ ਦੀ ਗੋਲ ਕਾਇਆ ਝੂਠ ਦਾ ਪ੍ਰਚਾਰ ਹੁੰਦਾ। ਸੱਚ ਦਾ ਹੋ ਹੀ ਨਹੀਂ ਸਕਦਾ ਪ੍ਰਚਾਰ। ਗੁਰੂ ਨਾਨਕ ਕੋ ਕਿਹੜੀ ਗੋਲਕ ਸੀ ਦੱਸਣ? ਭਗਤ ਕਬੀਰ ਨੇ ਕਿਹੜੀ ਗੋਲਕ ਰੱਖੀ ਹੋਈ ਸੀ ਇਹ ਦੱਸਣ? ਰਵਿਦਾਸ ਦੇ ਘਰ ਕਿਹੜੀ ਗੋਲਕ ਰੱਖੀ ਦੱਸਣ? ਕਿਹੜਾ ਭਗਤ ਹੈ ਜਿਹਦੀ ਗੋਲਕ ਰੱਖੀ ਸੀ? ਕਿਸੇ ਨੇ ਗੋਲਕ ਨਹੀਂ ਰੱਖੀ। ਗੁਰੂ ਘਰ 'ਚ ਵੀ ਨਹੀਂ ਸੀ ਗੋਲਕ ਹੁੰਦੀ। ਇਹ ਤਾਂ ਇਹਨਾਂ ਨੇ ਜਦੋਂ ਦੇ ਬਣੇ ਨੇ, ਇਹਨਾਂ ਦੀ ਘਾੜ ਹੈ ਗੋਲਕ। ਗੋਲਕ ਤਾਂ ਆਪਣੇ ਦੇਖਦੇ ਨਹੀਂ ਸੀ ਹੁੰਦੀ, ਗੁਰਦੁਆਰਿਆਂ 'ਚ ਸਾਡੇ ਦੇਖਦੇ ਨਹੀਂ ਸੀ ਹੁੰਦੀ। ਕੋਈ ਪੈਸਾ ਚੜਾ ਜੇ, ਕੋਈ ਛੇੜਦਾ ਹੀ ਨਹੀਂ ਸੀ ਪੈਸਾ। ਪਿੰਡ ਦਾ ਪਿਆਰ ਹੈ, ਪਿਆ ਹੱਥ ਨਹੀਂ ਸੀ ਲਾਉਂਦੇ। ਮੱਥਾ ਟੇਕਣ ਲੱਗਾ ਵੀ ਮੇਰਾ ਰੁਪਈਏ ਨੂੰ ਹੱਥ ਨਾ ਲੱਗ ਜਾਵੇ ਜਿਹੜਾ ਗੁਰੂ ਦਾ ਚੜਿਆ ਹੈ। ਇੰਨੇ ਡਰਦੇ ਸੀ ਰੁਪਈਏ ਤੋਂ, ਮਾਇਆ ਨੂੰ ਨੱਗ ਨਹੀਂ ਸਮਝਦੇ ਸੀ ਬਈ ਰੁਪਈਏ ਨੂੰ ਮੱਥਾ ਟੇਕਣ ਲੱਗਿਆ ਹੱਥ ਵੀ ਨਾ ਲੱਗ ਜਾਵੇ। ਇਹਨੇ ਲੋਕ ਡਰਦੇ ਸੀ। ਆ 50 ਸਾਲ ਪਹਿਲਾਂ, 60 ਸਾਲ ਪਹਿਲਾਂ ਦੀ ਗੱਲ ਹੈ ਕੁੱਲ। ਆ ਤਾਂ 40 ਸਾਲ ਤਾਂ ਹੀ ਹੋਇਆ ਹੈ, ਹਟ ਗਏ ਬਿਲਕੁਲ। ਅੱਜ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕੀਤਾ 1700 ਫਤਿਹ ਸਿੰਘ ਨੂੰ ਕਹਿੰਦਾ ਗੋਲਕ ਚੋਰ। ਫਤਿਹ ਸਿੰਘ 1700 ਨੂੰ ਕਹਿੰਦਾ ਗੋਲਕ ਚੋਰ। ਆਪੇ ਕਹਿੰਦੇ ਤੇ ਇੱਕ ਦੂਏ ਨੂੰ, ਹੁਣ ਵੀ ਇੱਕ ਦੂਏ ਨੂੰ ਕਹਿੰਦੇ ਗੋਲਕ ਚੋਰ ਨੇ। ਇਹਨਾਂ ਨੂੰ ਪਤਾ ਹੋਊ ਗੋਲਕ ਚੋਰੀ ਕਰਦੇ ਨੇ ਕਿ ਨਹੀਂ ਕਰਦੇ। ਇਹ ਨੇੜੇ ਵਾਲੇ ਨੂੰ ਪਤਾ ਹੁੰਦਾ, ਵਿੱਚ ਜਿਹੜੇ ਰਹਿੰਦੇ ਨੇ ਵੀ ਗੋਲਕ ਚੋਰ ਨੇ ਕਿ ਨਹੀਂ ਚੋਰ। ਅਨਾਲੋਭ ਨੇ ਕਿਹਾ ਵੀ ਸੱਚ ਦੇ ਆਸਰੇ ਸ੍ਰਿਸ਼ਟੀ ਖੜੀ ਹੈ। ਝੂਠ ਹਮੇਸ਼ਾ ਸੱਚ ਦੇ ਆਸਰੇ ਖੜਦਾ। ਦਰਖਤ ਖੜੇ ਨੇ ਜੇ ਵਿੱਚ ਆਤਮਾ ਤਾਂ ਖੜੇ ਨੇ। ਜਿਹਦੇ ਨਾਲ ਆਤਮਾ ਨਿਕਲ ਗਈ ਸੁੱਕ ਕੇ ਢਹਿ ਹੋ ਜਾਣਾ, ਸਭ ਖਤਮ ਹੋ ਜਾਣਾ। ਸੱਚ ਤਾਂ ਹਮੇਸ਼ਾ ਰਹਿੰਦਾ। ਸੱਚ ਹਮੇਸ਼ਾ ਰਹਿੰਦਾ ਹੈ। ਜਿਹੜੀ ਚੀਜ਼ ਹਮੇਸ਼ਾ ਰਹਿੰਦੀ ਉਹ ਕਿਹਦੇ ਆਸਰੇ ਰਹਿੰਦੀ ਹੈ? ਸੱਚ ਆਪਣੇ ਆਸਰੇ ਆਪ ਰਹਿੰਦਾ। ਸੱਚ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ। ਇਹ ਲੋਭੀ ਨੇ ਜਿਹੜੇ ਗੋਲਕ ਦੀ ਗੱਲ ਕਰਦੇ ਨੇ। ਪੈਸਾ ਚਾਹੀਦਾ ਇਹਨਾਂ ਨੂੰ, ਸੱਚ ਨੂੰ ਨਹੀਂ ਚਾਹੀਦਾ, ਗੁਰੂ ਨੂੰ ਨਹੀਂ ਚਾਹੀਦਾ। ਨਾ ਸੱਚ ਦੇ ਪ੍ਰਚਾਰ ਨੂੰ ਚਾਹੀਦਾ, ਨਾ ਸੱਚ ਨੂੰ ਚਾਹੀਦਾ ਪੈਸਾ। ਇਹਨਾਂ ਨੂੰ ਚਾਹੀਦਾ। ਇਹਨਾਂ ਨੇ ਕਾਰਾਂ, ਇਹਨਾਂ ਨੇ ਬਿਲਡਿੰਗਾਂ, ਇਹਨਾਂ ਨੇ ਬਣਾਉਣੇ, ਇਹਨਾਂ ਨੇ ਆਪਣੇ ਜਾਇਦਾਦਾਂ ਬਣਾਉਣੀਆਂ ਨੇ। ਇਹਨਾਂ ਨੂੰ ਚਾਹੀਦਾ। ਸੱਚ ਨੂੰ ਕੀ ਲੋੜ ਹੈ? ਗੁਰੂ ਨੇ ਕੜਾ ਪ੍ਰਸ਼ਾਦ ਗੁਰੂ ਨਹੀਂ ਸਕਦਾ। ਰਮਾਲੇ ਤੁਸੀਂ ਦਿਓ ਨਾ ਦਿਓ, ਉਹਨੂੰ ਠੰਡ ਨਹੀਂ ਲੱਗਦੀ, ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ। ਗੁਰੂ ਗ੍ਰੰਥ ਨੂੰ ਵੀ ਨਹੀਂ ਲੱਗਦੀ। ਪਖੰਡ ਕੀਤਾ ਹੋਇਆ ਉਹਦਾ ਨਾਂ ਕਰਕੇ।
ਸਾਨੂੰ ਲੋੜ ਹੈ, ਗਰਮੀ ਸਾਨੂੰ ਲੱਗਦੀ ਹੈ, ਅਸੀਂ ਬਿਲਡਿੰਗ ਆਪਣੇ ਵਾਸਤੇ ਬਣਾਈ ਹੈ, ਉੱਤੇ ਧੁੱਪੇ ਨਾ ਹੋਵੇ ਜਾਂ ਮੀਂਹ ਪਵੇ ਤੇ ਗੁਰੂ ਨੂੰ ਤਾਂ ਲੋੜ ਨਹੀਂ ਇਹਨਾਂ ਗੱਲਾਂ ਦੀ। ਸੱਚ ਕਿਸੇ ਚੀਜ਼ ਦੀ ਲੋੜ ਨਹੀਂ, ਸਿਰਫ ਸਾਨੂੰ ਲੋੜ ਹੈ। ਆਪਣੀ ਲੋੜ ਨੂੰ ਗੁਰੂ ਮੂਹਰੇ ਕਰਤਾ, ਲੋੜ ਆਪਣੀ ਆ, ਗੁਰੂ ਮੂਹਰੇ ਕਰਤਾ। ਗੁਰੂ ਨੂੰ ਮੰਗਤਾ ਬਣਾ ਕੇ ਫੇਰਦੇ ਨੇ, ਕਹਿੰਦੇ ਜੀ ਨਗਰ ਕੀਰਤਨ ਨਾ ਹੋਰੇ ਰੱਖਦਾ। ਪਖੰਡ ਹੈ ਨਾ, ਪੈਸੇ ਇਕੱਠੇ ਕਰਨਾ। ਹਜ਼ੂਰ ਸਾਹਿਬ ਵਾਲਿਆਂ ਨੇ 300 ਸਾਲਾਂ ਦੇ ਮਾਰ ਕਰੋੜਾਂ ਰੁਪਏ ਇਕੱਠੇ ਕਰ ਲਏ, ਕਾਹਦੇ ਵਾਸਤੇ ਕੀਤੇ? ਆਪਣੇ ਵਾਸਤੇ ਕੀਤੇ ਨਾ। ਜਦੋਂ ਖਰਚ ਕਰਨਗੇ ਗੁਰੂ ਮੁੱਖ ਵਾਕ ਲੈ ਕੇ ਕਰਨਗੇ, ਕਿੱਥੇ ਖਰਚ ਕਰਨੇ ਨੇ? ਖਰਚ ਕਰਨ ਦਾ ਇੱਥੇ ਦਾ ਪ੍ਰਾਵਧਾਨ ਨਹੀਂ ਬਾਣੀ। ਜਦੋਂ ਗੁਰਬਾਣੀ ਤਾਂ ਕਹਿੰਦੀ ਹੈ ਕਬੀਰ ਮਾਇਆ ਨਾਗਣੀ, ਇਹਦਾ ਨਾਗਣੀ ਹੈ, ਫਿਰ ਇਹਦਾ ਡੰਗ ਮਾਰੂਗੀ। ਜੋ ਇਸकी सेवा करे तिसी को फिर खाए, तो खा जाती है, और खा भी गई सारिਆਂ ਨੂੰ, बचा कोई भी नहीं होया। खाँदी की होंदी है? शरीर नहीं खाँदी। शरीर तो माया का, माया ਨੂੰ माया नहीं खाँदी होंदी। माया ਨੂੰ माया किवें खा जूगी? माया खाँदी अकल ਨੂੰ, बुद्धि खा जाती है, बुद्धि नष्ट कर देती है। नष्ट करती बुद्धि, बुद्धि नहीं किसी रही है। बुद्धिहीन हो गए सब, बुद्धिहीन हो के उल्टे राह पैंदा। गुरु ਨੂੰ कौन छड्डदा? लड़ कौन छड्डू गुरु ਦਾ? माया ने छड़ाया सी लड़, जे लड़ जाना लड़ छिजणा, पीड़ी पाई गंढ। ਇਹ ਤਾਂ माया ਦੇ ਸਰੀਰ ਨੇ ਛੜਾਤਾ ਸੀ ਲੜ। ਤਾਂ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲਾਤਾ ਸੀ ਮਾਇਆ ਅਮਰ ਵਰਤਾਇਆ। ਇਹਨੇ ਛੜਾਇਆ ਸੀ ਲੜ। ਇਹ ਜੱਫੇ ਪਾਉਂਦੇ ਨੇ ਮਾਇਆ ਨੂੰ। ਮੱਤ ਮਾਰੀ ਹੋਈ ਆ, ਹੋਰ ਕੀ ਹੋਇਆ? ਮੱਤ ਮਾਰੀ ਹੋਈ ਹੈ। ਦਸੰਗ ਬਾਣ ਲੈ ਵੀਰ ਧੀਰੰ ਪ੍ਰਹਾਰੇ। ਦਸੰਗ ਬਾਣ ਲੈ, 10 ਬਾਣ ਹੋਰ ਲੈ ਲੈ 10 ਦਿਸ਼ਾਵਾਂ 'ਚ। ਜਿਹੜੇ ਜਿੰਨੀਆਂ ਮੱਤਾਂ ਵਾਲੇ ਸੀ ਨਾ, ਹੋਰ ਧੀਰਜ ਵਾਲੇ, ਹੋਰ ਵੀ ਤਾਂ ਲੋਕਾਂ ਦੀਆਂ ਮੱਤਾਂ ਸੀਆਂ। ਅਨੇਕਾਂ ਮੱਤਾਂ ਹਮੇਸ਼ਾ ਹੀ ਹੁੰਦੀਆਂ ਨੇ। ਆਪ ਆਪਣੀ ਬੁੱਧ ਹੈ ਜੇਤੀ, ਵੰਡ ਭਿੰਨ ਭਿੰਨ ਆਪਣੀ ਆਪਣੀ ਮੱਤ ਆਪਣੀ ਆਪਣੀ ਬੁੱਧ ਅਨੁਸਾਰ ਹੁੰਦੀ ਹੈ। ਸਾਰਿਆਂ ਦਾ ਧੀਰਜ ਛੇਕਤਾ, ਸਾਰਿਆਂ ਦਾ ਧੀਰਜ ਕੱਟਤਾ। ਆ ਕੱਟਿਆ ਗਿਆ, ਇਹਦੇ ਨਾਲੇ ਕੱਟਿਆ ਗਿਆ ਵੀ ਸੱਚ ਨੂੰ ਕਿਸੇ ਝੂਠ ਦੇ ਆਸਰੇ ਦੀ ਲੋੜ ਨਹੀਂ। ਬਾਕੀ ਸਾਰੀਆਂ ਮੱਤਾਂ ਹੀ ਝੂਠੀਆਂ। ਮਨ ਨੂੰ ਕਿਸੇ ਆਸਰੇ ਦੀ ਲੋੜ ਹੈ, ਮਨ ਨਹੀਂ ਟਿਕਦਾ, ਕਿਉਂ? ਮਨ ਝੂਠਾ ਹੈ, ਝੂਠ ਟਿਕ ਨਹੀਂ ਸਕਦਾ। ਮਨ ਝੂਠਾ ਨਾ, ਮਨ ਹੀ ਨਹੀਂ ਟਿਕਦਾ। ਪਹਿਲਾਂ ਜਿੰਨਾ ਅਜਰ ਝੂਠਾ ਨਹੀਂ ਟਿਕਦਾ, ਜਿੰਨਾ ਸਚਿਆਰਾ ਹੋ ਗਿਆ ਆਪੇ ਟਿਕ ਜੂ। ਇਹ ਝੂਠ ਹੀ ਨਹੀਂ ਟਿਕਣ ਦਿੰਦਾ, ਝੂਠੀ ਮਾਇਆ ਹੀ ਨਹੀਂ ਟਿਕਣ ਦਿੰਦੀ ਮਨ ਨੂੰ। ਤੇ ਮਨ ਤਾਂ ਟਿਕਾਉਣਾ ਗੁਰਮਤਿ ਨੇ। ਮਾਇਆ ਨਾਲ ਜੁੜ ਕੇ ਮਨ ਟਿਕ ਕਿਵੇਂ ਜਾਊਗਾ? ਗੋਲਕ ਕਿਵੇਂ ਟਿਕਣ ਦੇ ਦੂ ਤੁਹਾਡਾ ਮਨ? ਗੋਲਕ ਦੇ ਆਸਰੇ ਮਨ ਟਿਕ ਜੂਗਾ, ਕਿਵੇਂ ਟਿਕ ਜੂਗਾ? ਸਮਝ ਨਹੀਂ ਆਈ। ਉਹ ਆ ਸਰੀਰ ਨੇ ਮਨ ਤਾਂ ਹਲਾਤਾ ਸੀ, ਗੋਲਕ ਤਾਂ ਹੋਰ ਸਿਆਪਾ ਕਰ ਲਿਆ ਤੁਸੀਂ। ਸਰੀਰ ਹੈ ਨਹੀਂ, ਜੋਗੀ ਘਰ-ਬਾਰ ਛੱਡ ਕੇ ਚਲਿਆ ਜਾਂਦਾ ਹੈ, ਸਭ ਕੁਝ ਛੱਡ ਕੇ ਜੰਗਲ ਚਲੇ ਜਾਂਦਾ, ਮਨ ਫੇਰ ਨਹੀਂ ਟਿਕਦਾ, ਕਿਉਂ? ਸਰੀਰ ਨਾਲ ਹੈ ਨਾ। ਇਹ ਨਹੀਂ ਟਿਕਣ ਦਿੰਦਾ ਮਨ ਨੂੰ। ਤਾਂ ਇਹ ਤੋਂ ਗਾਹਾਂ ਹੋਰ ਵਧੰਤਰ ਕਰੋਗੇ ਫਿਰ ਟਿਕ ਲਿਆ ਮਨ। ਕੱਲਾ ਸਰੀਰ ਮਾਇਆ ਦਾ ਇਹ ਨਹੀਂ ਟਿਕਣ ਦਿੰਦਾ ਮਨ ਨੂੰ। ਬਾਹਰ ਛੱਡ ਕੇ ਚਲੇ ਗਏ, ਸਰੀਰ ਘਰ-ਬਾਰ ਛੱਡ ਕੇ ਕੁਛ ਨਹੀਂ ਕੋਲ ਰੱਖਿਆ, ਪੱਤਿਆਂ ਤੇ ਹੀ ਖਾਂਦੇ ਰਹੇ, ਪੱਤਿਆਂ ਤੇ। ਭਾਂਡਾ ਵੀ ਨਹੀਂ ਰੱਖਿਆ। ਸ਼ਿਵ ਜੀ ਹੈ ਕੋਲ, ਬਸਤਰ ਵੀ ਨਹੀਂ ਕੋਈ ਹੈ, ਖੱਲੇ ਪਾਈ ਹੋਈ ਹੈ, ਤਾਂ ਨਹੀਂ ਮਨ ਟਿਕਿਆ। ਉਹ ਤਾਂ ਗੋਲਕ, ਉਹਨੇ ਤਾਂ ਸਭ ਕੁਝ ਛੱਡਿਆ ਹੋਇਆ, ਉਹਦਾ ਨਹੀਂ ਟਿਕਿਆ ਮਨ। ਤਾਂ ਸ਼ਿਵ ਪੁਰਾਣ ਦੀ ਕਥਾ ਹੈ, ਸ਼ਿਵ ਪੁਰਾਣ ਦੀ ਕਥਾ। ਕੋਈ ਸ਼ਿਵ ਜੀ ਦਾ ਭਗਤ ਹੈ, ਸ਼ਿਵ ਜੀ ਉਹ ਤਾਂ ਖੁਸ਼ ਹੋ ਜਾਂਦਾ, ਪ੍ਰਗਟ ਹੁੰਦਾ, ਦਰਸ਼ਨ ਦਿੰਦਾ। ਉਹਨੂੰ ਕਹਿੰਦਾ ਮੰਗ ਜੋ ਕੋ ਮੰਗਣਾ। ਉਹ ਕਹਿੰਦਾ ਜੀ ਮੈਨੂੰ ਮੁਕਤੀ ਚਾਹੀਦੀ ਹੈ। ਉਹ ਕਹਿੰਦਾ ਕੁਛ ਹੋਰ ਮੰਗ ਲੈ। ਉਹ ਕਹਿੰਦਾ ਹੋਰ ਮੈਨੂੰ ਚਾਹੀਦਾ ਕੁਛ ਨਹੀਂ, ਮੁਕਤੀ ਚਾਹੀਦੀ ਹੈ। 2-4 ਵਾਰ ਸ਼ਿਵ ਜੀ ਨੇ ਕਿਹਾ ਵੀ ਭਾਈ ਤੂੰ ਹੋਰ ਕੁਛ ਮੰਗ ਲੈ, ਕੋਈ ਸੰਸਾਰੀ ਸੁੱਖ ਮੰਗ ਲੈ। ਆਖਰ ਸ਼ਿਵ ਜੀ ਨੇ ਕਿਹਾ ਤਾਂ ਭਾਈ ਮੁਕਤੀ ਤਾਂ ਮੈਂ ਟੋਲਦਾ ਫਿਰਦਾ। ਆ ਸੰਸਾਰੀ ਜਿਹੜੇ ਸੁੱਖ ਨੇ ਨਾ, ਜਿਹੜੀਆਂ ਏਸੀ ਸਰਾਵਾਂ ਬਣਾਉਂਦੇ ਨੇ, ਇਹ ਪੱਖੇ ਲਾਉਂਦੇ ਨੇ, ਏਸੀ ਲਾਉਂਦੇ ਨੇ,
ਇਹ ਤਾਂ ਸ਼ਿਵਜੀ ਡਰਿਆ ਹੈ। ਜਿਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ, ਦੋ ਡਰੇ ਨੇ ਸੁਖ ਤੇ, ਇੱਕ ਸ਼ਿਵਜੀ ਡਰਿਆ, ਇੱਕ ਬ੍ਰਹਮ ਗਿਆਨੀ ਡਰਿਆ, ਗੁਰਸਿੱਖ ਡਰਿਆ, ਦੋਏ ਨਹੀਂ ਡਰੇ। ਨਾ ਇਹ ਗੁਰਸਿੱਖ ਰਹੇ, ਨਾ ਸ਼ਿਵਜੀ ਦੇ ਚੇਲੇ ਵੀ ਨਹੀਂ ਰਹੇ। ਤਾਂ ਇਹ ਤਾਂ ਖੋਟੇ ਦੱਤ ਵੀ ਨਹੀਂ ਹੈਗੇ, ਖਰੇ ਦੱਤ ਨੇ ਤਾਂ ਛੱਡੋ ਤੁਸੀਂ। ਜਿਹੜੇ ਦੱਤ ਦੇ ਲੀਹੋਂ ਲਹੇ ਹੋਏ ਤੇ ਉਹ ਵੀ ਨਹੀਂ ਰਹੇ, ਤਾਂ ਸ਼ਿਵਜੀ ਦੇ ਚੇਲੇ ਵੀ ਨਹੀਂ ਰਹੇ। ਸ਼ਿਵਜੀ ਤਾਂ ਤਿਆਗੀ ਹੈ, ਉਹੋ ਜਿਹਾ ਹੀ ਬਣ ਜਾਓ। ਉਹਨਾਂ ਨੂੰ ਉਪਦੇਸ਼ ਕੀਤਾ ਸੀ ਗੁਰੂ ਨਾਨਕ ਨੇ, ਸ਼ਿਵਜੀ ਦੇ ਚੇਲਿਆਂ ਨੂੰ। ਦੂਆਂ ਨੂੰ ਉਪਦੇਸ਼ ਕਰਨ ਦੀ ਲੋੜ ਨਹੀਂ ਸੀ। ਵਿਗੜੇ ਹੋਏ ਦੁੱਧ ਨੂੰ ਨਹੀਂ ਸਮਾਰੀਦਾ ਹੁੰਦਾ। ਵੇਦ ਸਾਡੇ ਕੋਲ ਨੇ, ਰੋਜ਼ ਪੜ੍ਹਦੇ ਹਾਂ, ਅਸੀਂ ਨਹੀਂ ਮੰਨਣੇ, ਸਮਝ ਕੇ ਵੀ ਨਹੀਂ ਮੰਨਣੇ। ਉਹਨੂੰ ਕੌਣ ਬਣਾ ਦੂ ਬਈ, ਜਿਹਨੇ ਸਮਝ ਕੇ ਵੀ ਨਹੀਂ ਮੰਨਣਾ? ਉਹਨੂੰ ਕੌਣ? ਵਿਗੜਿਆ ਹੋਇਆ ਦੁੱਧ ਹੁੰਦਾ ਉਹ। ਵਿਗੜੇ ਹੋਏ ਦੁੱਧ ਦਾ ਨਹੀਂ ਕੁਛ ਬਣਦਾ ਹੁੰਦਾ। ਵਿਗੜੇ ਹੋਏ ਦੁੱਧ ਨਾਲ ਮੱਥਾ ਨਹੀਂ ਮਾਰਿਆ। ਗੁਰੂ ਨਾਨਕ ਨੇ ਸਿੱਧਾ ਨੂੰ ਕਿਹਾ ਵੀ ਤੁਸੀਂ ਤਿਆਗੀ ਹੋ, ਤੁਸੀਂ ਕੁਛ ਬਣ ਸਕਦੇ ਹੋ ਜੇ ਬਣ ਜਾਓ। ਪਹਿਲਾਂ ਸਿੱਧੇ ਬਣ ਜਾਣ, ਉਹਨੇ ਹੀ ਬਣ ਜਾਣ, ਤਿਆਗ ਤਾਂ ਕਰਨ। ਉਹ ਤੁਸੀਂ ਮਾਇਆ ਦੀ ਗੱਲ ਕਰਦੇ ਹੋ, ਫਿਰ ਉਦੋਂ ਰਾਜ ਦੀ ਗੱਲ ਕਰਦੇ ਹੋ। ਵਿਸ਼ਨੂੰ ਤਾਂ ਸ਼ਿਵ ਜੀ ਦਾ ਵੀ ਵਿਰੋਧੀ ਹੈ, ਉਹ ਤਾਂ ਰਾਜਾ, ਰਾਜ ਨੂੰ ਪੈਂਦੇ ਨੇ। ਹਾਂਜੀ, ਸਰੰਗ 60 ਰਾਜ ਦੇਖੋ, ਰਾਜੰ ਤਮਾਣੰ, ਜੇ ਰਾਜ ਹੈ ਤਾਂ ਮਾਣ ਜ਼ਰੂਰ ਹੋਊਗਾ। ਮਾਣੰਗ ਤਾਂ ਅਵਮਾਨੰਗ, ਅਵਮਾਨਕ ਤੇ ਖੀਨੰਗ, ਆ ਹੈ ਪੌੜੀ। ਜੇ ਰਾਜ ਹੈ ਤਾਂ ਮਾਣ ਹੈ, ਮਾਣ ਹੈ ਤਾਂ ਅਵਮਾਨ ਹੈ, ਅਵਮਾਨ ਹੈ ਤਾਂ ਨਾਸ ਹੈ। ਬਸ ਨਾਸ ਹੋ ਗਿਆ, ਸਿੱਖੀ ਦਾ ਨਾਸ ਨਹੀਂ ਹੋਇਆ। ਕਿਹਾ ਨਹੀਂ ਇਹਨਾਂ ਨੇ ਹਾਈ ਕੋਰਟ 'ਚ ਹੋਇਆ, ਸਿੱਖ ਹੈ ਨਹੀਂ ਕੋਈ। ਹਾਸੇ ਆ ਫਿਰ, ਹੋਰ ਕੀ ਹੈ? ਇਹ ਤੋਂ ਕਹਾਂ ਕੀ ਹੋ ਜੂ? ਇਹ ਤੋਂ ਕਹਾਂ ਹੁਣ ਕੀ ਭਾਲਦੇ ਨੇ? ਜਲੰਧਰ ਉਹਨੇ ਕਿਹਾ, ਬੈਂਸ ਨੇ, ਆਪਣੇ ਅਜੀਤ ਸਿੰਘ ਨੇ, ਸ਼ਾਇਦ 2002 ਦੀ ਗੱਲ ਹੈ, ਉਹਦੇ ਵਿੱਚ ਸਟੱਡੀ ਵਿੱਚ ਸ਼ਾਇਦ 2003-4 ਦੀ ਗੱਲ ਹੈ, ਸ਼ਾਇਦ 3 ਦੀ। ਉਹ ਕਹਿੰਦਾ ਇੱਕ ਵੀ ਸਿੱਖ ਕੱਢ ਕੇ ਬਾਂਹ ਖੜੀ ਕਰਕੇ ਕਹੋ ਮੈਂ ਸਿੱਖ ਹਾਂ। ਅੱਜ ਅਰੋਡੇ ਬੈਠਾ ਸੀ ਉੱਥੇ, ਉਹ ਜਹੇਦਾਰ ਬੈਠਾ ਸੀ ਆਪਣਾ ਬੇਦਾਂਤੀ ਨਹੀਂ, ਬੇਦਾਂਤੀ ਦਾ ਜਹੇਦਾਰ ਬਾਅਦ 'ਚ ਬਣਿਆ, ਉਹ ਰਣਜੀਤ ਸਿੰਘ। ਇੱਕ ਸ਼ਾਇਦ ਹੋਰ ਕੌਣ ਸੀ, ਕੇਵਲ ਸਿੰਘ ਸੀ, ਪਤਾ ਨਹੀਂ ਕੌਣ ਸੀ। 3 ਜਹੇਦਾਰ ਬੈਠੇ ਨੇ ਅਕਾਲ ਤਖਤ ਦੇ। ਉਹਨਾਂ ਨੇ ਵੀ ਨਹੀਂ ਕਿਹਾ ਵੀ ਤੂੰ ਕਿਵੇਂ ਕਹਿਣਾ ਇਹ ਗੱਲ, ਅਸੀਂ ਸਿੱਖਾਂ। ਜਦ ਉਹ ਜਥੇਦਾਰ ਨਹੀਂ ਕਹਿੰਦੇ, ਬਾਕੀ ਸਿੱਖ ਕੌਣ ਕਹੂਗਾ? ਉਹ ਕਹਿੰਦੇ ਬਾਂਹ ਕੱਢ ਕੇ ਕਹੋ ਮੈਂ ਸਿੱਖਾਂ। ਕੋਈ ਨਹੀਂ ਬੋਲਿਆ, ਡੁੱਬ ਕੇ ਮਰ ਜਾਂਦੇ ਕਾਸੇ 'ਚ। ਸਿੱਖ ਕਿਹਾ ਸੀ ਉਹਨੇ, ਤਾਂ ਨਹੀਂ ਅਸੀਂ ਬੋਲੇ। ਸਿੰਘ ਕਹਿੰਦਾ ਫਿਰ ਬੋਲਦੇ। ਸਿੱਖ ਤੇ ਅਸੀਂ ਕੀ ਲੈਣਾ? ਅਸੀਂ ਸਿੱਖ ਤੇ ਕੀ ਲੈਣਾ? ਸਿੱਖ ਨਹੀਂ ਹੋਣਗੇ, ਅਸੀਂ ਕੀ ਲੈਣਾ ਸਿੱਖਾਂ ਤੇ? ਸਿੱਖ ਥੱਲੇ ਦੀ ਡਿਗਰੀ ਹੈ, ਉਹ ਸਿੰਘ ਕਹਿੰਦਾ ਨਹੀਂ ਹੈ। ਫਿਰ ਅਸੀਂ ਦੱਸਦੇ ਵੀ ਆ ਬਈ ਹੁਣ ਗੱਲ ਕਰ, ਤੂੰ ਤਾਂ ਸਿੰਘ, ਤੈਨੂੰ ਸਿੰਘ ਦੀ ਕੀ ਪਛਾਣੇ? ਤੂੰ ਤਾਂ ਆਪੇ ਸਿੱਖ ਹੈ। ਖੈਰ ਉਹ ਸਿੱਖ ਕੇ ਉਹਨੇ ਸਿੱਖ ਦੀ ਗੱਲ ਕਰ ਲਈ। ਸਿੱਖ ਸੀ ਉਹ, ਸਿੱਖ ਉਹ ਸਿੰਘ ਦੀ ਗੱਲ ਕਰਦਾ ਵੀ ਕਿਉਂ? ਆਪ ਤੋਂ ਗੱਲ ਸੀਨੀਅਰ ਦੀ ਗੱਲ ਕਿਉਂ ਕਰਦਾ? ਇਹ ਤਾਂ ਬਹੁਤ ਦੇਰ ਪਹਿਲਾਂ ਹੀ ਖਤਮ ਹੋ ਚੁੱਕਿਆ। ਹਾਂਜੀ, ਸਰੰਗ 60 ਲੈ ਸੰਜਮੇ ਤਾਕ ਮਾਰੇ। ਸਰੰਗ 60 ਲੈ, ਬਾਕੀ ਰਹਿ ਗਿਆ ਸੰਜਮ। ਸੰਜਮ ਦਾ ਪ੍ਰਚਾਰ ਬਹੁਤ ਹੈ। ਸੰਤਾਂ ਦੇ ਡੇਰਿਆਂ ਤੇ ਸੰਜਮ ਦਾ ਪ੍ਰਚਾਰ ਹੈ ਜ਼ਿਆਦਾ। ਸੰਜਮ ਦੀ ਗੱਲ ਜ਼ਿਆਦਾ ਸੰਤ ਕਰਦੇ ਨੇ, ਜਿੰਨੇ ਵੀ ਨੇ। ਸੰਜਮ ਨਾ ਚੱਲੋ। ਇਹ ਸੰਸਾਰ, ਇਹ ਮਾਇਆ ਚਾਹੇ ਸੰਜਮ, ਇਹਨਾਂ ਦਾ ਖੁੱਲ੍ਹਾ ਖਰਚ ਨਾ ਕਰੋ। ਸੰਜਮ ਨਾ ਵਰਤੋ ਹਰੇਕ ਚੀਜ਼। ਮਾਇਆ ਦੀ ਗੱਲ, ਸਾਰੇ ਅਰਥ ਤਾਂ ਮਾਇਆ 'ਚ ਲੈ ਆਉਂਦੇ ਨਾ। ਉਹਨਾਂ ਨੇ ਸੰਜਮ ਦੇ 60 ਬਾਣ ਮਾਰੇ। ਸੰਜਮ ਤਾਕ ਮਾਰੇ। ਹਾਂ, ਤੱਕ ਕੇ ਦੇਖੋ ਨਾ, ਕਿੱਥੇ ਕਿੱਥੇ ਤੀਰ ਮਾਰਨਾ ਹੈ। ਜੇ ਇੱਕ ਤੀਰ ਮਾਰਨਾ ਹੈ ਤਾਂ ਵੀ ਤੱਕ ਕੇ ਹੀ ਮਾਰਨਾ। ਜਦ ਅਸੀਂ ਗੋਲੀ ਕਿਸੇ ਤੇ ਕੋਈ ਮਾਰਦਾ, ਉਹ ਇੱਥੇ ਮਾਰਦਾ ਵੀ ਜਿੱਥੇ ਬਚੇ ਨਾ ਇੱਕ ਨਾਲੇ। ਇਹ ਖੜਨ ਜੋ ਐ ਥੋੜੀ। ਜੇ ਤਾਂ ਉਹਨੇ ਬਚਾਉਣਾ ਤਾਂ ਪੈਰ ਪੂਰ 'ਚ ਮਾਰੂ, ਲੱਤ ਵੀ ਭੱਜਣ ਨਹੀਂ ਦੇਣਾ। ਜਿੱਥੇ ਘੱਟ ਤੋਂ ਘੱਟ ਨੁਕਸਾਨ ਹੋਵੇ। ਪੁਲਿਸ ਮਾਰਦੀ ਹੈ, ਲੱਤ ਗੋਡੇ ਤੋਂ ਥੱਲੇ ਮਾਰਦੀ ਹੈ ਜਾਂ ਲੱਕ ਤੋਂ ਥੱਲੇ ਮਾਰਦੀ ਹੈ, ਵੀ ਜਿਹਦੇ ਨਾਲ ਮਰੇ ਬਣਾ ਆਦਮੀ, ਗ੍ਰਿਫਤਾਰ ਵੀ ਹੋ ਜਾਵੇ,
ਤੱਕ ਕੇ ਹੀ ਮਾਰਨਾ ਪੈਂਦਾ ਨਾ। ਇਹ ਥੋੜ੍ਹੀ ਹੈ ਪੁਲਿਸ ਸਰਚ ਮਾਰੂ ਗੋਲੀ। ਫਿਰ ਤਾਂ ਵੀ ਤੁਸੀਂ ਮਾਰਨ ਵਾਸਤੇ, ਫੜਨ ਵਾਸਤੇ ਨਹੀਂ ਤੁਸੀਂ ਮਾਰੀ ਗੋਲੀ, ਮਾਰਨ ਵਾਸਤੇ ਮਾਰੀ ਹੈ। ਫਿਰ ਤਾਰਾਂ ਦਾ ਕਤਲ ਲੱਗੂ ਉਹਨਾਂ ਤੇ ਵੀ। ਤਾਂ ਹਿਸਾਬ ਨਾਲ ਤੀਰ ਮਾਰਨਾ ਪੈਂਦਾ। ਸੰਜਮ ਤਾਕ ਮਾਰੇ। ਹਾਂ, ਸੰਜਮ ਦੇ ਮਾਰੇ ਤੱਕ ਕੇ ਤੀਰ। ਜਦ ਕਿਸੇ ਚੀਜ਼ ਨੂੰ ਕੱਟੀ ਦਾ ਕਿਸੇ ਹਿਸਾਬ ਨਾਲ ਹੀ ਕੱਟੀ ਦਾ ਨਾ। ਹਾਂਜੀ। ਨਵੰਗ ਬਾਣਸੋ ਨੇਮ ਕੋ ਅੰਗ ਛੇਦਿਓ। ਬਾਕੀ ਇਹਨਾਂ ਦੇ ਸੰਜਮ ਦੇ ਨਾਲ ਨੇਮ ਨੇ। 9 ਤੀਰ ਨੇਮਾਂ ਦੇ ਮਾਰੇ, ਜਿਹੜੇ ਨੇਮ ਨੇ ਬਣਾਏ ਹੋਏ ਇਹਨਾਂ ਦੇ। ਨੇਮ ਵੀ ਛੇਤੇ ਮਾਇਆ ਦੇ ਧਰਮ ਦੇ ਜਿਹੜੇ ਨੇ ਨਾ, ਇਹ ਜਿਹੜੀ ਮਰਿਆਦਾ ਹੈ ਇਹਦੇ ਵਿੱਚ ਹੈ। ਇਹ ਨੇਮ ਔਰ ਸੰਜਮ ਮਰਿਆਦਾ ਵਿੱਚ ਹੈ। ਯਾਨੀ ਮਰਿਆਦਾ ਹੀ ਕੱਟੀ ਹੈ ਇਹ ਸਾਰੀ। ਮਰਿਆਦਾ ਹੁੰਦੀ ਹੈ ਮੈਨ ਮੇਡ, ਆਦਮੀ ਦੀ ਬਣਾਈ ਹੋਈ। ਰਹਿਤ ਹੁੰਦੀ ਹੈ ਪਰਮੇਸ਼ਰ ਦੀ ਬਣਾਈ ਹੋਈ। ਰਹਿਤ ਰਹਿਤ ਰਹਿ ਜਾਏ ਬੇਕਾਰਾ। ਰਹਿਤ ਗੁਰਬਾਣੀ ਹੈ ਸਾਡੀ। ਰਹਿਤ ਸਾਡੀ ਆਤਮਾ ਦੀ ਰਹਿਤ ਹੈ। ਜਿਹੜੀ ਇਹਨਾਂ ਨੇ ਰਹਿਤ ਬਣਾਈ ਹੈ ਨਾ, ਆਹ ਕਕਾਰਾਂ ਦੀ, ਇਹ ਰਹਿਤ ਮਾਇਆ ਦੀ ਰਹਿਤ ਹੈ, ਸਰੀਰ ਦੀ। ਇਹ ਸਰੀਰ ਦੀ ਰਹਿਤ ਹੈ। ਸਮਝੇ ਨਹੀਂ? ਸਭ ਕੁਝ ਜਾਣੇ ਆਤਮ। ਹਾਂ, ਸਭ ਕੁਝ ਜਾਣੇ ਆਤਮ ਕੀ ਰਹਿਤ। ਅਸਲ ਦੇ ਵਿੱਚ ਆਤਮ ਕੀ ਰਹਿਤ ਦਾ ਹੀ ਵਿੱਚ ਕਿਸੇ ਪੈਕਿੰਗ ਦੇ, ਕਿਸੇ ਡੱਬੇ ਦੇ ਵਿੱਚ ਜਿਹੜੀ ਵਸਤੂ ਹੁੰਦੀ ਹੈ ਉਹਦਾ ਉੱਤੇ ਨਾਂ ਹੁੰਦਾ ਲਿਖਿਆ ਹੋਇਆ, ਕੰਪਨੀ ਦਾ ਨਾਂ ਹੁੰਦਾ ਲਿਖਿਆ ਹੋਇਆ। ਉਹ ਬਾਹਰ ਤਾਂ ਉਹਦਾ ਲੈਵਲ ਹੀ ਹੁੰਦਾ ਹੈ। ਚੀਜ਼ ਤਾਂ ਅਸਲ ਅੰਦਰ ਹੈ, ਬਾਹਰਲੀ ਰਹਿਤ ਤਾਂ ਲੈਵਲ ਹੈ। ਸਰੀਰ ਦੀ ਰਹਿਤ ਤਾਂ ਲੈਵਲ ਹੈ ਵੀ ਇਹਦੇ ਵਿੱਚ ਕੀ ਹੈ, ਇਸੇ ਲੈਵਲ ਦੇ ਵਿੱਚ ਕੀ ਹੈ, ਅੰਦਰ ਕੀ ਹੈ। ਜੋ ਨਾਰੀਅਲ ਦੇ ਤੇਲ ਦੇ ਬਾਹਰ ਨਾਰੀਅਲ ਦੀ ਉਹ ਗੁੱਟ ਦੀ ਫੋਟੋ ਲੱਗੀ ਹੋਈ ਹੈ, ਅੰਦਰ ਥੋੜੀ ਗੁੱਟ ਹੈ ਉਹਦੇ। ਅੰਦਰੋਂ ਨਹੀਂ ਉਹ ਨਿਕਲਣਾ ਜੋ ਬਾਹਰ ਦੀ ਹੈ। ਬਾਹਰ ਅੰਦਰ ਤਾਂ ਉਹਦਾ ਤੇਲ ਹੈ। ਬਾਹਰ ਕੀ ਭੇਖ ਜਿਹੜਾ ਹੁੰਦਾ ਉਹ ਦੱਸਦਾ ਹੁੰਦਾ ਵੀ ਇਹਦੇ ਅੰਦਰ ਕੀ ਹੈ, ਕੀ ਚੀਜ਼ ਮੰਨਦੇ ਨੇ, ਇਹਦੀ ਕਿਹਾ ਜਾਏ ਮਤਲਬ ਹੈ ਇਹਨਾਂ ਦੀ ਵਿਚਾਰਧਾਰਾ ਕੀ ਹੈ। ਵਿਚਾਰਧਾਰਾ ਨੂੰ ਪ੍ਰਗਟ ਕਰਦਾ ਭੇਖ। ਸਾਡੇ ਕੋਲ ਗੁਰਮਤਿ ਦੀ ਵਿਚਾਰਧਾਰਾ ਹੈ। ਗੁਰੂ ਘਰ ਦੀ ਵਿਚਾਰਧਾਰਾ ਜੋ ਹੈ ਪ੍ਰਚਾਰੀ ਗਈ ਹੈ। ਸਿੱਖ ਜੋ ਵੇਦ ਦੀ ਵਿਚਾਰਧਾਰਾ ਕਹੋ ਤੁਸੀਂ, ਵੇਦ ਦੀ ਵਿਚਾਰਧਾਰਾ, ਆਤਮ ਗਿਆਨ ਦੀ ਵਿਚਾਰਧਾਰਾ, ਬ੍ਰਹਮ ਗਿਆਨ ਦੀ ਵਿਚਾਰਧਾਰਾ ਹੈ। ਇਹ ਜੇ ਕੱਪੜੇ ਪਾਉਣੇ ਵਾਲੇ ਆਦਮੀਆਂ ਕੋਲ ਭੇਖ ਦਾ ਮਤਲਬ ਨਹੀਂ ਵੀ ਇਹ ਐਸ ਵਿਚਾਰਧਾਰਾ ਦੇ ਧਾਰਨੀ ਨੇ। ਇਹ ਮੂਰਤੀ ਪੂਜਕ ਨਹੀਂ ਹੋ ਸਕਦੇ। ਇਹ ਆਦਮੀ ਨੂੰ ਭਗਵਾਨ ਨਹੀਂ ਮੰਨਦੇ, ਰੱਬ ਨਹੀਂ ਮੰਨਦੇ, ਪਰਮੇਸ਼ਰ ਨਹੀਂ ਮੰਨਦੇ। ਆਦਮੀ ਵਿਅਕਤੀ ਪੂਜਕ ਨਹੀਂ ਹੈ ਇਹ, ਜਿਵੇਂ ਗੁਰਬਾਣੀ ਕਹਿੰਦੀ ਹੈ। ਬਸ ਆਹ ਤਾਂ ਨਿਸ਼ਾਨੀ ਹੈ ਬਾਹਰਲੀ ਤਾਂ ਉਹਨਾਂ ਦੀ। ਹਾਂਜੀ। 85 ਸਰੰਗ ਪੂਰ ਪੂਜਾ ਹੈ ਛੇਦਿਓ। 85 ਤੀਰ ਮਾਰੇ ਪੂਜਾ ਜਿਹੜੀ ਹੈ, ਪੂਜਾ ਛੇਦਿਓ। ਪੂਜਾ ਨਾ, ਪੂਜਾ ਇਹਦੀ ਪੂਜਾ ਚੜਾਉਣੀ ਹੈ, ਇਹਦੀ ਪੂਜਾ ਚੜਾਉਣੀ ਹੈ। ਜਿਵੇਂ ਪੰਡਤਾਂ ਦੀ ਪੂਜਾ ਬਣਾਈ ਹੋਈ ਹੈ। ਉਹਨਾਂ ਨੇ ਕਿਹਾ ਆ ਬਈ ਆ ਜਿਹੜੀ ਗਊਦਾਨ ਹੈ ਨੀ, ਗਜਦਾਨ, ਨਾਰੀ ਤੱਕ ਦਾ ਦਾਨ, ਸੋਨਾ ਦਾਨ, ਉਹ ਹੈ ਨਾ ਗਰਭ ਸੋਨਾ ਦਾਨ ਕੀਜੈ, ਐਸੇ ਦਾਨ ਨਿਤ ਨਿਤ ਕੀਜੈ, ਰਾਮ ਨਾਮ ਸਰ ਤਉ ਨਾ ਪੁੱਜੈ। ਉਹ ਮਾਰੇ ਨੇ ਇਹ ਪੂਜਾ ਨੂੰ, ਕੱਟੇ ਹੈ। ਇਹ ਮਾਇਆ ਦੀ ਪੂਜਾ ਨਹੀਂ ਹੈ। ਹਾਂ, ਸਾਡੀ ਪੂਜਾ ਇੱਕੋ ਹੀ ਹੈ, ਤਨ ਮਨ ਅਰਪੂ ਪੂਜ ਜਣੋ, ਬਸ। ਇਹਦੇ ਨਾਲ ਬਾਕੀ ਪੂਜਾ ਸਾਰੀ ਹੋਈ ਇਕੱਠੀ, ਬਾਕੀ ਪੂਜਾ ਨਹੀਂ ਹੈ। ਪੂਜਾ ਜਿਹੜੀ ਸੰਸਾਰ ਦੇ ਵਿੱਚ ਪੂਜਾ ਕੀਤੀ ਹੈ, ਤੁਸੀਂ ਕਿਹਨੂੰ ਕੀਤੀ ਹੈ? ਜਿਹੜੀ ਪੂਜਾ ਚੜਾ ਕੇ ਆਏ ਆ ਤੁਸੀਂ, ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਪੂਜਾ ਚੜਾ ਦਿਓ, ਕੀ ਸੱਚਖੰਡ ਤੁਹਾਨੂੰ ਮਿਲ ਜੂ ਹੋ ਜਾ ਕੇ? ਜਿਹੜੀ ਗਾਹਾਂ ਨਹੀਂ ਮਿਲਣੀ ਚੀਜ਼, ਉਹਦਾ ਇੱਥੇ ਦੇ ਕੇ ਫਾਇਦਾ ਕੀ ਹੈ? ਦਾਨ ਉਹ ਕਰੋ ਜਿਹੜਾ ਗਾਹਾਂ ਮਿਲੇ। ਜਿਹੜੀ ਚੀਜ਼ ਗਾਹਾਂ ਨਹੀਂ ਜਾਣੀ
ਉਹ ਪੂਜਾ ਨਹੀਂ ਹੈ ਤੁਹਾਡੀ, ਉਹ ਧੋਖਾ ਤੁਹਾਡੇ ਨਾਲ, ਪੂਜਾ ਦੇ ਨਾਮ ਤੇ ਧੋਖਾ। ਹਾਂ, ਨਾਮਦਾਨ ਜੇ ਕੋਈ ਕਰਦਾ ਉਹ ਨਾਮਦਾਨ ਕਹਾਂ ਮਿਲ ਜਾਂਦਾ, ਉਹਨੂੰ ਇੱਥੇ ਹੀ ਮਿਲ ਜਾਂਦਾ। ਨਾਮ ਤਾਂ ਨਾਲੇ ਰਹਿੰਦਾ, ਇੱਕ ਸਰ ਕੇ ਨਾਮ ਬਿਨ ਫਿਰ ਅੱਗੇ ਤਾਂ ਜਾਣੀ ਹੋਣੀ ਪੂਜਾ ਕੋਈ ਤੁਹਾਡੀ। ਜੇ ਤੁਸੀਂ ਚਲੋ ਆਪਾਂ ਕਹਿੰਦੇ 2 ਮਿੰਟ ਵਾਸਤੇ ਕੋਈ ਮਾਇਆ ਦਾ ਦਾਨ ਕੀਤਾ, ਉਹਨੂੰ ਮਾਇਆ ਹੋਰ ਮਿਲ ਗਈ, ਇੱਥੇ ਹੀ ਮਿਲੂ ਨਾ ਮਾਇਆ, ਇੱਥੇ ਹੀ ਰਹਿ ਜਾਣੀ ਆ, ਤਾਂ ਨਾਲ ਤੇਰੇ ਕੀ ਗਿਆ। ਗਾਹਾਂ ਵਾਸਤੇ ਕੀ ਕਰ ਰਹੇ ਹੋ, ਸਵਾਲ ਇਹ ਹੈ। ਜੇ ਇੱਥੇ ਦੇ ਟਾਰਗੇਟ ਵਾਸਤੇ ਕਰ ਰਹੇ ਹੋ, ਸੰਸਾਰੀ ਸੁੱਖ ਵਾਸਤੇ, ਫਿਰ ਤਾਂ ਉਹ ਤੇ ਸੁੱਖ ਤੇ ਸ਼ਿਵ ਬ੍ਰਹਮ ਡਰਾਂਡਾ ਇੱਕ ਗੱਲ। ਦੂਆ, ਤੁਸੀਂ ਸੁੱਖ ਔਰ ਦੁੱਖ ਨੂੰ ਬਰਾਬਰ ਨਹੀਂ ਸਮਝਦੇ। ਤੀਆ ਇਹ ਹੈ ਕਿ ਸੁੱਖ ਤਾਂ ਰੋਗ ਹੈ, ਤੁਸੀਂ ਰੋਗ ਖਰੀਦਦੇ ਹੋ ਪੈਸੇ ਦੇ ਕੇ। ਪੈਸੇ ਦੇ ਕੇ ਕੀ ਖਰੀਦਿਆ? ਰੋਗ। ਰੋਗ ਕੋਈ ਖਰੀਦਦਾ ਹੁੰਦਾ ਪੈਸੇ ਦੇ ਕੇ? ਅਕਲ ਵਾਲਾ ਤਾਂ ਖਰੀਦਦਾ ਨਹੀਂ, ਅਕਲ ਵਾਲਾ ਤਾਂ ਖਰੀਦਦਾ ਨਹੀਂ, ਬੇਅਕਲ ਖਰੀਦਦੇ। ਜਿਹੜੀ ਦਿਨ ਦੁਗਣੀ ਰਾਤ ਚੌਗਣੀ ਹੈ ਮਾਇਆ, ਖਜ਼ਾਨੇ ਭਰਪੂਰ, ਉਹ ਤਾਂ ਰੋਗ ਹੈ, ਰੋਗ ਵੰਡਦੇ ਨੇ ਇਹ। ਗੁਰਬਾਣੀ ਦਾ ਰੋਗ ਬੰਦੀ ਹੈ, ਗੁਰਬਾਣੀ ਨੂੰ ਕਦੋਂ ਬੰਦੇ ਨੇ? ਦੁੱਖਦਾਰੂ ਸੁੱਖ ਰੋਗ ਪਿਆ। ਦੁੱਖ ਮੰਗੋ ਜੇ ਮੰਗਣਾ, ਸੁੱਖ ਕਾਹਦੇ ਮੰਗਦੇ ਹੋ? ਸੁੱਖ ਮੰਗਦੇ, ਰੋਗ ਮੰਗਦੇ ਹੋ। ਉਹ ਨਾਮਦਾਰੂ ਹੈ ਜਾਂ ਦੁੱਖਦਾਰੂ ਹੈ? ਸੰਸਾਰ ਰੋਗੀ ਨਾਮਦਾਰੂ, ਜਾਂ ਤਾਂ ਨਾਮਦਾਰੂ ਹੈ ਜਾਂ ਦੁੱਖਦਾਰੂ ਹੈ। 2 ਚੀਜ਼ਾਂ ਦਾਰੂ ਬਣੀਆਂ ਨੇ ਗੁਰਬਾਣੀ ਨੇ। ਜੇ ਅਸੀਂ ਉਹ ਨਹੀਂ ਮੰਨਦੇ ਸਿੱਖ, ਤਾਂ ਅਸੀਂ ਗੁਰੂ ਤੋਂ ਨਹੀਂ ਸਿੱਖਿਆ ਲਈ, ਫਿਰ ਨਹੀਂ ਸਿੱਖਿਆ ਲਈ ਅਸੀਂ, ਫਿਰ ਕੁਝ ਹੋਰ ਲੈ ਲਿਆ। ਫਿਰ ਸਿੱਖਿਆ, ਫਿਰ ਤਾਂ ਸਿੱਖਿਆ ਤਾਂ ਸਾਡੀ ਆਪਣੀ ਮਰਜ਼ੀ ਦੀ ਹੈ। ਉੱਥੇ ਤਾਂ ਮੱਥਾ ਹੀ ਟੇਕਦੇ, ਸੌਦਾ ਕਰਦੇ ਆ ਉੱਥੇ ਜਾ ਕੇ, ਉੱਥੇ ਤਾਂ ਸੌਦਾ ਹੈ। ਵਿਆਹ ਤੈਨੂੰ ਮੈਂ ਇੰਨਾ ਕੁ ਦਿੰਦਾ, ਇੰਨਾ ਕੁ ਦੇ ਦੇ, ਉਹ ਤਾਂ ਸੌਦਾ। ਹਾਂ, ਬੜੋ ਲਸ਼ਕਾ ਲੈ ਸਲਾਜੇ ਭੇਦਿਓ। ਹਾਂ, ਜਿਹੜਾ ਐਸੀ ਪੂਜਾ ਹਰ ਪ੍ਰਕਾਰ ਦੀ ਪੂਜਾ ਜਿਹੜੀ ਕੱਟੀ ਗਈ, ਸਵਾਏ ਪੂਜਾ ਤਨ ਮਨ ਅਰਪੂ ਪੂਜ ਚੜਾਊ ਤੇ ਬਿਨਾ। ਤਨ ਮਨ ਤਾਂ ਫਿਰ ਤਨ ਕੀ ਹੈ? ਤਨ ਸਾਡਾ ਜਿਹੜਾ ਗਿਆਨ ਹੈ, ਸਾਡਾ ਤਨ ਸਾਡੇ ਕੋਲ। ਆਪਣਾ ਗਿਆਨ ਅੱਗੇ ਰੱਖਤਾ, ਜਿਹੜਾ ਖੋਟਾ ਬਾਹਰ ਕੱਢ ਦੇ, ਜਿਹੜਾ ਖਰਾ ਰੱਖ ਲੈ। ਹੁਣ ਗੁਰਮਤਿ ਦਾ ਅਸੀਂ ਗਿਆਨ ਲੈਣਾ, ਜੋ ਕੁਛ ਅਸੀਂ ਪਹਿਲਾਂ ਸੁਣਿਆ ਹੋਇਆ ਕਿਤੋਂ, ਬਾਕੀ ਕੱਢ ਦੇਣ, ਛੱਡ ਦੇਣਾ। ਜੋ ਗੁਰਬਾਣੀ ਨੇ ਠੀਕ ਕਹਿਣਾ ਉਹ ਅਸੀਂ ਰੱਖ ਲੈਣਾ, ਜੋ ਗੁਰਬਾਣੀ ਨੇ ਗਲਤ ਕਹਿਣਾ ਕੱਢ ਕੇ ਬਾਹਰ ਛੱਡ ਦੇਣਾ। ਜਿਵੇਂ ਜਦ ਕੋਈ ਚੀਜ਼ ਲੈ ਕੇ ਆਉਂਦੇ, ਅਸੀਂ ਚੌਲ ਲੈ ਕੇ, ਵਿੱਚ ਰੋੜ ਨੇ, ਵਿੱਚ ਉਹਦੇ ਪੱਥਰ ਹੈ, ਕਿ ਪੱਥਰ ਅਸੀਂ ਕੱਢਦੇ ਨਹੀਂ ਘਰ ਆ ਕੇ, ਲਿਆਉਂਦੇ ਤਾਂ ਮੁੱਲ ਆ ਉਹਨੂੰ, ਉਸੇ ਭਾਅ ਚੌਲਾਂ ਦੇ ਭਾਅ ਆਇਆ ਸਾਡੇ ਕੋਲ। ਪਰ ਜੇ 10-5 ਦਾਣੇ ਹੈ ਪੱਥਰ ਦੇ ਵਿੱਚ, ਬਾਹਰ ਸੁੱਟ ਦਿੰਦੇ ਅਸੀਂ ਕੱਢ ਕੇ। ਇਹੋ ਜਿਹਾ ਕੁਛ ਜੇ ਪੱਥਰ ਹੈ ਤੁਹਾਡੇ ਕੋਲ, ਕਿਸੇ ਨੇ ਸੰਤ ਨੇ ਤੁਹਾਨੂੰ ਭੁਲੇਖੇ 'ਚ ਚੌਲਾਂ ਦੇ ਪੱਥਰ ਪਾ ਕੇ ਦੇ ਦਿੱਤੇ, ਤੁਹਾਨੂੰ ਬਾਹਰ ਕੱਢ ਦਿਓ। ਉਹ ਨਹੀਂ, ਉਹਨੇ ਨੁਕਸਾਨ ਨਹੀਂ ਕਰਨਾ, ਮੂੰਹ ਜਾ ਕੇ ਫਾਇਦਾ ਨਹੀਂ ਕਰਨਾ ਉਹਨੇ ਕਿਹੜਾ ਹਜਮ ਹੋਣਾ ਜਾ ਕੇ ਅੰਦਰ। ਤੇ ਉਹ ਕੱਢ ਕੇ ਚੌੜ ਰੱਖ ਲਓ, ਜੋ ਸੱਚਾ ਗਿਆਨ ਹੈ ਸੱਚ ਦਾ ਉਹ ਰੱਖ ਲਓ, ਬਾਕੀ ਛੱਡ ਦਿਓ ਬਾਹਰ। ਵੱਡੋ ਲਸ਼ਕਾ ਲੈ ਸਲਾਜੇ ਭੇਦਿਓ। ਸਲੱਜ ਬਾਕੀ ਲਾਜ ਹੈ, ਸਲੱਜ ਜਿਹਨੂੰ ਇਹ ਲਾਜ ਮੰਨਦੇ ਨੇ। ਸੰਸਾਰੀ ਇੱਜ਼ਤ, ਸੰਸਾਰੀ ਮਾਣ ਸਤਿਕਾਰ, ਉਹ ਬੜੀ ਲਾਠੀ ਨਾਲ ਉਹ ਕੁੱਟਿਆ, ਉਹਨੂੰ ਭੇਜਤਾ, ਬੜੀ ਲਸ਼ਕਾ ਲੈ ਸਲੱਜ ਭੇਦਿਓ। ਉਹ ਕਹਿੰਦਾ ਜਿਹੜਾ ਜਦੋਂ ਕਬੀਰ ਨੂੰ ਕਹਿੰਦੇ ਨੇ ਬਈ ਇਹ ਬੌਰਾ ਹੈ ਜਾਂ ਕੁੱਤਾ ਹੈ, ਉਹ ਕਹਿੰਦਾ ਕੁੱਤਾ ਹੈਗਾ ਮੈਂ। ਕਬੀਰ ਕੁਕਰ ਰਾਮ ਕੋ ਮੁਤੀਆ ਮੇਰਾ ਨੋ, ਬੜੀ ਲਾਠੀ ਮਾਰਤੀ। ਇਹ ਤਾਂ ਕੁੱਤਾ ਰਾਮ ਦਾ, ਚੋਰਾਂ ਨੂੰ ਭੌਂਕਦਾ। ਰਾਮ ਦਾ ਕੁੱਤਾ ਚੋਰਾਂ ਨੂੰ ਭੌਂਕੂਗਾ, ਹੋਰ ਕੀ ਕਰੂਗਾ? ਕੁੱਤੇ ਨੇ ਚੋਰ ਨੂੰ ਭੌਂਕਣਾ, ਹੋਰ ਕਿਹਨੂੰ ਭੌਂਕਣਾ?
हाँ जी। 82 ਬਲੀ ਬਾਣ ਵਿਦਿਆਹੇ ਮਾਰੇ। 82 ਬਾਣ ਵਿਦਿਆ ਦੇ ਮਾਰੇ, ਵਿਦਵਾਨਾਂ ਦੇ ਸਿਰ ਤੇ ਛੜਤਾ ਗੁਰਬਾਣੀ ਦਾ ਪ੍ਰਚਾਰ। 82 ਤੀਰ ਲੱਗੇ ਨੇ ਵਿਦਿਆ ਨੂੰ। ਆਪਾਂ ਨੇ ਤਾਂ 82 ਜੋ ਮਾਰੇ ਨਹੀਂ ਪੂਰੇ ਗਿਣ ਕੇ। ਵਿਦਵਾਨਾਂ ਦੇ 82 ਤੀਰ ਲੱਗੇ ਨੇ ਗਿਣ ਕੇ। ਇਹ ਤਾਂ 15 ਕੇ ਜੇ ਬਸ ਹੋ ਗਈ ਇਹਨਾਂ ਦੀ, 15 ਕੇ ਮਾਰੇ ਹੋਣੇ ਨੇ, ਜੇ ਬਾਕੀ ਜੋ ਮਾਰੇ ਹੀ ਨਹੀਂ। ਮਾਰਦੇ ਤਾਂ ਜੇ ਅੱਗੋਂ ਬੋਲਦੇ, ਜਾਂ ਬੋਲੇ ਹੀ ਨਹੀਂ ਵੀ ਮਾਰਨ ਦੀ ਲੋੜ ਵੀ ਨਹੀਂ। ਜਦ ਕੋਈ ਬੋਲਦਾ ਨਹੀਂ ਮਾਰਨ ਦੀ ਲੋੜ ਹੀ ਨਹੀਂ। ਉਹ ਸਮਝ ਗਏ ਵੀ ਵਿਦਿਆ ਸੋਧੇ ਦੀ ਗੱਲ ਹੈ ਭਾਈ। ਬਿਆਸੀ ਤੀਰ ਵਿਦਿਆ ਦੇ ਮਾਰੇ। ਵਿਦਿਆ ਦੇ ਕਿਵੇਂ ਮਾਰੇ? ਵਿਦਿਆ ਸੋਧੀ ਹੈ, ਜਾਂ ਤੀਰ ਮਾਰੇ ਨੇ ਉਹਨੂੰ। ਹੈ ਨਹੀਂ ਗਿਣਤੀ ਚੱਲ ਰਹੀ ਹੈ। ਗਿਣਤੀ ਚੱਲ ਰਹੀ। 82 ਬਲੀ ਬਾਣ ਵਿਦਿਆਹੇ ਮਾਰੇ। ਸ਼ਕਤੀਸ਼ਾਲੀ ਬਾਣ ਮਾਰੇ ਨੇ 82। ਉਹਦੇ ਪੋਲੇ ਪੋਲੇ ਤੇ ਮਾਰੇ ਹੀ ਨਹੀਂ, ਤਕੜੇ ਤੇ ਜਿਹੜੇ ਉਹੀ ਮਾਰੇ ਨੇ। ਸਮਝੇ? ਸ਼ਕਤੀਸ਼ਾਲੀ ਵਿਦਿਆ ਸੋਧੀ ਹੈ ਨਾ। ਜਿਵੇਂ ਦੱਤ ਹੈ, ਦੱਤ ਇਹਨਾਂ ਵਾਸਤੇ ਇੱਕ ਆਦਮੀ ਹੈ, ਸਾਡੇ ਵਾਸਤੇ ਗੁਣਵਾਚਕ ਨਾਮ ਹੈ। ਦੱਤ ਤੀਰਥ ਤਪ ਦਿਆ ਦੱਤ, ਦੱਤ ਲਫ਼ਜ਼ ਆਇਆ ਸਾਡੇ ਗੁਰਬਾਣੀ 'ਚ। ਦੱਤ ਦਾਨ, ਦੱਤ ਉਹੀ ਦੱਤ ਹੈ ਜੋ ਦਿੰਦਾ ਦਾਨ। ਨਾਮ ਦਾਨ ਦਿੰਦਾ ਉਹ ਦੱਤ ਹੈ। ਦੱਤ ਤਾਂ ਫਿਰ ਪਰਮੇਸ਼ਰ ਹੈ, ਰੁਦਰ ਅਵਤਾਰ ਹੈ। ਉਹ ਵੀ ਅਵਤਾਰ ਵੀ ਰੁਦਰ ਦਾ ਹੀ ਹੈ। ਦੱਤ ਰੁਦਰ ਅਵਤਾਰ ਬਣਿਆ ਤੇ ਦੱਤ ਦਾ ਫਿਰ ਉਹੀ ਹੈ। ਇਹ ਸਭ ਭਗਤ ਦੱਤੇ ਨੇ, ਇਹਨਾਂ ਦੇ ਥਰੂ ਇਹ ਮਿਲਦਾ ਦਾਨ। ਸਤਿਗੁਰ ਜਿਹੜਾ ਹੁੰਦਾ ਦੱਤ ਹੁੰਦਾ ਹੈ। ਹੁਣ ਉਹਨੂੰ ਅਸੀਂ ਸਤਿਗੁਰ ਕਹਿੰਦੇ ਹਾਂ, ਪਹਿਲਾਂ ਦੱਤ ਕਹਿੰਦੇ ਸੀ। ਇੰਨੀ ਉਹ ਗੱਲ ਹੈ, ਕੁਛ ਨਹੀਂ, ਨਾਂ ਦਾ ਹੀ ਫਰਕ ਹੈ। ਕਦੇ ਕੋਈ ਆ ਗਿਆ, ਨਾ ਕਦੇ ਕੋਈ ਆ ਗਿਆ। ਹੁਣ ਅਸੀਂ ਸਤਿਗੁਰ ਕਹਿ ਦਿੰਦੇ ਹਾਂ। ਕਿਸੇ ਵੇਲੇ ਭਗਤ ਕਹਿੰਦੇ ਸੀ। ਭਗਤ ਵੀ ਉਹੀ ਹੈ, ਗੁਰਮੁਖੀ ਵੀ ਉਹੀ ਹੈ, ਦੱਤ ਵੀ ਉਹੀ ਹੈ। ਹਾਂ, ਤਾਂ 82 ਹੈ ਵਿਦਿਆ ਦੇ, ਵਿਦਵਾਨਾਂ ਦੇ। ਕਿਉਂਕਿ ਪੰਡਤ ਜਿਹੜਾ ਵਿਦਵਾਨ ਹੈ, ਵਿਦਿਆ ਨੇ ਹੀ ਅਰਥਾਂ ਦੇ ਅਨਰਥ ਕੀਤੇ ਨੇ। ਉਹ ਅਨਰਥ ਆਇਆ ਨਾ ਪਿੱਛੇ। ਅਨਰਥ ਜਿਹੜੇ ਕੀਤੇ ਤੇ ਅਨਰਥਾਂ ਦੇ ਅਰਥ ਬਣਾਉਣ ਵਾਸਤੇ 82 ਬਾਣ ਲੱਗੇ ਨੇ, ਤਾਂ ਸਹੀ ਅਰਥ ਹੋਏ ਨੇ। ਜਿਹੜੇ ਇਹਨਾਂ ਨੇ ਅਰਥ ਬਦਲੇ ਨੇ, ਲਫ਼ਜ਼ਾਂ ਦੇ ਅਰਥ ਬਦਲੇ ਨੇ। ਜਿਵੇਂ ਸਵੈ ਭੰਗ ਦੇ ਅਰਥ ਬਦਲ ਕੇ ਸਵੈ ਭੂ ਬਣਾਤਾ। ਭੂ ਤਾਂ ਮਾਇਆ ਹੁੰਦੀ ਹੈ, ਕਵਾਉ ਬਣਾਤਾ। ਸਵੈਮ ਦੇ ਅਰਥ ਨਹੀਂ ਬਦਲੇ। ਦੇਖੋ ਸਵੈਮ ਤਾਂ ਕਹਿੰਦੇ ਹੀ ਨੇ, ਸਵੈਮ ਭੂ ਬਣਾਤਾ। ਸਵੈਮ ਤਾਂ ਫਿਰ ਮਾਇਆ ਹੈ, ਭੂ ਤਾਂ ਫਿਰ ਮਾਇਆ ਤਾਂ ਲਿਆਂਦਾ। ਮੂਰਤੀ ਪੂਜਾ ਬਣਾਉਣੀ ਦੀ ਬਣਾਤੀ ਉਹਨਾਂ ਨੇ। ਸਵੈ ਭੰਗ ਨਹੀਂ ਕਿਹਾ। ਆਪਣੇ ਆਪ ਤਾਂ ਕਹਿੰਦੇ ਨੇ, ਆਪਣੇ ਆਪ ਤੇ ਪ੍ਰਕਾਸ਼ ਹੈ ਜੀ। ਤਾਂ ਸਵੈਮ ਤਾਂ ਲਫ਼ਜ਼ ਵਰਤਦੇ ਨੇ। ਸਵੈਮ ਤਾਂ ਸਵੈ ਤਾਂ ਮੰਨ ਲਿਆ, ਭੰਗ ਨੂੰ ਭੂ ਬਣਾਇਆ। ਸਵੈ ਦਾ ਬਦਲਾ ਨਹੀਂ ਹੋਇਆ ਲਫ਼ਜ਼। ਸਵੈ ਦੇ ਤਾਂ ਅਰਥ ਵੀ ਉਹੀ ਲੈਂਦੇ ਨੇ। ਸਵੈਮ ਤੋਂ ਪ੍ਰਕਾਸ਼ ਹੈ ਜੀ ਦਾ, ਆਪਣੇ ਆਪ ਤੋਂ ਪ੍ਰਕਾਸ਼ ਹੈ। ਇਹ ਸੁਤੇ ਪ੍ਰਕਾਸ਼ ਹੈ। ਸੁਤੇ ਦਾ ਨਹੀਂ, ਆਪਣੇ ਆਪ ਤੋਂ ਪ੍ਰਕਾਸ਼ ਦੀ ਗੱਲ ਹੈ। ਭੂ ਕਿਵੇਂ ਆ ਗਿਆ? ਭੰਗ ਕਿਉਂ ਨਹੀਂ ਆਇਆ? ਅਭੰਗੰ ਸਰੂਪੇ ਹੈ ਉਹ, ਸਦਾ ਅੰਗ ਸੰਗੇ ਅਭੰਗੰ ਸਰੂਪੇ। ਇੱਥੇ ਭੰਗ ਕਿਵੇਂ ਲੈ ਅਰਥ? ਦਸਮ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਭੰਗ ਵਰਤੇ ਲਫ਼ਜ਼। ਨਾਨਕ ਜਿਨ ਮਨ ਭੰਗ। ਕਿਉਂ? ਜੇ ਉਹ ਦਾਲ ਮੰਨ ਲੈਂਦੇ ਤਾਂ ਫਿਰ ਉਹਨਾਂ ਦਾ ਸਾਰਾ ਹੀ ਕੰਮ ਖਤਮ ਹੋ ਜਾਂਦਾ ਸੀ। ਦਾਲ ਨਹੀਂ ਮੰਨਣੀ ਸੀ ਉਹਨਾਂ ਨੇ। ਦਾਲ ਵਾਲਾ ਕੰਸੈਪਟ ਖਤਮ ਕਰਨਾ ਸੀ ਭੰਗ। ਜੇ ਦਾਲ ਮੰਨ ਲੈਂਦੇ ਭੰਗ ਤੋਂ, ਫਿਰ ਇਹਦੇ ਅਰਥ ਨਹੀਂ ਸੀ ਵਿਗਾੜ ਸਕਦੇ। ਕਿਉਂਕਿ ਉਹਨਾਂ ਨੇ ਦਾਲ ਵਾਲਾ ਕੰਸੈਪਟ ਨਹੀਂ ਸੀ ਲਿਆਉਣਾ। ਠੀਕ ਹੈ ਜੀ, ਕਹਿੰਦੇ ਦਾਲ ਵਾਲਾ ਕੰਸੈਪਟ ਨਹੀਂ ਹੈ, ਟੱਚੇ ਨਹੀਂ ਕੀਤਾ। ਟੱਚੇ ਨਹੀਂ ਕੀਤਾ। ਉਹ ਮੂਲ ਮੰਤਰ ਜੇ ਖਤਮ ਕਰਤਾ ਇਹਨਾਂ ਨੇ।
ਉੱਥੇ ਮਾਰਿਆ ਤੀਰ। ਇਹ ਸ਼ਕਤੀਸ਼ਾਲੀ ਤੀਰ ਨੇ। ਮੈਂ 15 ਕੇ ਲੱਗੇ ਨੇ, 82 ਤਾਂ ਮਾਰੇ ਹੀ ਨਹੀਂ ਅਜੇ। ਤਪੱਸਿਆ ਹੀ ਪੈ ਤਾਕਤ 33 ਡਾਰੇ। ਔਰ ਤਪੱਸਿਆ ਤੇ ਤੱਕ ਕੇ 33 ਤੀਰ ਤਪੱਸਿਆ ਤੇ ਮਾਰੇ। ਬੜੀ ਤਪੱਸਿਆ ਕਰਦੇ ਨੇ, 33 ਤੀਰ ਲੱਗੇ ਨੇ ਤਪੱਸਿਆ ਤੇ। ਗੁਰਬਾਣੀ 'ਚ ਇੰਨੇ ਹੀ ਹੋਣੇ ਨੇ, ਗਿਣ ਲੈਣੇ ਜੇ ਘੱਟ ਵੱਧ ਨੇ। ਹੁਣ ਆਹ ਜਿਹੜਾ ਸਾਰਾ ਡਾਟਾ ਕਿੱਥੋਂ ਤਿਆਰ ਹੋਇਆ, ਕਿਹਨੇ ਕੀਤਾ, ਕਿਹੜੇ ਪੰਡਤ ਨੇ ਕੀਤਾ? ਇਹ ਤਾਂ ਵੱਧ ਘੱਟ ਦੱਸਣ ਵੀ 33 ਤੀਰ ਲੱਗੇ ਨਹੀਂ ਹੋਏ। ਖੋਜ ਕਰ ਲੈਣ ਗੁਰਬਾਣੀ ਦੀ, ਕੱਲ ਹੁਣ 82 ਤੀਰਾਂ ਦੀ ਇਹ ਤਾਂ ਗਿਣਤੀ ਦੱਸੀ ਹੈ ਇੱਥੇ। ਇਹ ਦੱਸਣ ਵੀ 82 ਤੋਂ ਘੱਟ ਨੇ, ਇਹ ਵੱਧ ਨੇ। ਕਈ ਬਾਣਸੋ ਕੀਰਤਨ ਅੰਗ ਛੇਦਿਓ। ਹੁਣ ਤਪੱਸਿਆ ਦਾ ਪ੍ਰਚਾਰ ਸੰਤ ਫੇਰ ਕਰੀ ਜਾਂਦੇ ਨੇ। ਤਪੱਸਿਆ ਕੌਣ ਕਰਦਾ? ਤਾਂ ਗੁਰੂ ਅਮਰਦਾਸ ਕਰਦਾ ਸੀ। ਉਹ ਕਹਿੰਦੇ ਨੇ ਤੀਰ ਲੱਗੇ ਨੇ 33 ਤਪੱਸਿਆ ਦੇ। ਇੱਥੇ ਤਾਂ 33 ਤੀਰ ਨੇ ਲੱਗੇ ਤਪੱਸਿਆ ਦੇ। ਤੁਸੀਂ ਗੁਰੂ ਅਮਰਦਾਸ ਦਾ ਕਿਲਾ ਬਣਾਈ ਬੈਠੇ ਹੋ ਉੱਥੇ। ਹੈਂ, ਇਹ ਕੱਢੂਗਾ ਤੁਹਾਡੀ ਜੜ ਥੱਲੇ ਪੱਟ ਕੇ ਕੱਢੂ। ਇਹ ਗੁਰੂ ਅਮਰਦਾਸ ਨਾਲ ਜੋੜੀ ਹੈ ਤਪੱਸਿਆ ਇਹਨਾਂ ਨੇ, ਕਿੱਲੀ ਕੱਢ ਕੇ। ਕਿਉਂ? ਆਪ ਜੋ ਕਰਦੇ ਨੇ ਤਪੱਸਿਆ। ਸੰਤ ਜੋ ਤਪੱਸਿਆ ਚੋਂ ਪੈਦਾ ਹੋਏ ਨੇ, ਆਏ ਹੋਏ ਨੇ ਕਿਤੋਂ ਹੋਰ। ਜਿਹੜੇ ਖੱਚਰ ਹੁੰਦੀ ਆ ਨਾ, ਖੱਚਰ ਗਾਹਾਂ ਉਹਦੇ ਨਹੀਂ ਕੋਈ ਪੈਦਾ ਹੁੰਦਾ। ਖੱਚਰ ਨਹੀਂ ਪੈਦਾ ਕਰ ਸਕਦੀ ਕੋਈ ਔਲਾਦ। ਇਹ ਨਾ ਤਾਂ ਹੁਣ ਇਹ ਸਿੱਖ ਰਹੇ, ਨਾ ਹਿੰਦੂ ਰਹੇ। ਇਹਦਾ ਹੋ ਗਏ ਖੱਚਰ। ਨਾਂ ਕੀ ਰੱਖਿਆ ਇਹਨਾਂ ਨੇ? ਸੰਤ ਸਮਾਜ। ਨਾਂ ਰੱਖ ਲਿਆ ਸੰਤ ਸਮਾਜ। ਸੰਤ ਮਤ ਨਹੀਂ ਰੱਖਿਆ, ਸੰਤ ਸਮਾਜ। ਸਮਾਜ ਤਾਂ ਫਿਰ ਉਹ ਹੁੰਦੀ ਆ ਅੱਡ। ਲੁੱਟਦੇ ਨੇ ਸਿੱਖ ਸਮਾਜ ਨੂੰ। ਹਾਂ, ਲੁੱਟਦੇ ਨੇ ਸਿੱਖ। ਸੰਤ ਸਮਾਜ ਕੋ ਜਾਣ ਪਏ ਸਿੱਖ ਸਮਾਜ ਦਾ ਮਤਲਬ ਕੀ ਹੈ? ਇਹਨਾਂ ਨੂੰ ਸਿੱਖ ਤਾਂ ਰਹੇ ਨਹੀਂ। ਨਾ ਰੱਖ ਲਿਆ ਸੰਤ ਸਮਾਜ। ਨਾ ਘੋੜਾ ਰਿਹਾ, ਨਾ ਗਧਾ ਰਿਹਾ। ਘੋੜੀ ਯਾਰ ਗਧੇ ਤੋਂ ਪੈਦਾ ਹੁੰਦਾ ਨਾ ਖੱਚਰ। ਦੋ ਹੀ ਨਹੀਂ ਰਹੇ। ਸੰਤ ਸਮਾਜ ਤਾਂ ਅੱਡ ਹੈ। ਕਈ ਬਾਣਸੋ ਕੀਰਤਨ ਨਾ ਹਿੰਦੂ ਨੇ, ਨਾ ਸਿੱਖ ਨੇ। ਧੋਬੀ ਦੇ ਕੁੱਤੇ ਪਾਉ ਨਾ ਕਹਿੰਦਾ, ਨਾ ਘਰ ਦਾ ਨਾ ਘਾਟ ਦਾ। ਹੁਣ ਹਿੰਦੂ ਆਪਣੇ ਆਪ ਨੂੰ ਕਹਾ ਨਹੀਂ ਸਕਦੇ, ਤੇ ਸਿੱਖਾਂ ਨੇ ਇਹਨਾਂ ਦਾ ਬਾਈਕਾਟ ਕਰ ਦੇਣਾ। ਬਾਈਕਾਟ ਵਰਗਾ ਹੀ ਹੁੰਦਾ ਹੀ ਜਾਂਦਾ ਰੋਜ਼। ਹਲਤੀ ਭੁਲੇਖਾ ਸੀ। ਜਾਂ ਤਾਂ ਚੁੱਪ ਕਰਕੇ ਹੌਲੀ ਹੌਲੀ ਸਭ ਕੁਝ ਲਾ ਕੇ ਆਪਣਾ ਖੇਤੀ ਖੂਤੀ ਲੱਗ ਜਾਣਗੇ ਕਰਨ। ਕੋਈ ਰਿਕਸ਼ਾ ਚਲਾਊ, ਕੋਈ ਕੁਛ ਕਰੂ, ਆਪਣਾ ਜਿਹੋ ਜਿਹਾ ਵੀ ਕੁਛ। ਜਾਂ ਮਾਫੀ ਮੰਗ ਕੇ ਆ ਜਾਣਗੇ ਸਿੱਧੇ ਹੋ ਕੇ। ਕਈ ਬਾਣਸੋ ਕੀਰਤਨ ਅੰਗ ਛੇਦਿਓ। ਆ ਕੀਰਤਨ ਵੀ ਰਗੜਿਆ ਪਿਆ। ਔਰ ਕੀਰਤਨ ਵਾਲੇ ਨੇ ਨਾ ਬੜੇ ਰੌਲਾ ਪਾਉਂਦੇ ਨੇ। ਕੱਲ ਜੋ ਕਿਵੇਂ ਕੀਰਤਨ ਪ੍ਰਧਾਨ ਕਈ ਬਾਣ ਨੇ, ਕਈ ਬਾਣ ਕੀਰਤਨ ਦੇ ਮਾਰੇ ਨੇ। ਕਈ ਬਾਣਸੋ ਕੀਰਤਨ ਅੰਗ ਛੇਦਿਓ। ਜਿਹੜੇ ਕੀਰਤਨ ਕਰਦੇ ਨੇ ਇਹਨਾਂ ਦੇ ਵੀ ਕਈ ਤੀਰ ਲੱਗੇ ਨੇ। ਇਹ ਕੀਰਤਨ ਨਹੀਂ ਹੈ ਜਿਹੜਾ ਕਰਦੇ ਨੇ, ਇਹ ਰਾਗੀ ਨੇ। ਰਾਗੀ ਆਪਣੇ ਆਪ ਨੂੰ ਕੀਰਤਨੀਏ ਕਹਿਣ ਲੱਗੇ। ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ। ਕੀਰਤਨ ਇਹਦੇ ਨਾਲ ਹੁੰਦਾ ਹੀ ਨਹੀਂ। ਕਰ ਤਾਲ ਪਖਾਵਜ ਨੈਣਾ ਮਾਥੇ ਵੱਜੇ ਰਬਾਬਾ। ਉਹ ਤਾਂ ਦੋਹਾਂ ਹੱਥਾਂ ਦੀ ਤਾਲ ਹੈ। ਉੱਥੇ ਤਾਂ ਹੈ ਨਹੀਂ ਢੋਲਕੀ ਨਾ ਤਬਲਾ। ਪਖਾਵਜ ਨੈਣਾ, ਉਹ ਜਿਹੜੀ ਤਾਲ ਵਜਾਉਂਦੇ ਨੇ ਨਾ, ਉਹਦੇ ਨਾਲ ਛੈਣੇ ਜੇ ਉਹ ਹੱਥਾਂ ਦੇ ਨੇ ਦੋਹਾਂ ਦੇ। ਪਖਾਵਜ ਜਿਹੜਾ ਢੋਲਕੀ ਆ ਤਬਲਾ, ਉਹ ਅੱਖਾਂ ਦਾ। ਪਖਾਵਜ ਨੈਣਾ ਮਾਥੇ ਵੱਜੇ ਰਬਾਬਾ। ਰਬਾਬ ਦਿਮਾਗ ਦੇ ਵਿੱਚ। ਉਹ ਤਾਂ ਹੈ, ਇਹ ਹੈ ਕੀਰਤਨੀਆ। ਇਹਨਾਂ ਵਾਲਾ ਤਾਂ ਕੁਛ ਇਹ ਰਾਗੀ ਨੇ। ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭੰਤ ਕਰ ਨਹੀਂ, ਹਰ ਭੀਜੇ ਰਾਮ ਰਾਜੇ। ਰਾਗੀ ਰਾਗ ਪ੍ਰਦਾਨ ਕਰਕੇ ਗਾ ਰਿਹਾ। ਕੀਰਤਨੀਆ ਨਾਮ ਪ੍ਰਦਾਨ ਕਰਕੇ ਗਾ ਰਿਹਾ।
ਜਦ ਤੁਸੀਂ ਸੁਰਤਾਲ ਲਾਓਗੇ ਤਬਲਾ ਔਰ ਬਾਜੇ ਦੀ ਤਾਂ ਉੱਥੇ ਰਾਗ ਪ੍ਰਧਾਨ ਰਹੂਗਾ, ਰਾਗ ਦੀ ਧਿਆਨ ਰਹੂਗਾ। ਰਾਗ ਦੇ ਰਹੇ ਨੇ, ਰਾਗ ਰਸ, ਕੰਨ ਰਸ, ਨਾਮ ਰਸ ਨਹੀਂ ਉਹਦੇ ਵਿੱਚ। ਕੀਰਤਨ ਚ ਨਾਮ, ਇਹਨਾਂ ਕੀਰਤਨ ਵਿੱਚ ਹੁੰਦਾ ਨਾਮ ਰਸ। ਕੀਰਤੀ ਆ ਕੀਤੀ ਹੋਈ ਹੈ, ਜਿਹਨੇ ਕੀਰਤੀ ਕੀਤੀ ਹੈ, ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਉਹਨਾਂ ਨੇ ਕੀਰਤੀ ਕੀਤੀ ਹੈ। ਹਾਂ, ਅਲੋਭਾਦੀ ਜੋਧਾ ਭਲੀ ਭਾਂਤ ਭੇਦਿਓ। ਲੋਭ ਆਦਿ ਯੋਧਾ, ਕੀਰਤਨ ਦੇ ਵਿੱਚ ਲੋਭ ਹੈ ਨਾ। ਅਲੋਭਾਦੀ ਜੋਧਾ, ਅਲੋਭ ਆਦਿ, ਅਲੋਭ ਨੇ ਜਿਹੜਾ ਅਲੋਭ ਸੀ ਉਹਨੇ ਲੋਭ ਆਦਿ ਜੋ ਭੇਦਿਆ। ਕੀਰਤਨ ਵਾਲੇ ਜਿਹੜੇ ਅਸਲੀ ਕੀਰਤਨ ਵਾਲੇ ਨੇ ਉਹਨਾਂ ਨੂੰ ਲੋਭ ਨਹੀਂ ਹੁੰਦਾ। ਜਿਹੜੇ ਇਹ ਕਰਦੇ ਨੇ ਭੇਦੇ ਨੇ ਇਹ ਲੋਭੀ ਨੇ, ਅਲੋਭ ਨੇ ਭੇਦੇ ਨੇ। ਉਹ ਅਲੋਭ ਨੇ ਤੀਰ ਮਾਰਿਆ ਇਹਨਾਂ ਦੇ। ਅਲੋਭ ਜਿਹੜਾ ਸੀ ਉਹ ਕੀਰਤਨ ਵਾਲਿਆਂ ਨੇ ਭੇਦੇ ਕਈ ਢੰਗਾਂ ਤੋਂ। ਜਿਵੇਂ ਇਹੀ ਕਹਿਣ ਲੱਗੇ ਤੇ ਵੀ ਤੂੰ ਆਪਣੇ ਜਿਹੜਾ ਰੋਟੀਆਂ ਕਾਰਨ ਪੂਰੇ ਤਾਲ ਹੈ ਉਹ ਕੀ ਹੈ? ਉਹ ਤੀਰੇ ਵਜ੍ਹਾ ਹੈ ਰੋਟੀਆਂ ਕਾਰਨ ਪੂਰੇ ਤਾਲ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾਣੇ ਧਰਤੀ ਨਾਲ। ਉਹ ਅੱਗੇ ਵੀ ਕਰਦੇ ਸੀ ਕਰ ਕਰ। ਉਹ ਜਿਹੜਾ ਉਹ ਕਬੀਰ ਕਹਿੰਦਾ ਉਹ ਫੀਲ ਰਬਾਬੀ ਬਲਦ ਪਖਾਵਜ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਵਜਾਵੇ, ਕਊਆ ਤਾਲ ਵਜਾਵੇ, ਪਹਿਰ ਚੋਲਣਾ ਗਧਾ ਨਾਚੇ, ਭੈਂਸਾ ਭਗਤ ਕਰਾਵੇ। ਉਹ ਕੀਰਤਨੀ ਕਹਾਉਂਦੇ ਤੇ ਉਹ ਜਿਹੇ ਨੇ। ਇਹ ਤਾਂ ਪਹਿਲਾਂ ਦੇ ਚੱਲਦੇ ਨੇ, ਉਹ ਵੀ ਕੀਰਤਨੀ ਕਹਿੰਦੇ ਸੀ ਆਪਣੇ ਆਪ ਨੂੰ। ਇਹ ਵੀ ਕੀਰਤਨੀ, ਉਹ ਵੀ ਪੈਸਿਆਂ ਖਾਤਰ ਕਰਦੇ ਵੀ। ਜਿੱਥੇ ਮਾਇਆ ਆ ਗਈ ਉੱਥੇ ਕੀਰਤਨ ਨਹੀਂ ਹੁੰਦਾ, ਉੱਥੇ ਰੋਟੀਆਂ ਕਾਰਨ ਪੂਰਨ ਤਾਲ ਹੈ। ਜਿੱਥੇ ਮਾਇਆ ਆ ਗਈ ਰੋਟੀਆਂ ਕਾਰਨ ਪੂਰਨ ਤਾਲ ਹੈ। ਜਿੱਥੇ ਮਾਇਆ ਤੋਂ ਰਹਿਤ ਹੈ ਉਹ ਕੀਰਤਨ। ਕੀਰਤੀ ਕੀ ਹੈ? ਜੈ ਕਰ ਕੀਰਤੀ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਮਰੋ ਸਿਰਜਣਹਾਰੋ। ਉਹ ਹੈ ਕੀਰਤੀ। ਕੀਰਤੀ ਤਾਂ ਗੁਰਬਾਣੀ ਵਾਲਿਆਂ ਨੇ ਕੀਤੀ ਹੈ ਨਾ। ਕੀਰਤੀ ਕਿੱਥੇ ਹੁੰਦੀ ਹੈ? ਬੈਠ ਕੇ ਉੱਥੇ ਹੁੰਦੀ ਹੈ ਜਿੱਥੇ ਨਾਨਕ ਬੱਧਾ ਕਰਤਾ ਹਾਂ, ਜਿੱਥੇ ਮਿਰਤਲ ਜਨਮ ਜਰਾ, ਉੱਥੇ ਤੇ ਬਿਨਾਂ ਕੀਰਤੀ ਹੁੰਦੀ ਹੋਈ ਨਹੀਂ। ਉਹ ਤਬਲੇ ਵਾਲੇ ਨੂੰ ਨਹੀਂ ਦੇਖ ਸਕਦਾ। ਉਹ ਤਬਲੇ ਵਾਲੇ ਨੂੰ ਕਹਿੰਦਾ ਵੀ ਐ ਵਜਾ, ਐ ਵਜਾ। ਉਹ ਤਾਂ ਧਿਆਨ ਤਾਂ ਤਬਲੇ ਵਾਲੇ ਚਾਹੀਦਾ। ਕੀਰਤੀ ਕਿਤੇ ਹੋਰ ਜਗ੍ਹਾ ਹੁੰਦੀ ਹੈ। ਜਿੱਥੇ ਗੁਰਬਾਣੀ ਰਚੀ ਗਈ ਹੈ ਉੱਥੋਂ ਘੱਟ ਥੱਲੇ ਕੀਰਤੀ ਹੁੰਦੀ ਹੋਈ ਨਹੀਂ। ਉੱਥੇ ਹੀ ਉਸੇ ਸਟੇਜ ਤੇ ਜਾ ਕੇ ਸਮਝ ਆਉਂਦੀ ਹੈ। ਇਹ ਨਹੀਂ ਸਮਝ ਆਉਂਦੀ। ਨਹੀਂ, ਨਿਰਹੰਕਾਰ ਕੋ ਬਾਣ ਅਸਿਨ ਛੇਦਿਓ। ਜਿਹੜਾ ਨਿਰਹੰਕਾਰ ਹੈ, ਜਿਹੜਾ ਕਹਿੰਦਾ ਮੈਨੂੰ ਹੰਕਾਰ ਨਹੀਂ, ਜਿਹੜਾ ਇਹ ਕਹਿੰਦਾ ਮੈਨੂੰ ਹੰਕਾਰ ਨਹੀਂ, ਅਸਲ 'ਚ ਉਹਨੂੰ ਹੰਕਾਰ ਹੈਗਾ। ਹੰਕਾਰ ਦਾ ਪਤਾ, ਨਿਰਹੰਕਾਰ ਜਿਹੜਾ ਕਹਿੰਦਾ ਮੈਨੂੰ ਹੰਕਾਰ ਨਹੀਂ, ਉਹਦਾ ਨਾਮ ਨਿਰਹੰਕਾਰ ਰੱਖਿਆ। ਹੰਕਾਰ ਤਾਂ ਹੈਗਾ ਉਹਨੂੰ, ਪਰ ਉਹ ਕਹਿੰਦਾ ਮੈਂ ਨਿਰਹੰਕਾਰ ਹਾਂ। ਕੋ ਬਾਣ 80 ਨਿਸ਼ੇਧੇ ਉਹਦੇ 80 ਤੀਰ ਮਾਰੇ ਨੇ, ਪਰੋ ਕੇ ਰੱਖਦਾ। ਜੇ ਮਾਇਆ ਤਾਂ ਪਹਿਲਾਂ ਹੀ ਹੈ, ਜੇ ਮਾਇਆ ਉੱਥੇ ਹੰਕਾਰ ਤਾਂ ਪਹਿਲਾਂ ਹੀ ਹੈ। ਉੱਥੇ ਮਾਇਆ, ਹੰਕਾਰ ਤਾਂ ਉੱਥੇ ਹੈਗਾ ਹੀ ਹੈ ਭਾਈ। ਜਿੰਨਾ ਚਿਰ ਮਾਇਆ ਉਹਨਾਂ ਚਿਰ ਹੰਕਾਰ ਹੈ। ਹੰਕਾਰ ਦਾ ਤੈਨੂੰ ਕਿਵੇਂ ਪਤਾ ਲੱਗ ਗਿਆ? ਹੰਕਾਰ ਦਾ ਪਤਾ ਹੀ ਲੱਗਦਾ ਕਿਸੇ ਨੂੰ। ਹੰਕਾਰ ਦਾ ਪਤਾ ਕਿੱਥੋਂ ਲੱਗਦਾ? ਭਗਤੀ ਕਰਦੇ ਰਹੇ, ਹੰਕਾਰ ਵੱਧਦਾ ਰਿਹਾ। ਹੰਕਾਰ ਵਾਸਤੇ ਭਗਤੀ ਕਰਦੇ ਤੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਬਲ ਭਜੰਗ ਸਾਧੇ, ਪੰਜ ਜਨਾਂ ਸੇ ਸੰਗ ਨਾ ਛੁੱਟ ਕੇ ਅਧ ਕਹਾਂ ਬੁੱਧ ਵਾਧੇ। ਕਿਉਂ ਬਈ? ਭਗਤੀ ਹੰਕਾਰ ਵਾਸਤੇ ਕਰਦੇ ਤੇ ਹੰਕਾਰ ਨੂੰ ਘਟਾਉਣ ਵਾਸਤੇ ਕਰਦੇ ਸੀ। ਜਿਹੜਾ ਕੁਝ ਕਰਦੇ ਉਹਦੇ ਨਾਲ ਤਾਂ ਹੰਕਾਰ ਵਧਿਆ ਤੁਹਾਡਾ। ਇਹਦਾ ਮਤਲਬ ਹੰਕਾਰ ਦਾ ਪਤਾ ਨਹੀਂ ਲੱਗਦਾ ਹੁੰਦਾ। ਮਨਮਤ ਦੀ ਹਰੇਕ ਭਗਤੀ ਹੰਕਾਰ ਵਧਾ। ਮਨਮਤ ਨਾਲ ਜੋ ਕਰੋਗੇ, ਦਾਨ ਕਰ ਲਓ। ਉੱਤੇ ਕਿਉਂ ਨੇ ਜਿਹੜੇ ਤੀਰ ਮਾਰੇ ਨੇ? ਕੀ ਮਾਰੇ ਨੇ? ਮਨਮਤ ਵਾਲੇ ਜਿਹੜੇ ਕਰ ਰਹੇ ਨੇ, ਚਾਹੇ ਉਹ ਸੰਜਮ ਨੇ, ਚਾਹੇ ਉਹ ਨੇਮ ਨੇ, ਚਾਹੇ ਉਹ ਦਾਨ ਹੈ, ਚਾਹੇ ਉਹ ਪੂਜਾ ਹੈ,
ਚਾਹੇ ਉਹ ਤਪੱਸਿਆ ਹੈ, ਉਹਦੇ ਨਾਲ ਹੰਕਾਰ ਵੱਧਦਾ ਹੁੰਦਾ, ਚਾਹੇ ਉਹ ਕੀਰਤਨ ਹੈ। ਚਾਹੇ ਉਹ ਕੀਰਤਨ, ਚਾਹੇ ਉਹ ਤੀਰਥ ਹੈ, ਚਾਹੇ ਉਹ ਦਾਨ ਹੈ, ਚਾਹੇ ਉਹ ਵਿਦਿਆ ਹੈ। ਚਾਹੇ ਉਹ ਵਿਦਿਆ ਹੈ, ਉਹਦੇ ਨਾਲ ਹੰਕਾਰ ਵਧੂਗਾ ਹੀ ਵਧੂਗਾ। ਜਿਹੜੀ ਚੀਜ਼ ਨਾਲ ਹੰਕਾਰ ਵਧੂਗਾ ਉਹ ਨੈਗੇਟਿਵ ਹੈ, ਉਹ ਭਗਤੀ ਨਹੀਂ ਹੈ। ਉਹ ਭਗਤੀ ਨਹੀਂ, ਉਹ ਭੁਲੇਖਾ ਹੈ, ਉਹ ਭੁਲੇਖਾ ਪਾਊ ਭਗਤੀ ਹੈ। ਭਗਤੀ ਦੇ ਭੁਲੇਖੇ ਸਿਰ ਤੂੰ ਜ਼ਹਿਰ ਖਾਈ ਜਾਂਦਾ। ਅੰਮ੍ਰਿਤ ਦੇ ਭੁਲੇਖੇ ਜ਼ਹਿਰ ਖਾਣ ਵਾਲੀ ਗੱਲ ਹੈ। ਉਹ ਅੰਮ੍ਰਿਤ ਦੇ ਭੁਲੇਖੇ ਕੋਈ ਜ਼ਹਿਰ ਖਾਣ ਵਾਲੀ ਗੱਲ, ਉਹਦੇ ਨਾਲ ਨੁਕਸਾਨ ਹੋਣਾ ਹੀ ਹੋਣਾ। ਜੇ ਇਹਨਾਂ ਚੀਜ਼ਾਂ ਨਾਲ ਸਾਰੀਆਂ ਨਾਲ ਹੰਕਾਰ ਵਧਿਆ ਸੀ, ਵੱਧਦਾ ਹੀ ਹੈ, ਫਿਰ ਉਹਨਾਂ ਨੂੰ ਛੱਡ ਦਿਓ। ਕਮ ਸੇ ਕਮ ਹੰਕਾਰ ਤਾਂ ਨਹੀਂ ਵਧੂਗਾ। ਜੇ ਅਸੀਂ ਨਾ ਕਰੀਏ, ਉਹ ਹੰਕਾਰ ਤਾਂ ਨਹੀਂ ਵਧੂਗਾ ਉਹਦੇ ਨਾਲ। ਚਲ ਵਧੇ ਹੀ ਨਾ, ਇੰਨਾ ਹੀ ਬਹੁਤ ਹੈ। ਘਟਾਉਣ ਵਾਲੀ ਗੱਲ ਤਾਂ ਵੱਧਦੀ ਹੈ। ਪਹਿਲਾਂ ਤਾਂ ਆਪਾਂ ਕਹਿੰਦੇ ਵੀ ਉਹ ਚੀਜ਼ ਭਾਈ ਖਾਓ ਜੀ ਨਾ ਬਿਮਾਰੀ ਵਧੇ ਨਾ, ਕਿਸੇ ਨੂੰ ਬਿਮਾਰ ਹੈ ਕੋਈ, ਪਹਿਲਾਂ ਤਾਂ ਇਹ ਹੈ ਅਗਲਾ ਕਹਿੰਦਾ ਵੀ ਆਹ ਚੀਜ਼ ਨਾ ਖਾਓ ਭਾਈ, ਇਹਦੇ ਨਾਲ ਬਿਮਾਰੀ ਵਧੂਗੀ। ਉਹ ਤਾਂ ਛੱਡ ਸਕਦਾ ਜੇ ਦਵਾਈ ਨਹੀਂ ਹਾਲੇ ਉਹਨੂੰ ਮਿਲੀ ਕਿਤੋਂ। ਵਧਣ ਤੋਂ ਤਾਂ ਰੋਕ ਸਕਦਾ ਹੈ, ਪਰ ਅਸੀਂ ਤਾਂ ਵਧਾਈ ਜਾਂਦੇ, ਹੰਕਾਰ ਵਧੀ ਜਾਂਦਾ। ਮਰਜ਼ बढ़ता ਗਿਆ ਜੂ ਜੂ ਦਵਾ ਕੀ, ਦਵਾਈ ਕਰਦਾ ਮਰਜ਼ ਵੱਧਦਾ। ਦਵਾਈ ਉਹ ਛੱਡ ਦੋ, ਉਹ ਜਿਹਦੇ ਨਾਲ ਮਰਜ਼ ਵੱਧਦਾ। ਐਸੀ ਦਵਾਈ ਮਤ ਖਾਓ ਜਿਹਦੇ ਨਾਲ ਬਿਮਾਰੀ ਵੱਧਦੀ ਹੈ। ਹਾਂਜੀ, ਭਲੇ ਪਰਮ ਤਤਵ ਆਦ ਕੋ ਬਛ ਭੇਦਿਓ। ਹਾਂ, ਬਛ ਹੁੰਦੀਆਂ ਬਰਾਛਾਂ ਕਹਿੰਦੇ ਨੇ ਆਪਾਂ, ਆਇਆ ਬਾਛਾਂ, ਬਾਛਾਂ, ਬਾਛਾਂ ਕਰਕੇ ਬੋਲਦਾ। ਜੇ ਬਾਛਾਂ ਹੀ ਭੇਜਦੀ ਹੈ ਫਿਰ ਬੋਲ ਹੁੰਦਾ। ਬੋਲਤੀ ਬੰਦ ਕਰਨ ਨੂੰ ਬਾਛਾਂ ਭੇਜਣੀਆਂ ਕਹਿੰਦੇ ਨੇ। ਮੂੰਹ 'ਚ ਮਾਰੇ ਤੀਰ, ਜਿਵੇਂ ਇੱਧਰ ਦੀ ਤੀਰ ਮਾਰੇ ਐਂ ਕੱਢ ਦੇਵੇ ਫਿਰ ਬੋਲੂਗਾ। ਕਿਹਦੇ ਮਾਰੇ? ਭਲੇ ਪਰਮ ਤਤਵ ਆਦ ਕੋ। ਹਾਂ, ਜਿਹੜੇ ਕਹਿੰਦੇ ਮੈਂ ਬੜੇ ਫਿਰਦੇ ਨੇ ਸੰਤ, ਪੂਰਨ ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ। ਇਹ ਜਿਹੜੇ ਇਹਨਾਂ ਦੇ ਕੀਰਤਨ ਦਰਬਾਰ ਲੱਗਦੇ ਨੇ, ਇਹਨਾਂ ਦੇ ਨਾਂ ਰੱਖਦੇ ਨੇ, ਇਹਨਾਂ ਦੀਆਂ ਬਾਛਾਂ ਦੇ ਵਿੱਚ ਦੀ ਕੱਢ ਦਿੱਤੇ ਮਾਰ ਕੇ ਤੀਰ, ਇੱਧਰੋਂ ਮਾਰ ਕੇ ਦੂਏ ਪਾਸੇ ਕੱਢਤੇ। ਕਿੰਨੇ ਮਾਰੇ ਤੀਰ ਇਹਨਾਂ ਦੇ? ਭਲੇ ਪਰਮ ਤਤਵਾਦ ਕੋ ਬਛ ਭੇਜਿਓ। ਹਾਂ, ਜਿਹੜੇ ਪਰੇ ਤਤ ਗਿਆਨੀ ਬਣੇ ਫਿਰਦੇ ਨੇ ਆਪਣੇ ਆਪ 'ਚ, ਉਹਨਾਂ ਦੇ ਬਾਛਾਂ ਦੇ ਵਿੱਚ ਦੀ ਮਾਰ ਕੇ ਤੀਰ ਬਾਹਰ ਕੱਢਤੇ। ਬੋਲਤੀ ਬੰਦ ਹੋ ਗਈ, ਤਾਂ ਹੀ ਨਹੀਂ ਬੋਲਦੇ। ਹੁਣ ਬੋਲਣ, ਬਾਛਾਂ 'ਚ ਤੀਰ ਮਾਰ ਕੇ ਬਾਲੇ ਪਾਸੇ ਕੱਢੇ ਨੇ ਤਾਂ ਨਹੀਂ ਬੋਲਦੇ। ਹੁਣ ਬੋਲਣ, ਜਵਾਬ ਦੇਣ। ਐਂ ਕੱਢੇ ਹੋਏ ਨੇ ਤੀਰ, ਐਂ ਨਿਕਲ ਜਾਂਦੇ ਨੇ। ਜਿਹੜਾ ਇਹਨਾਂ ਨੂੰ ਕਿਹਾ ਵੀ ਇਹ ਗੁਰਮਤਿ ਦਾ ਪ੍ਰਚਾਰ ਹੀ ਨਹੀਂ ਹੈ ਜਿਹੜਾ ਤੁਸੀਂ ਕਰਦੇ ਹੋ, ਕਰਤਾ ਨਾ ਬਾਛਾਂ 'ਚ ਤੀਰ ਮਾਰ ਕੇ। ਜਿਹੜੇ ਬੋਲਦੇ ਤਾਂ ਸਭ ਲਪਰ ਲਪਰ ਬੰਦ ਹੋ ਗਈ। ਜੀਭ ਨਹੀਂ ਹਿੱਲਦੀ, ਜਾਂ ਤੀਰ ਐਵੇਂ ਪਾਰ ਹੋ ਜੂ ਜੀਭ ਹਿੱਲੂ। ਜਾਂ ਤੀਰੇ ਪਾਰ ਹੋ ਗਿਆ ਇੱਧਰ ਇੱਧਰ ਜਾਬਾਂ 'ਚ ਹੀ। ਜਾਬਾਂ ਨੂੰ ਬਾਛਾਂ ਕਹਿੰਦੇ ਨੇ, ਜਿਹਨੂੰ ਜਾਬਾਂ ਕਹਿੰਦੇ ਆਪਾਂ ਪੰਜਾਬੀ 'ਚ, ਉਹ ਬਾਛਾਂ ਕਿਹਾ ਹੋਇਆ। ਕਈ ਬਾਣ ਕਰਨਾ ਹੀ ਕੇ ਅੰਗ ਝਾਰੇ। ਜਿਹੜੇ ਕਰਨਾ ਕਿਸੇ ਦੂਏ ਤੇ ਦਇਆ ਕਰਨ ਨੂੰ ਕਹਿੰਦੇ ਨੇ। ਕਰਨਾ ਹਿੰਦੀ 'ਚ ਕਰਨਾ ਕਹਿੰਦੇ ਨੇ, ਮਿਹਰ ਕਰਨੀ ਕਿਸੇ ਤੇ। ਉਹ ਜਿਹੜੇ ਮਿਹਰਬਾਨ ਬਣੇ ਫਿਰਦੇ ਨੇ ਬਹੁਤ, ਸਾਡੇ ਵੀ ਮਿਹਰਬਾਨ ਸੀ ਨਾ ਉਹ, ਜਿਹਨੇ ਬਾੜੀ ਰਚੀ ਹੈ ਰਾਜਦਾਸੀ, ਉਹਦੇ ਕਰਨਾ ਦੇ ਮਾਰੇ। ਕਰਨਾ ਦਇਆ, ਜਿਹੜਾ ਦੂਏ ਤੇ ਕਰਨਾ ਤਰਸ ਕਰਨਾ। ਤਰਸ ਕੀ ਹੁੰਦਾ? ਦਇਆ ਕੀ ਹੈ? ਦਇਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ। ਜੀ ਨੂੰ ਕਰੋ ਫਿਰ ਪੁੰਨਦਾਨ। ਇੱਕ ਹੈ ਨਾ ਤੀਰ, ਬਸ ਇਹੋ ਜਿਹੇ ਤੀਰ ਮਾਰੇ ਨੇ। ਜੀ ਨਾਲ ਜੋੜਤੀ ਚੱਕ ਕੇ, ਜਾਤ ਨੂੰ ਮਾਇਆ ਨਾਲ, ਦਇਆ ਮਾਇਆ ਤੇ ਜੋੜ ਕੇ। ਇਹ ਤਾਂ ਭਾਈ ਜੇ ਕਿਸੇ ਨੂੰ ਤਾਂ ਰੋਟੀ ਖੜਾਈ ਆ ਉਹਦੀ ਉਹ ਸੀ, ਤੇਰੇ ਥਰੂ ਆਈ ਹੈ। ਜੇ ਤਾਂ ਕਿਸੇ ਨੂੰ ਸਵਾਟਰ ਦੇ ਦਿੱਤਾ, ਦੇਣ ਵਾਲੇ ਨੇ ਦਵਾਇਆ, ਤੇਰੇ ਥਰੂ ਦਵਾਇਆ। ਇਹ ਉਹਦਾ ਹੀ ਹਿੱਸਾ ਸੀ, ਤੇਰਾ ਨਹੀਂ ਹੈ। ਜੇ ਤੈਨੂੰ ਭੁਲੇਖਾ ਹੈ, ਇਹਦਾ ਹੰਕਾਰ ਪੈਦਾ ਹੋ ਜੂ ਫਿਰ ਤੈਨੂੰ। ਜੇ ਤੂੰ ਇਹ ਮੰਨੇ ਮੈਂ ਦਿੱਤਾ, ਫਿਰ ਤਾਂ ਹੰਕਾਰ ਪੈਦਾ ਹੋ ਜੂਗਾ। ਜਦ ਦੰਦਾ ਦਾਤਾ ਹੀ ਇੱਕ ਹੈ, ਸਭ ਕੋ ਦੇਵਨਹਾਰ, ਤੇ ਫਿਰ ਤੂੰ ਵਿਚਾਲੇ ਕਿਉਂ ਹੋਣਾ?
ਤੂੰ ਇਹ ਕਹ ਵੀ ਮੈਂ ਨਹੀਂ ਦਿੱਤਾ, ਇਹ ਮੇਰੀ ਤਾਂ ਡਿਊਟੀ ਸੀ, ਮੈਂ ਤੈਨੂੰ ਫੜਾ ਗਿਆ, ਚੱਲ ਫਿਰ ਬਚ ਗਿਆ ਤੂੰ, ਫਿਰ ਤਾਂ ਬਚ ਗਿਆ। ਹੰਕਾਰ 'ਚ ਨਹੀਂ ਬਦਲਿਆ ਫਿਰ ਉਹ ਤੇਰਾ, ਤਾਂ ਡਿਊਟੀ ਕੀਤੀ ਹੈ ਮੈਂ ਤਾਂ। ਫਿਰ ਉਹ ਤੁਹਾਨੂੰ ਰਿਐਕਸ਼ਨ ਨਹੀਂ ਕਰਦੀ ਦਵਾਈ, ਉਹ ਟੀਕਾ ਰਿਐਕਸ਼ਨ ਵੀ ਕਰ ਜਾਂਦੇ ਨਾ, ਇਹ ਰਿਐਕਸ਼ਨ ਕਰ ਜਾਂਦੇ ਨੇ ਚੰਗੇ ਕੰਮ ਨੇ ਜਿਹੜੇ। ਬੋਲਣ ਦੇ ਵਿੱਚ ਫਰਕ ਹੈ ਬਸ, ਸਮਝਣ 'ਚ ਮੰਨਣ 'ਚ ਫਰਕ ਹੈ, ਅੰਦਰੋਂ ਮੰਨਣ 'ਚ ਬਸ। ਇੱਕ ਦਵਾਈ ਵੀ ਤਾਂ ਰਿਐਕਸ਼ਨ ਕਰ ਜਾਂਦੀ ਹੈ, ਇਹ ਚੰਗੀਆਂ ਚੀਜ਼ਾਂ ਰਿਐਕਸ਼ਨ ਕਰ ਜਾਂਦੀਆਂ ਨੇ ਆਪਣੀ ਸੋਚ ਦੇ ਹਿਸਾਬ ਨਾਲ, ਤਾਂ ਕਰਨਾ ਦੇ ਮਾਰੇ ਅੰਗ, ਤਾਂ ਕਰਨਾ ਦੇ ਮਾਰੇ ਨੇ ਇਹ ਰਿਐਕਸ਼ਨ ਕਰ ਜੂਗੀ ਕਰਨਾ। ਫਿਰ ਤਾਂ ਸ਼ਰੀਕ ਖੁਦਾ ਬਣ ਜਾਓਗੇ ਤੁਸੀਂ। ਅਸਲ ਸ਼ਰੀਕ ਖੁਦਾ ਬਣਦੇ ਰੁਕਿਆ ਹੋਇਆ। ਸਰੰ ਸੌ ਕੋ ਸਿਛਿਆਹੀ ਕੇ ਅੰਗ ਮਾਰੇ। ਆ ਜਿਹੜੇ ਸਿੱਖਿਆ ਦਿੰਦੇ ਨੇ ਸਾਰੇ ਸਿੱਖਿਆ ਨਹੀਂ ਦਿੰਦੇ ਸੰਤ, 100 ਕੋ ਤੀਰ ਕਹਿੰਦੇ ਇਹਦੇ ਮਾਰਿਆ ਸਿੱਖਿਆ ਦੇਣ ਵਾਲਿਆਂ ਦੇ। ਸੌ ਸਿਛਿਆਹੀ ਕੇ ਅੰਗ ਮਾਰੇ। ਸਿੱਖਿਆ ਹੁੰਦੀ ਹੈ ਜਿਹੜੀ ਸਿੱਖਿਆ ਸਾਰੀਆਂ ਮੱਤਾਂ 'ਚ ਸਿੱਖਿਆ ਹੀ ਹੈ ਦਿੱਤੀ ਹੋਈ। ਜੋਗ ਮੱਤ ਵਾਲੇ ਆਪਣੀ ਸਿੱਖਿਆ ਦਿੰਦੇ ਨੇ, ਸਮਝਿਆ ਨਹੀਂ? ਐ ਕੀਰਤਨ ਵਾਲੇ ਆਪਣੀ ਸਿੱਖਿਆ ਦਿੰਦੇ ਨੇ। ਇਹਨਾਂ ਦੇ 100 ਤੀਰ ਇਹਦੇ ਮਾਰਿਆ। ਦੋਹਰਾ ਦਾਨ ਆਣ ਪੂਜਿਓ ਤਵੈ, ਗਿਆਨ ਬਾਣ ਲੈ ਹਾਥ, ਜਵਾਨ ਜਾਨ ਮਾਰਿਓ ਤਿਸੈ, ਧਿਆਨ ਮੰਤਰ ਕੇ ਸਾਥ। ਦੋਹਰਾ ਦਾਨ ਆਣ ਪੂਜਿਓ ਤਵੈ, ਗਿਆਨ ਬਾਣ ਲੈ ਹਾਥ। ਦਾਨ ਆਣ ਪੂਜਿਓ ਤਵੈ, ਉੱਥੇ ਫਿਰ ਦਾਨ ਜਿਹੜਾ ਸੀ ਉਹ ਆ ਕੇ ਖਲੋ ਗਿਆ, ਪੁੱਜ ਗਿਆ, ਪਹੁੰਚ ਗਿਆ। ਦਾਨ ਆਨ ਪੂਜਿਓ ਤਵੈ, ਗਿਆਨ ਬਾਣ ਲੈ ਹਾਥ। ਗਿਆਨ ਬਾਣ ਲੈ ਹਾਥ, ਗਿਆਨ ਬਾਣ ਲੈ ਕੇ ਉਹ ਆ ਗਿਆ ਮੈਦਾਨ 'ਚ ਵੀ ਮੈਂ ਹੋਣਾ ਹੁਣ ਸਾਰਿਆਂ ਨੂੰ ਪਿੱਛੋਂ ਆਇਆ। ਉਹਦਾ ਝਾੜਦੇ ਨੇ ਸਾਰੇ ਹੀ, ਕਹਿੰਦਾ ਲੈ ਮੇਰੀ ਗੱਲ ਕਰ। ਗਿਆਨ ਬਾਣ ਲੈ ਸਾਥ, ਉਹਦੇ ਫਿਰ ਕੀ ਮਾਰਿਆ ਕਹਾਂ? ਜਵਾਨ ਜਾਨ ਮਾਰਿਓ ਤਿਸੈ, ਧਿਆਨ ਮੰਤਰ ਕੇ ਸਾਥ। ਜਵਾਨ ਉਹਨੂੰ ਜਾਣਿਆ ਵੀ ਹਾਂ ਬਈ ਤੂੰ ਜਵਾਨ ਹੈ, ਉਹਨੂੰ ਕਾਹਦੇ ਨਾਲ ਮਾਰਿਆ? ਮਾਰਿਓ ਜਵਾਨ ਜਾਨ ਮਾਰਿਓ ਤਿਸੈ, ਧਿਆਨ ਮੰਤਰ ਕੇ, ਧਿਆਨ ਮੰਤਰ ਕੇ ਸਾਥ। ਉਹਨੂੰ ਫਿਰ ਬ੍ਰਹਮ ਗਿਆਨ ਦਾ, ਉਹਨੂੰ ਫਿਰ ਉਹ ਤੀਰ ਮਾਰਿਆ, ਉਹਨੂੰ ਫਿਰ ਬਾਣੀ ਦਾ ਬਾਣ ਮਾਰਿਆ, ਧਿਆਨ ਪੂਰਾ ਜੋੜ ਕੇ। ਤੁਰਕੀ ਬਾਣੀ ਦਾ ਤੀਰ ਮਾਰਿਆ ਉਹਨੂੰ, ਉਹ ਮਾਰਿਆ ਪਲਟ ਕੇ। ਉਹ ਵੀ ਉਹ ਚੰਦ ਨਾਟਕ ਚੱਲ ਰਿਹਾ ਹੈ। ਹਾਂ ਦਾਨ ਆ ਗਿਆ, ਹੁਣ ਦਾਨ ਆ ਗਿਆ। ਸੂਰਮਾ ਭੁਜੰਗ ਪ੍ਰਿਆਤ ਛੰਦ, ਉਹ ਕਹਿੰਦਾ ਵੀ ਮੈਂ ਦਾਨ ਕਰਦਾ, ਮੈਂ ਇਹ ਮੰਨ ਕੇ ਕਰਦਾ ਬਈ ਭਾਈ ਰੱਬ ਦਾ ਹੀ ਦਿੱਤਾ ਹੈ। ਉਹ ਕਹਿੰਦੇ ਪਰ ਤੂੰ ਤਾਂ ਕਰਦਾ ਨਾ, ਬਸ ਜਿੰਨੇ ਤੂੰ ਹੈ ਜਦ ਲੱਗ ਜਾਣੇ ਮੈਂ ਕੁਛ ਕਰਤਾ, ਬਸ ਆ ਤੀਰ ਅਖੀਰ ਲਾ ਉਹਦਾ, ਧਿਆਨ ਮੰਤਰ ਕੇ ਸਾਥ ਹੈ। ਹੋਰ ਇਹਦੇ ਖਾਤਰ ਕੋਈ ਤੀਰ ਹੈ, ਹੋਰ ਨਹੀਂ ਹੈ ਤੀਰ। ਉਹ ਐਂ ਕਹਿ ਬੈਠਿਆ ਮੈਂ ਕਰਦਾ, ਆ ਗਿਆ ਨਾ ਆਪ ਜੋ ਕਹਿੰਦਾ ਮੈਂ ਤਾਂ ਕਰਦਾ ਹੀ ਨਹੀਂ। ਫਿਰ ਆਉਂਦਾ ਕਿਉਂ ਮੈਦਾਨ 'ਚ? ਦਾਨ ਵਾਲਾ ਆਇਆ। ਹਾਂ ਆਇਆ ਮੈਦਾਨ 'ਚ ਕਿਉਂ ਆਉਂਦਾ? ਮੈਦਾਨ 'ਚ ਜੇ ਕਰਦਾ ਹੀ ਨਹੀਂ ਮੈਂ ਮੈਦਾਨ 'ਚ ਕਿਉਂ ਆਵਾਂ? ਮੈਦਾਨ 'ਚ ਮੈਂ ਤਾਂ ਆਊਂ ਜੇ ਮੈਂ ਕਰਦਾ। ਦਾਨੀ ਮੰਨ ਕੇ ਆਊ, ਦਾਨੀ ਮੰਨ ਕੇ ਆਊਗਾ ਨਾ। ਉਹਦਾ ਫਿਰ ਧਿਆਨ ਔਰ ਮੰਤਰ ਮਾਰਿਆ। ਧਿਆਨ ਮੰਤਰ ਇਹ ਹੈ ਗੁਰਬਾਣੀ, ਗੁਰਬਾਣੀ ਦਾ ਡਾਇਰੈਕਟ ਬਾਣ ਵੱਜੂਗਾ ਉਹਦੇ ਤੇ। ਕਰ ਜਬ ਲੱਗ ਜਾਣੇ ਮੈਂ ਕੁਛ ਕਰਤਾ, ਤਬ ਦਾ ਗਰਭ ਜੋਨ में ਫਿਰਤਾ। ਬਸ ਇੱਕੋ ਹੀ ਤੀਰ ਢਹਿ ਢੇਰੀ ਕਰਦਾ। ਤੂੰ ਇਹ ਨਹੀਂ ਕਹਿ ਸਕਦਾ ਮੈਂ ਕਰਦਾ, ਜੇ ਕਰਦਾ ਚੁੱਪ ਕਰ ਜਾ। ਜਦ ਤੂੰ ਕਰਦਾ ਹੀ ਨਹੀਂ ਚੁੱਪ ਕਰ ਜਾ। ਜਦ ਤੂੰ ਕਰਦਾ ਹੀ ਨਹੀਂ, ਜੇ ਬੁਲਾਇਆ ਬੋਲਦਾ ਜਿਵੇਂ ਚਲਾਉਂਦਾ ਉਵੇਂ ਚੱਲਦਾ, ਫਿਰ ਤੈਨੂੰ ਬੋਲਣ ਦੀ ਕੀ ਲੋੜ ਪਈ ਹੈ? ਚੁੱਪ ਕਰਕੇ ਬਿਠਾਲਦਾ ਉਹ ਵੀ। ਭੁਜੰਗ ਪ੍ਰਿਆਤ ਛੰਦ, ਰਣੰਗ ਉਛਲਿਓ ਦਾਨ ਜੋਧਾ ਮਹਾਨੰ। ਫਿਰ ਜੋਧਾ ਮਹਾਨ ਕੇ ਹੋਰ ਆਇਆ ਰਣ ਦੇ ਵਿੱਚ। ਦਾਨ ਜੋਧਾ ਉਹੀ ਉਹਦੀ ਗੱਲ ਚੱਲੀ। ਉਹ ਹਾਂ
ਉਹ ਆਇਆ ਯੋਧਾ। ਲੜਾਈ ਹੋਈ ਹੈ। ਹਾਂ, ਦਾਨ ਯੋਧਾ ਆਇਆ ਜਦ। ਸਭੇ ਸ਼ਸਤਰ ਔ ਬਸਤਰ ਅਸਤਰ ਨਿਧਾਨ। ਸਾਰੇ ਬਸਤਰਾਂ ਦਾ ਦਾਨ ਕਰਦਾ ਹੈ, ਸ਼ਸਤਰਾਂ ਦਾ ਦਾਨ ਲੈ ਕੇ, ਆਪਣੇ ਨਿਧਾਨ ਪੂਰੇ ਖਜ਼ਾਨੇ ਲੈ ਕੇ ਉਹ ਵੀ ਆਇਆ। ਆਪਣਾ ਜਿੰਨਾ ਗਿਆਨ ਸੀ ਉਹਦੇ ਕੋਲ ਉਹ ਲੈ ਕੇ ਆਇਆ, ਆਪਣੀ ਕਾਬਲੀਅਤ ਜਿੰਨੀ ਵੀ ਸੀ ਸੁਣਿਆ। ਦੇਖੋ ਨਾ, ਜਿਹੜੇ ਆਦਮੀ ਗਿਆਨਵਾਨ ਸੁਣਦੇ ਨੇ ਉਹੀ ਦਾਨ ਕਰਦੇ ਹੁੰਦੇ ਨੇ। ਹਰੇਕ ਆਦਮੀ ਦਾਨ ਨਹੀਂ ਕਰਦਾ। ਦਾਨ ਜਿਹੜਾ ਆਦਮੀ ਕਰਦਾ ਕੁਛ ਨਾ ਕੁਛ ਗਿਆਨ ਉਹਦੇ ਕੋਲ ਹੁੰਦਾ, ਕਿਸੇ ਦੇ ਆਸਰੇ ਹੀ ਦਾਨ ਕਰਦਾ। ਦਾਨ ਦੇ ਵਿੱਚ ਮਾਇਆ ਦਾ ਤਿਆਗ ਤਾਂ ਹੈ ਉਹ ਕੁਛ ਨਾ ਕੁਛ। ਹਾਂ, ਦਸੰ ਬਾਣਸੋ ਲੋਭ ਕੋ ਬਚ ਮਾਰਿਓ। ਜੇ ਤਾਂ ਭਾਈ ਲੋਭ ਵਾਸਤੇ ਦਾਨ ਕਰਦਾ ਵੀ ਗਾਹਾਂ ਨੂੰ ਲੈਣ ਵਾਸਤੇ, ਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ, ਫਿਰ ਤਾਂ 10 ਤੀਰ ਮਾਰਤੇ ਉਹਦੇ ਆਲੇ ਵੀ ਦੱਸ ਤੂੰ ਐਸ ਵਾਸਤੇ ਦਾਨ ਕਰਦਾ, ਜਸ ਸੰਸਾਰੀ ਵਾਸਤੇ ਦਾਨ ਕਰਦਾ। ਆਗੇ ਫਲਾ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ। ਜੇ ਤਾਂ ਅੱਗੇ ਫੜਾਉਣਾ ਚਾਹੁੰਦਾ ਫਿਰ ਤਾਂ ਇਸ ਤਰੀਕੇ ਦਾ ਦਾਨ ਕਰ, ਨਹੀਂ ਤਾਂ ਸੰਸਾਰੀ ਕਿਸੇ ਨੂੰ ਵੀ ਦਾਨ ਕਰਦੇ। ਜੱਗ ਦੇ ਵਿੱਚ ਜਸ ਹੈਗਾ, ਫਿੱਕਾ ਜਸ ਹੈ, ਥੋੜੇ ਦਿਨ ਦਾ, ਜਿਵੇਂ ਰੰਗ ਫੁੱਲ ਦਾ ਰੰਗ ਹੁੰਦਾ, ਥੋੜਾ ਚਿਰ ਦਾ ਰੰਗ ਹੈ, ਜਸ ਹੈ ਉਹ ਸੰਸਾਰੀ ਜਸ ਹੈ। 10 ਬਾਣਸੋ ਲੋਭ ਕੋ ਬਚ ਮਾਰਿਓ। ਹਾਂ, ਜੇ ਲੋਭ ਦੇ ਬਾਛਾ ਨੇ ਮਾਰੇ 10 ਬਾਣ, ਵੀ ਜੇ ਤਾਂ ਤੂੰ ਦਾਨ ਕਰਦਾ ਗਾਹਾਂ ਨੂੰ ਇੱਥੇ 10 ਗੁਣਾ ਮਿਲੂਗਾ, ਕਹਿੰਦੇ ਨੇ ਨਾ 10 ਗੁਣਾ ਮਿਲਦਾ ਹੈ, ਫਿਰ ਤਾਂ 10 ਤੀਰ ਉਹਦੇ ਜੜ ਤੇ ਵੀ 10 ਗੁਣਾ ਲੈ ਕੇ ਮੰਨ ਕੇ ਚੱਲਦਾ। ਸਰੰਗ ਸਪਤ ਸੋ ਕ੍ਰੋਧ ਕੇ ਦੇਹ ਤਾਰਿਓ। ਜੇ ਤੈਨੂੰ ਇਹ ਗੱਲ ਦਾ ਤੂੰ ਗੁੱਸਾ ਕਰਦਾ ਵੀ ਮੈਨੂੰ ਕਿਉਂ ਕਿਹਾ, ਮੈਂ ਤਾਂ ਦਾਨ ਕਰਦਾ, ਦਾਨੀ ਹੈ। 7 ਬਾਣ ਉਹਦੇ ਕ੍ਰੋਧ ਦੇ ਮਾਰਤੇ। ਕ੍ਰੋਧ ਉੱਠਿਆ ਤਾਂ ਕਹੇ ਉਹਦੇ ਉੱਠੂਗਾ, ਉਹਨੂੰ ਤਾਂ ਹੀ ਆਇਆ ਮੈਦਾਨ 'ਚ, ਕ੍ਰੋਧ ਨਾਲੇ ਆਇਆ ਮੈਦਾਨ 'ਚ। ਵੀ ਪਹਿਲੀ ਗੱਲ ਤਾਂ ਇਹ ਹੈ, ਕਰਦਾ ਤੂੰ ਦਾਨ ਹੈ, ਵਧਿਆ ਤੇਰੇ ਅੰਦਰ ਕ੍ਰੋਧ ਹੈ, ਕਾਹਦੇ ਵਧ ਗਿਆ ਕ੍ਰੋਧ ਔਗਣ ਹੈ, ਗੁਣ ਹੈ। ਦਾਨ ਕਰਨਾ ਗੁਣ ਹੈ, ਗੁਣ ਨਾ ਔਗਣ ਨੂੰ ਕਿਉਂ ਖੁਰਾਕ ਮਿਲ ਗਈ? ਔਗਣ ਕਿਉਂ ਤਕੜਾ ਹੋ ਗਿਆ? ਗੁਣ ਨਾਲ ਔਗਣ ਮਰਨਾ ਚਾਹੀਦਾ, ਕਮਜ਼ੋਰ ਹੋਣਾ ਚਾਹੀਦਾ। ਤੇਰਾ ਕ੍ਰੋਧ ਤਕੜਾ ਹੋ ਗਿਆ ਦਾਨ ਦੇਣ ਨਾਲ, ਕਿਤੇ ਨਾ ਕਿਤੇ ਗਲਤੀ ਹੈ। ਦੱਸ ਕੀ ਹੈ? ਅੰਦਰ ਕੁਛ ਹੋਰ ਹੈ, ਮੂੰਹ ਤੋਂ ਕੁਛ ਹੋਰ ਕਹਿੰਦਾ। ਅੰਦਰੋਂ ਕੁਛ ਹੋਰ ਮੰਨ ਕੇ ਦਾਨ ਕਰਦਾ, ਮੂੰਹ ਤੋਂ ਕੁਛ ਹੋਰ ਕਹਿੰਦਾ, ਮੂੰਹ ਤੋਂ ਮੁੱਕਰਦਾ। ਜੇ ਤੂੰ ਮੂੰਹ ਤੋਂ ਔਰ ਅੰਦਰ ਇੱਕ ਹੁੰਦਾ, ਕ੍ਰੋਧ ਨਹੀਂ ਸੀ ਕਰ ਸਕਦਾ। ਇਹ ਕੱਚਾ ਹੈ ਤੂੰ, ਅਸਲ ਦੇ ਵਿੱਚ ਅੰਦਰੋਂ ਕੁਛ ਹੋਰ ਮੰਨ ਕੇ ਕਰ ਰਿਹਾ, ਬਾਹਰੋਂ ਤੂੰ ਕੁਛ ਹੋਰ ਕਹਿ ਰਿਹਾ। ਕ੍ਰੋਧ ਦੇ ਮੈਦਾਨ 'ਚ ਲੈ ਕੇ ਆਇਆ, ਅੰਦਰਲਾ ਕ੍ਰੋਧ ਲੈ ਕੇ ਆਇਆ ਬਾਹਰ। ਕ੍ਰੋਧ ਕਰਿਆ ਤਾਂ ਗੁੱਸਾ ਹੀ ਕੀਤਾ ਇਸ ਗੱਲ ਦਾ। ਗੁੱਸਾ ਕਿਹੜੀ ਗੱਲ ਦਾ? ਫਿਰ ਤੈਨੂੰ ਜਬ ਲੱਗ ਜਾਣੇ ਮੈਂ ਕੁਛ ਕਰਤਾ, ਤਬ ਲੱਗ ਗਰਭ ਜੋਨ ਵਿੱਚ ਫਿਰਤਾ। ਇਹਦੇ 'ਚ ਗੁੱਸਾ ਕਿਹੜੀ ਗੱਲ? ਜਿੱਥੇ ਮੈਂ ਉੱਥੇ ਤੂੰ ਤਾਂ ਹੈ ਨਹੀਂ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜੇ ਹੁਣ ਤੂੰ ਹੀ ਆ ਫਿਰ ਮੈਂ ਨਹੀਂ ਹਾਂ। ਜਿੱਥੇ ਮੈਂ ਆ ਉੱਥੇ ਤੂੰ ਨਹੀਂ ਹੈ। ਜੇ ਮੈਂ ਆ ਤਾਂ ਕ੍ਰੋਧ ਹੈ, ਜੇ ਕ੍ਰੋਧ ਹੈ ਤਾਂ ਤੂੰ ਨਹੀਂ ਹੈ, ਮੈਂ ਆ। 7 ਬਾਣ ਇਹਦੇ ਮਾਰੇ ਅੱਡ ਐਂਗਲਾਂ ਤੋਂ। ਜੇ ਤੂੰ ਕ੍ਰੋਧ ਹੈ ਤਾਂ ਮੈਂ ਆ ਉੱਥੇ, ਤੂੰ ਨਹੀਂ ਹੈਗਾ। ਫਿਰ ਉੱਥੇ ਦਾਨ ਮੈਂ ਵਾਸਤੇ ਕੀਤਾ, ਤੂੰ ਵਾਸਤੇ ਕੀਤਾ। ਤੂੰ ਵਾਸਤੇ ਦਾਨ ਨਹੀਂ ਕੀਤਾ, ਮੈਂ ਵਾਸਤੇ ਕੀਤਾ। ਪਰਮੇਸ਼ਰ ਦੇ ਪ੍ਰਥਾਏ ਨਹੀਂ ਦਾਨ ਕੀਤਾ, ਤਾਂ ਆਪਣੇ ਪ੍ਰਥਾਏ ਕੀਤਾ। ਤਾਂ ਮੈਂ ਵਧੀਆ ਉਹਦੇ ਨਾਲ, ਮੈਂ ਮਜ਼ਬੂਤ ਹੋ ਗਈ। ਮਜ਼ਬੂਤ ਉਹੀ ਚੀਜ਼ ਹੋਊ ਜਿਹਦੇ ਵਾਸਤੇ ਦਾਨ ਕੀਤਾ। ਦਾਨ ਮੈਂ ਵਾਸਤੇ ਕੀਤਾ, ਮੈਂ ਮਜ਼ਬੂਤ ਹੋ ਗਈ। ਮੈਂ ਉਹ ਮਜ਼ਬੂਤ ਹੋਊ। ਨਵੰਗ ਬਾਣ ਭੇਦਿਓ ਅਨਾਨਿਆਸ ਵੀਰੰ, ਤਰਿਓ ਤੀਰ ਭੇਦਿਓ ਅਨਾਵਰਤ ਧੀਰੰ। ਅਨਾਨਿਆਸ ਜਿਹੜੇ ਆਸ ਰਹਿਤ ਨੇ, ਅਨਾਨਿਆਸ ਵੀਰੰ। ਅਨਾਨਿਆਸ ਹੁੰਦਾ ਜਿਹੜੇ ਆਸ ਰਹਿਤ, ਸੰਨਿਆਸੀ ਜਿਹੜੇ ਕਹਿੰਦੇ ਨੇ ਕੋਈ ਆਸ ਨਹੀਂ ਰੱਖਣੀ, ਬਸ ਆਸ ਨਿਰਾਸ਼ ਹੋ ਜਾਓ। ਅਨਾਨ ਹਾਂ। ਤਰਿਓ ਤੀਰ ਭੇਦਿਓ ਅਨਾਵਰਤ ਧੀਰੰ। ਅਨਾਵਰਤ ਹੁੰਦੇ ਨੇ,
ਵਰਤ ਹੁੰਦੇ ਨੇ। ਕੀ ਪਹਿਲਾਂ ਕਿੰਨੇ? ਪਰ ਨਵੰਗ ਬਾਣ ਭੇਦਿਓ ਅਨਾਨਾਸ। ਹਾਂ 9 ਤੀਰ ਉਹਨਾਂ ਦੇ ਮਾਰੇ ਜਿਹੜੇ ਕਹਿੰਦੇ ਨੇ ਵੀ ਆਸਾ ਰਹਿਤ ਹੋਣਾ। ਉਹ ਕਹਿੰਦੇ ਜੀਵੇ ਆਸਾ ਮਰੇ ਨਿਰਾਸਾ। ਇੱਕ ਆਸ ਜੇ ਆਸ ਦੇ ਆਸਰੇ ਜੀ ਕਹੇ ਰਬਦਾਸ ਆਸ ਲੱਗ ਜੀਵੂ ਚਿਰ ਪਿਓ ਦਰਸ਼ਨ ਦੇਖੇ। ਜਿਹਨੂੰ ਆਸ ਖਤਮ ਹੋ ਤਾਂ ਜੀਵਨ ਨਹੀਂ ਖਤਮ ਹੋ। ਤਾਂ ਜੇ ਆਸ ਹੈ ਨਹੀਂ ਜਿਉਂਦੇ ਕਾਹਦੇ ਆਸਰੇ ਹੋ ਤੁਸੀਂ ਇਹ ਦੱਸੋ ਪਹਿਲਾਂ। ਜਿਹੜਾ ਆਦਮੀ ਆਸ ਨਿਰਾਸ਼ ਹੋ ਜਾਂਦਾ ਡਿਪਰੈਸ਼ਨ ਚਲੇ ਜਾਂਦਾ ਉਹ ਤਾਂ ਮਰਨ ਨੂੰ ਚਾਹੁੰਦਾ ਹੁੰਦਾ। ਮਰਨ ਨੂੰ ਜੀ ਨਹੀਂ ਕਰਦਾ। ਕਹਿੰਦੇ ਹੋ ਨਾ ਆਸ ਅਸੀਂ ਆਸ ਨਹੀਂ ਰੱਖੀ ਹੋਈ ਤਾਂ ਡਿਪਰੈਸ਼ਨ ਚਲਾ ਜਾਂਦਾ। ਉਹਦਾ ਤਾਂ ਜਿਉਣ ਦਾ ਕੋਈ ਮਕਸਦ ਹੀ ਨਹੀਂ ਹੈ ਜਿਉਣ ਦਾ ਰਿਹਾ ਕੋਈ। ਤੁਸੀਂ ਦਰਸ਼ਨ ਦੀ ਗੱਲ ਕਰਦੇ ਹੋ ਫਿਰ ਦਰਸ਼ਨ ਦੀ ਆਸ ਰੱਖੋ। ਫਿਰ ਆਸ ਹੈ ਦਰਸ਼ਨ ਦੀ ਫਿਰ ਅਨਾਨਾਸ ਕਾਹਤੇ ਕਹਿੰਦੇ ਨਿਰਾਸ਼ੇ ਅਸੀਂ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਜਿਉ ਤ੍ਰਿਖਾਵੰਤ ਬਿਨ ਨੀਰ। ਜੇ ਦਰਸ਼ਨ ਦੀ ਆਸ ਹੈ ਕਿਸੇ ਪ੍ਰਾਪਤੀ ਦੀ ਆਸ ਹੈ ਫਿਰ ਤਾਂ ਜੀਵਨ ਦਾ ਹੈ। ਜੇ ਆਸ ਹੀ ਨਹੀਂ ਫਿਰ ਜੀਵਨ ਦਾ ਉਦੇਸ਼ ਕੀ ਹੈ? ਅੜੀ ਭਗਤੀ ਕਰਦੇ ਹੋ ਕਾਹਦੇ ਵਾਸਤੇ ਕਰਦੇ ਹੋ? ਤੀਰਥ ਯਾਤਰਾ ਕਾਹਦੇ ਵਾਸਤੇ ਕਰਦੇ ਹੋ? ਦਾਨ ਪੁੰਨ ਕਾਹਦੇ ਵਾਸਤੇ ਕਰਦੇ ਹੋ? ਕੁਛ ਤਾਂ ਪਿੱਛੇ ਹੈ ਇਹਦੇ ਜੋ ਕੁਛ ਕਰ ਰਹੇ ਹੋ। ਤਪ ਕਾਹਦੇ ਵਾਸਤੇ ਕਰਦੇ ਹੋ? ਮਾਲਾ ਕਾਹਦੇ ਵਾਸਤੇ ਫੇਰਦੇ ਹੋ? ਫਿਰ ਤਾਂ ਕੁਝ ਨਹੀਂ ਕਰਦਾ ਆਦਮੀ। ਇਹ ਤਾਂ ਤੁਹਾਨੂੰ ਸਮਝੇ ਹੈ ਨਹੀਂ। ਇਹ ਆਸ ਹੈ ਜਾਣ ਬੁੱਝ ਕੇ ਅੰਦਰ ਅੱਛਾਵਾਂ ਬਹੁਤ ਨੇ ਲਗਾਉਨੇ ਹੋ ਤੁਸੀਂ ਉਹਨਾਂ ਨੂੰ। ਉਹ ਤਾਂ ਫਿਰ ਤੁਸੀਂ ਲਗੋ ਰਹੇ ਹੋ ਅੰਦਰ। ਜਦ ਤੁਸੀਂ ਕੁਝ ਕਰ ਰਹੇ ਹੋ ਕਾਹਦੇ ਵਾਸਤੇ ਕਰ ਰਹੇ ਹੋ ਇਹ ਜਵਾਬ ਦਿਓ। ਜੇ ਇੱਕ ਆਸ ਤਾਂ ਹੀ ਇੱਕ ਆਸ ਰੱਖੋ ਤਾਂ ਜੀਵਨ ਚਲੂ। ਕਹੇ ਰਵਿਦਾਸ ਆਸ ਲੱਗ ਜੀਵੋ ਸਿਰ ਪਿਓ ਦਰਸ਼ਨ ਦੇਖ। ਆਸਾ ਮਾਹੇ ਨਿਰਾਸੋ। ਆਸਾ ਮਾਹੇ ਨਿਰਾਸੋ ਹੈ ਅਬਰੇ ਆਸ ਨਿਰਾਸ। ਅਬਰੇ ਆਸ ਨਿਰਾਸ। ਬਾਕੀ ਜਿਹੜੀਆਂ ਸੰਸਾਰ ਦੀਆਂ ਇੱਛਾਵਾਂ ਉਹ ਤੋਂ ਨਿਰਾਸ ਹੋਣਾ ਜਾਇਜ਼ ਹੈ। ਪਰ ਉਹ ਜਿਹੜੀ ਅਸਲ 'ਚ ਲੈਣ ਆਏ ਉਹ ਚੀਜ਼ ਉਹਦੀ ਵੀ ਆਸ ਤੁਸੀਂ ਤਾਂ ਰੱਖੀ ਨਹੀਂ। ਫਿਰ ਜਿਹੜਾ ਕਰ ਰਹੇ ਹੋ ਇਹ ਕਾਹਤੇ ਕਰ ਰਹੇ ਹੋ? ਮਾਲਾ ਕਾਹਦੇ ਵਾਸਤੇ ਫੇਰ ਰਹੇ ਹੋ? ਸੁੰਨ ਸਮਾਜ ਵਾਸਤੇ ਕੋਈ ਜਗ੍ਹਾ ਨਹੀਂ ਹੈ। ਸੁੰਨ ਸਮਾਜ ਨਹੀਂ ਸਹਿਜ ਸਮਾਜ ਹੈ। ਜਾਗਰੂਕ ਹੈ। ਇੱਕ ਆਸ ਹੈ। ਨਿਰਾਸ਼ ਹੋਣਾ ਸੰਸਾਰੀ ਪਦਾਰਥਾਂ ਤੋਂ ਸੁਣਨਾ। ਆਸ ਰੱਖਣੀ ਸਹਿਜ ਹੈ। ਇੱਕ ਉਹ ਕੀ ਹੈ? ਆਸ ਕੀ ਹੈ? ਉਹ ਚਿੱਤ ਕੀ ਇੱਛਾ ਹੈ। ਮਨ ਕੀ ਇੱਛਾ ਖਤਮ ਚਿੱਤ ਕੀ ਇੱਛਾ ਜਾਗਦੀ ਹੈ। ਮਨ ਕੀ ਇੱਛਾ ਸੌਂ ਗਈ। ਮਨ ਕੀ ਇੱਛਾ ਸੋ ਗਈਆਂ ਸੁਣ ਹੋ ਗਿਆ। ਚਿੱਤ ਕੀ ਇੱਛਾ ਜਾਗਦੀ ਹੈ ਸਹਿਜ ਹੈ। ਪੂਰਨ ਹੋਏ ਚਿੱਤ ਕੀ ਇੱਛਾ। ਜੇ ਚਿੱਤ ਕੀ ਇੱਛਾ ਹੈ ਤਾਂ ਜੀਵਨ ਚੱਲੂਗਾ। ਨਹੀਂ ਜੀਵਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਚੱਲਣ। ਤਰਿਓ ਤੀਰ ਭੇਦਿਓ। ਇਹ ਤੀਰ ਅਨਾ ਜਿਹੜੇ ਨਿਰਾਸ ਕਹਿੰਦੇ ਨੇ ਸੰਨਿਆਸ ਕਹਿੰਦੇ ਉਹਨਾਂ ਦੇ ਮਾਰੇ ਨੇ ਇਸ ਤਰੀਕੇ ਨਾਲ ਤੀਰ। ਤਰਿਓ ਤੀਰ ਭੇਦਿਓ ਅਨਾਵਰਤ ਧੀਰਮ। ਜਿਹੜੇ ਅਨਾਵਰਤ ਨੇ ਜਿਹੜੇ ਕਹਿੰਦੇ ਨੇ ਜੋ ਮਿਲ ਗਿਆ ਖਾ ਲਿਆ ਨਹੀਂ ਸਾਨੂੰ ਵਰਤ ਨੇ। ਅਨਾਵਰਤ ਧੀਰਮ। ਹਾਂ ਧੀਰਮ ਧੀਰਜ ਰੱਖਣ ਵਾਲੇ ਨੇ ਸੰਤੋਖ ਵਾਲੇ ਨੇ। ਤਰਿਓ ਤੀਰ ਭੇਦਿਓ। ਹਾਂ ਤਰਿਓ ਮਤਲਬ ਆ ਉਹਨਾਂ ਦੇ 3 ਤੀਰ ਮਾਰੇ ਨੇ। ਤਰਿਓ ਤੀਰ ਭੇਦਿਓ ਅਨਾਵਰਤ ਧੀਰ। 3 ਤੀਰ ਮਾਰੇ ਨੇ। ਭਇਓ ਭੇਦ ਕ੍ਰੋਧੰ। ਤੇ ਕੀ ਲਿਖ ਰਿਹਾ ਤਰਿਓ ਨੂੰ? ਕੀ ਲਿਖਦਾ? ਹਾਂਜੀ ਕੋਈ ਮਿਸਪ੍ਰਿੰਟ ਨਾ ਹੋਵੇ। ਅਨਾਵਰਤ ਨਾਮ ਵਾਲੇ ਅਵਰਤ ਯੋਧੇ ਨੂੰ ਹਾਂ 3 ਤੀਰਾਂ ਨਾਲ ਜ਼ਖਮੀ। ਹਾਂ 3 ਨੇ ਨਾ ਉਹੀ ਹੈ। ਭਇਓ ਭੇਦ ਕ੍ਰੋਧੰ ਸੰਤਨ ਸੰਗ ਮਾਰੇ। ਉਹਦੇ 3 ਤੀਰਾਂ ਦੇ ਨਾਲ ਭਇਓ ਭੇਦ ਕ੍ਰੋਧ ਸਤੰ ਸੰਗ ਮਾਰੇ। ਹਾਂ 7 ਦੇ ਤੀਰ ਮਾਰੇ ਨੇ ਉਹਦੇ। 7 ਸੱਚ ਦੇ ਤੀਰ ਮਾਰੇ ਨੇ ਉਹਦੇ। ਵੀ ਸੱਚ ਜਿਹੜਾ ਹੈਗਾ ਉਹ ਅਨਾਵਰਤ ਵਾਲੇ ਵੀ ਉਹਦਾ ਵੀ ਕ੍ਰੋਧ ਸੀ ਉਹਦੇ ਵਿੱਚ ਵੀ। ਉਹਨਾਂ ਦਾ ਵੀ ਕ੍ਰੋਧ ਵੱਜ ਜਾਂਦਾ ਹੁੰਦਾ। ਕ੍ਰੋਧ ਸਾਰਿਆਂ ਦੇ ਵੱਜ ਜਾਂਦਾ। ਜਿਹੜਾ ਤਪ ਹੈ ਨਾ ਤਪ ਅਸਲ ਜਿਹਦੇ ਨਾਲ ਕ੍ਰੋਧ ਵੱਜ ਜਾਂਦਾ ਹੁੰਦਾ। ਕਰਮ ਹੈ ਨਾ ਤਪ ਕਹਿੰਦੇ ਕਰਮ ਤਪੱਸਿਆ ਜਿਹੜੀ ਹੈ ਇਹਦੇ ਨਾਲ ਕਰੋ। ਜਿਹਨੇ ਰਿਸ਼ੀ ਮੁਨੀ ਸਭ ਕ੍ਰੋਧੀ ਹੋ ਜਾਏ ਗੁੱਸਾ ਵੱਜ ਜਾਂਦਾ। ਭਈ ਧੀਰ ਧਰਮੰ ਬ੍ਰਹਮ ਗਿਆਨ ਤਾਰੇ। ਭਈ
ਧੀਰ ਧੀਰ ਧਰਮ ਬ੍ਰਹਮ ਗਿਆਨ ਤਾਰੇ। ਬ੍ਰਹਮ ਗਿਆਨ ਤਾਰੇ। ਜਿਹੜੇ ਧੀਰ ਵਾਲੇ ਬ੍ਰਹਮ ਗਿਆਨੀ ਸੀ ਉਹ ਤਾਂ ਉੱਪਰ ਹੋ ਗਏ, ਜਿਹੜੇ ਦੂਏ ਸੀ ਮੱਤਾਂ ਨੂੰ ਮੰਨਣ ਵਾਲੇ ਮਨਮੁਖ ਉਹ ਥੱਲੇ ਹੋ ਗਏ। ਦੂਜਿਆਂ ਦੇ ਤਾਂ ਭੀੜ ਪੈ ਗਈ, ਜਿਹੜੇ ਅਨਾਵਰਤ ਤੇ ਹੈ ਦੂਏ ਤੇ ਆਸ, ਜਿਹੜੇ ਗਿਆਨੀ ਸੀ ਆਸਾ ਵਿੱਚ ਨਰਾਸੋ ਸੀ ਉਹ ਤਰ ਕੇ ਉੱਪਰ ਆ ਗਏ, ਉਹਨਾਂ ਦੀ ਜਿੱਤ ਹੋ ਗਈ, ਦੂਏ ਸਭ ਚੁੱਪ ਹੋ ਗਏ।